ਗੁਰਦੁਆਰਾ ਸ੍ਰੀ ਭੋਰਾ ਸਾਹਿਬ ਦੇ ਵਿਖੇ ਪਿਛਲੇ ਪੈਰ ਦੇ ਸਮੇਂ ਦੇ ਦੀਵਾਨਾਂ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਕਰਕੇ ਗੁਰਸਥਾਨਾਂ ਤੇ ਸੇਵਾ ਕਰਕੇ ਲਾਭ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਨੇ ਜੋ ਇਹ ਸੰਗਤ ਦਾ ਆਪਾਂ ਨੂੰ ਸਮਾਂ ਮਿਲਿਆ ਹੈ। कल लड़ीवार कथा जाप जी ने श्रवण किया है। गुरु गोबिंद सिंह साहब जी महाराज दखण नूं जांदे होए राजस्थान नरैणे पहुंचे ने। इत्थे एक दातू महात्मा की समाध है, उहदी गद्दी ते जैत राम महंत रहिंदा। इन्हां साधु संतां ने जो वेखिया पातशाह ने गुरु कलगीधर महाराज साहब जी ने आके दर्शन दिदारे किए, सतगुरां दी सेवा की। कहते महाराज लंगर एक समय का साडे को छको। सतगुरु कहते साडे नाल बाज भी रहिंदे ने जिहड़े मास ही खांदे ने, तुहाडे कोल पूरी सेवा हो नहीं सकेगी। कहते महाराज असीं बेनती कर लांगे अज तुहाडे बाजां नूं भी साधा दी जवार बाजरी खा लो। इदा ही होया, बेनती कीते तो बाज जिहड़े मास खाण तो बिना भुखे भावें मर जाण किसी वस्तु नूं मूँह नहीं लाउंदे। उन्होंने जैतराम महंत वाला पाए हुए बाजी स्वीकार कर ली। साहिबां दे नाल बचन विलास होए। कहंदे कित्थे चले हो? महाराज कहंदे दखण च जा रहे हैं। इन्हें कहा सतगुरु उत्थे एक माधो दास बैरागी रहिंदा है, मैं भी गया सी उत्थे बड़ा सत्कार करके पलंगे दे भाया दे बाद पलंगा मोदा मारता शक्ति दे नाल मैनूं हेठां दबता। बड़ा मखौल कीता, हर आए गए साधु नाल इदां मखौल करदा, तुसीं उत्थे ना जाओ, होर जिधर जाना है चले जाओ। वो मशकरी करेगा, मशकरी तो टलदा नहीं। कलगीधर जी कहंदे हुण तां जरूर जावांगे, जाके ਉਹਦੀਆਂ ਸਿੱਧੀਆਂ ਖਿੱਚ ਲਵਾਂਗੇ। ਜੇ ਸਾਡੇ ਨਾਲ ਕੋਈ ਮਸ਼ਕਰੀ ਕਰੇਗਾ ਸਿੱਧੇ ਰਾਹ ਪਾਵਾਂਗੇ, ਗੁਰੂ ਨਾਨਕ ਸਾਹਿਬ ਦਾ ਦਾਸ ਬਣਾਵਾਂਗੇ ਤੇ ਸਿੱਖਾਂ 'ਚੋਂ ਮਹਾਨ ਸਿੱਖ ਕਰਾਂਗੇ ਉਹਨੂੰ ਅਸੀਂ। ਇੱਦਾਂ ਬਚਨ ਵਿਲਾਸ ਹੋ ਰਹੇ ਨੇ। ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਦੱਸ ਤਾਂ ਸਹੀ ਵੀ ਉਹ ਰਹਿੰਦਾ ਕਿੱਥੇ, ਉਹਦਾ ਪਿੰਡ ਕਿਹੜਾ ਹੈ, ਕਿਹੜੇ ਥਾਂ ਡੇਰਾ ਬਣਾਇਆ ਹੈ। ਜਿਵੇਂ ਸਾਧੂ ਦੱਸਦਾ ਏ, ਜਿਵੇਂ ਜੋ ਮਾਧੋ ਦਾਸ ਬੈਰਾਗੀ ਦੇ ਕੋਲ शक्तियां सन, ਜਿਹੜੀ ਇਹਦੇ ਕੋਲ ਇੱਕ ਸਿੱਧੀਆਂ ਦੀ ਕਿਤਾਬ ਸੀ, ਅਨੂਣੀਏ ਸਾਧੂ ਕੋਲ ਮਿਲੀ ਹੋਏ। ਕੀ ਬੰਦਾ ਬਹਾਦਰ ਜੋ ਬਾਅਦ ਦੇ ਵਿੱਚ ਬਣਿਆ ਮਾਧੋ ਦਾਸ ਬੈਰਾਗੀ ਜਾਂ ਨਾਰਾਇਣ ਦਾਸ, ਕੀ ਸ਼ਕਤੀਆਂ, ਕੀ ਸਿੱਧੀਆਂ, ਕਿਹੜੇ ਮੰਤਰ ਸਿੱਧ ਕਰੀ ਬੈਠਾ ਹੈ। ਇਹ ਸਾਰਾ ਕੁਝ ਮਹਾਤਮਾ ਮਹਾਰਾਜ ਨੂੰ ਦੱਸਦਾ ਹੈ। ਸਤਿਗੁਰੂ ਸਾਹਿਬ ਜੀ ਫਿਰ ਨੰਦੇੜ ਪਹੁੰਚਦੇ ਨੇ, ਮਾਧੋ ਦਾਸ ਦੇ ਡੇਰੇ ਜਾਂਦੇ ਹਨ। आओ ये पावन प्रसंग श्रवण करने के लिए एकाग्रता बख्शो, हाजरी लगाओ सारी संगत, रसना करो पवित्र प्यार विच आके आखो सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु जी। दोहरा नदी गोदावर टिको तो शहर नदेड़ सुनाम। जदों महाराज ने पूछा भी ये तां दस भी वो रहिंदा कित्थे है, ते जैत राम महंत कहन लगा सच्चे पातशाह गोदावरी नदी वगदी है। दखण दे इलाके दे विच गोदावरी दे कंढे दे उत्ते बड़ा सोहना नदेड़ शहर वसिया होया है। भले सो दखण कुंठ में है प्रगट शुभ धाम। आगे दखण वाली बाही है, दखण नूं जदों जाओगे ते नंदेड़ शहर आएगा। सतगुरु जी गोदावरी दे कंढे दे उत्ते है, बड़ा सोहना थां है, बड़ा इलाका वधिया है, भला इलाका है। उस इलाके दे विच माधो दास ने अपना आश्रम बनाया, जिहड़ा किसी को लुकिया छिपिया नहीं, क्योंकि बड़ा सोहना बनिया होण करके कुछ करामाती शक्तियां होने करके सारे उस इलाके डेरे का आश्रम का पता है। प्रथम कंगाल महाराज जी ने बारे दस रहे जैतराम महंत
ਸਾਹਿਬ ਜੀ ਸੁਣ ਰਹੇ ਨੇ, ਜਾਣੀ ਜਾਣਦੇ ਪਰ ਫਿਰ ਵੀ ਪਿਆਰ ਵਿੱਚ ਭਿੱਜ ਕੇ ਸੁਣਦੇ ਨੇ। ਕਹਿਣ ਲੱਗਾ ਮਹਾਰਾਜ ਜਿਹੜਾ ਇਹ ਮਾਧੋ ਦਾਸ ਹੈ ਨਾ, ਇਹ ਪਹਿਲਾਂ ਕੰਗਾਲ ਸੀ, ਪਹਿਲਾਂ ਨਹੀਂ ਸੀ ਇਹਦੇ ਪੱਲੇ ਕੋਈ ਸ਼ਕਤੀ ਹੈਗੀ। ਪਹਿਲਾਂ ਐਵੇਂ ਸਾਧੂਆਂ ਦੇ ਟੋਲਿਆਂ ਦੇ ਵਿੱਚ ਇੱਧਰ ਉੱਧਰ ਤੁਰਿਆ ਫਿਰਦਾ, ਰੋਟੀਆਂ ਖਾਣ ਵਾਲਾ ਸੀ। ਰਲ ਕਹੂੰ ਤੁਰੇ ਉਸ ਸੰਤਨ ਨਾਲ। ਕਹਿੰਦੇ ਪਰ ਕਦੇ ਇਹਦੇ ਕਰਮ ਚੰਗੇ ਜਾਗੇ ਤੇ ਕੋਈ ਸੰਤ ਮਹਾਤਮਾ ਦੀ ਮੰਡਲੀ ਆਈ ਤੇ ਉਹਨਾਂ ਮਹਾਤਮਾ ਦੀ ਮੰਡਲੀ ਦੇ ਨਾਲ ਤੁਰ ਕੇ, ਜਿਵੇਂ ਸਾਧੂਆਂ ਦਾ ਮਤਾ ਹੁੰਦਾ ਹੈ ਵੀ ਕਿਸੇ ਨਾ ਕਿਸੇ ਤੀਰਥ ਤੇ ਜਾਣਾ, ਕਿਤੇ ਨਾ ਕਿਤੇ ਜਾ ਕੇ ਹੋਸ਼ ਕਰਨੀ, ਏਦਾਂ ਜਾ ਕੇ ਤੇ ਦਰਸ਼ਨ ਮੇਲੇ ਕਰਨ ਲੱਗ ਪਿਆ। ਬਹੁਤ ਸੈਲਿਅਸ ਪ੍ਰਥਮ ਕਰਿਓ। ਏਦਾਂ ਕਹਿੰਦੇ ਵੀ ਪਹਿਲਾਂ ਬੜੇ ਤੀਰਥਾਂ ਦੀ, ਧਾਰਮਿਕ ਸਥਾਨਾਂ ਦੀ ਸੈਰ ਕੀਤੀ ਜਾ ਕਰਕੇ, ਤੇ ਮਹਾਰਾਜ ਜੀ ਪਹਿਲਾਂ ਕੋਈ ਰਿਧੀ ਸਿੱਧੀ ਨਹੀਂ ਸੀ, ਪਰ ਸੰਤਾਂ ਸਾਧੂਆਂ ਦੀ ਮੰਡਲੀ ਦੇ ਵਿੱਚ ਰਲ ਕੇ, ਸੰਤਾਂ ਸਾਧੂਆਂ ਨਾਲ ਮਿਲ ਕੇ ਧਰਮ ਸਥਾਨਾਂ ਤੇ, ਤੀਰਥ ਸਥਾਨਾਂ ਤੇ ਜਾ ਕੇ ਸੈਰ ਕਰਨ ਲੱਗ ਪਿਆ। ਸਿੱਧ ਮੰਤਰੀ ਉਸ ਮਿਲ ਪਰਿਓ। ਜਦੋਂ ਏਦਾਂ ਸਾਧੂਆਂ ਦੀ ਮੰਡਲੀ ਨਾਲ ਕਦੀ ਕਿਸੇ ਤੀਰਥ ਤੇ ਜਾਣਾ, ਕਦੀ ਗੰਗਾ, ਕਦੀ ਹਰਿਦੁਆਰ, ਕਦੀ ਕੁਰਸ਼ੇਤਰ, ਕਦੀ ਕਾਂਸ਼ੀ, ਉਸੇ ਹੀ ਇੱਕ ਅਨੋਣੀਆਂ ਸਿੱਧ ਜਿਹਦੇ ਕੋਲ ਬੜੀਆਂ ਸ਼ਕਤੀਆਂ ਸਨ, ਉਹ ਸਿੱਧ ਮਹਾਰਾਜ ਜੀ ਇਸ ਮਾਧੋ ਦਾਸ ਨੂੰ ਮਿਲਿਆ। ਮਾਧੋ ਦਾਸ ਦਾ ਮਿਲਾਪ ਉਸ ਸਾਧੂ ਦੇ ਨਾਲ ਹੋਇਆ। ਉਸ ਕੀ ਸੇਵ ਬਹੁਤਿਨ ਕਰੀ। ਔਗਣਨਾਥ ਸੀ ਉਹਦਾ ਨਾਮ, ਉਹਨੂੰ ਇਹਨੇ ਗੁਰੂ ਬਣਾ ਲਿਆ ਤੇ ਆਪ ਬਣ ਗਿਆ ਉਹਦਾ ਸੇਵਕ, ਤੇ ਬੜੀ ਭਾਵਨਾ ਦੇ ਨਾਲ ਸੇਵਾ ਕਰਦਾ। ਜੋ ਵੀ ਇਹਦਾ ਔਗਣਨਾਥ ਗੁਰੂ ਇਹਨੂੰ ਹੁਕਮ ਕਰਦਾ, ਇਹ ਉਹੀ ਮੰਨਦਾ। ਪਹਿਲਾ ਨਾਮ ਇਹਦਾ ਲਛਮਣ ਦੇਵ ਸੀ, ਤੇ ਮਹਾਰਾਜ ਜਦੋਂ ਔਗਣਨਾਥ ਦੇ ਕੋਲ ਆਇਆ ਤੇ ਉਹਨੇ ਇਹਦਾ ਨਾਮ ਜਿਹੜਾ ਹੈ ਮਾਧੋ ਦਾਸ ਬੈਰਾਗੀ ਰੱਖ ਦਿੱਤਾ। ਵੈਰਾਗੀ ਪੰਥ ਹੋਣ ਕਰਕੇ ਮਾਧੋ ਦਾਸ ਕਹਿੰਦੇ, ਪਰ ਉਂਝ ਦਾ ਨਾਮ ਨਾਰਾਇਣ ਦਾਸ ਵੀ ਸੀ। ਸੋ ਇਸ ਤਰ੍ਹਾਂ ਇਹਨੇ ਬੜੀ ਸੇਵਾ ਕੀਤੀ, ਬਹੁਤ ਭਾਵਨਾ ਦੇ ਨਾਲ। ਵਿਦਿਆ ਦੇਈ ਇਨਹ ਉਸ ਭਲੇ। ਤੇ ਜਦੋਂ ਵੇਖਿਆ ਨਾ ਵੀ ਇਹ ਮੇਰਾ ਸੇਵਕ ਚੰਗੀ ਸੇਵਾ ਕਰਦਾ, ਵੀ ਮੇਰਾ ਬਚਨ ਮੰਗਦਾ, ਤੇ ਜੈਤ ਰਾਮ ਜੀ ਕਹਿੰਦੇ ਸਤਿਗੁਰੂ ਜੀ ਉਸ ਵੇਲੇ ਫਿਰ ਮਾਧੋ ਦਾਸ ਦੇ ਗੁਰੂ ਨੂੰ, ਇਹ ਮਾਧੋ ਦਾਸ ਨੂੰ ਬੜੀ ਸੋਹਣੀ ਉਹਦੇ ਗੁਰੂ ਨੇ ਵਿਦਿਆ ਬਖਸ਼ੀ, ਬਹੁਤ ਸੋਹਣੀ ਉਹਨੂੰ ਕਲਾ ਬਖਸ਼ੀ, ਬੜਾ ਵਧੀਆ ਗੁਣ ਬਖਸ਼ਤਾ, ਸਿੱਧੀਆਂ ਪ੍ਰਾਪਤ ਕਰਨ ਦਾ ਵੱਲ ਸਿਖਾ ਦਿੱਤਾ। ਕਈ ਪੋਥੀ ਉਹ ਭੇਦ ਦਿਓ ਕੁੱਲ। ਇੱਕ ਪੋਥੀ ਦਿੱਤੀ ਉਹਨੇ ਅਨੂਣੀਏ ਸਾਧੂ ਨੇ, ਜਿਹਦੇ ਵਿੱਚ ਜੰਤਰ ਮੰਤਰ ਤੰਤਰ ਰਿਧੀਆਂ ਸਿੱਧੀਆਂ ਦੀ ਸਾਰੀ ਵਿਦਿਆ ਲਿਖੀ ਹੋਈ ਸੀ। ਇੱਕ ਵਿਦਿਆ ਹੀ ਸੀ, ਜੁਗਤ ਸੀ, ਜਿਹਨੂੰ ਕਮਾਉਣ ਦੇ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਉਹ ਪੋਥੀ ਦੇਤੀ ਤੇ ਨਾਲ ਉਹਨੇ ਭੇਦ ਦੱਸਦਾ ਵੀ ਮਾਧੋ ਦਾਸ, ਇਹ ਜਿਹੜੀ ਪੋਥੀ ਆ ਨਾ, ਇਹਦੇ ਵਿੱਚੋਂ ਤੂੰ ਸਾਰੀਆਂ ਸਿੱਧੀਆਂ ਮੰਤਰ ਤੰਤਰ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਜੁਗਤੀ ਦੇ ਨਾਲ। ਸੋ ਕਰ ਦੇਨੋ ਆਪਣਾ ਤੁਲ। ਇਹ ਤਾਂ ਮਹਾਰਾਜ ਜੀ ਉਹ ਜਿਹੜਾ ਸਾਧੂ ਸੀ ਅਨੂਣੀਆਂ, ਉਹਨੇ ਮਾਧੋ ਦਾਸ ਨੂੰ ਆਪਣੇ ਤੁਲ ਹੀ ਕਰ ਦਿੱਤਾ। ਜਿਵੇਂ ਆਪ ਉਹ ਬੜਾ ਕਰਾਮਾਤੇ, ਆਪ ਬੜਾ ਸ਼ਕਤੀਆਂ ਦਾ ਮਾਲਕ, ਬੜੇ ਮੰਤਰਾਂ ਦਾ ਜਾਣੂ, ਉਸੇ ਤਰ੍ਹਾਂ ਹੀ ਉਹਨੇ ਆਪਣੇ ਸੇਵਕ ਮਾਧੋ ਦਾਸ ਨੂੰ ਆਪਣੇ ਬਰਾਬਰ ਹੀ ਸਮਰੱਥ ਕਰ ਦਿੱਤਾ। ਏਕ ਪੋਥੀ ਕਹੀ ਤਿਨ ਬਾਤ। ਪਰ ਇੱਕ ਗੱਲ ਹੈ ਵੀ ਉਹਨੇ ਪੋਥੀ ਜਦੋਂ ਦਿੱਤੀ ਨਾ, ਜੋ ਉਹ ਸਿੱਧੀਆਂ ਵਾਲੀ ਪੋਥੀ ਜਿਹਦੇ ਵਿੱਚ ਕੁਝ ਜੁਗਤੀਆਂ ਲਿਖੀਆਂ ਸਨ, ਜਿਹੜੀ ਵਿਦਿਆ ਪੜ੍ਹ ਕੇ ਸ਼ਕਤੀਆਂ ਹੁੰਦੀਆਂ, ਜਦੋਂ ਉਸ ਸਾਧੂ ਨੇ ਮਾਧੋ ਦਾਸ ਨੂੰ ਪੋਥੀ ਦਿੱਤੀ ਤੇ ਨਾਲ ਉਹਨੇ ਇਹ ਗੱਲ ਵੀ ਕਹੇ, ਜਗਤ ਘਰੇ ਨਾ ਬਹੁ ਵਿਖਿਆਤ। ਕਹਿਣ ਲੱਗਾ ਮਾਧੋ ਦਾਸ ਇਹ ਪੋਥੀ ਲੈ ਲੈ, ਇਹਦੇ ਵਿੱਚੋਂ ਤੈਨੂੰ ਸਾਰਾ ਕੁਝ ਪ੍ਰਾਪਤ ਹੋਵੇਗਾ। ਇਹਦੇ ਨਾਲ ਆਪਣੇ ਕੰਮ ਕਰੀ ਜਾ, ਜੋ ਤੈਨੂੰ ਜਿੰਨਾ ਤੇਰੀ ਲੋੜ ਹੈ ਵਰਤੀ ਜਾ, ਇਹਦੀਆਂ ਸਿੱਧੀਆਂ ਕਮੀ ਕੋਈ ਨਹੀਂ ਆਏਗੀ। ਪਰ ਇੱਕ ਧਿਆਨ ਰੱਖੀ ਵੀ ਇਹ ਗੱਲ ਜਗਤ ਵਿੱਚ ਪ੍ਰਗਟ ਨਾ ਕਰੇ। ਲੋਕਾਂ ਨੂੰ ਰੌਲਾ ਪਾ ਕੇ ਨਾ ਦੱਸਣ ਲੱਗ ਪਈ ਵੀ ਮੇਰੇ ਕੋਲ ਆਹ ਸ਼ਕਤੀਆਂ ਵਾਲੀ ਪੋਥੀ ਹੈ, ਮੇਰੇ ਕੋਲ ਆਹ ਕਰਾਮਾਤਾਂ ਨੇ, ਆਹ ਰਿਧੀਆਂ ਸਿੱਧੀਆਂ ਨੇ, ਕਹਿੰਦੇ ਵੀ ਇਹ ਦੁਨੀਆ ਨੂੰ ਵਿਖਾਉਣ ਨਾ ਲੱਗ ਪਵੇਂ। ਗੋਪ ਰਹਿ ਤੋ ਰਹਿ ਪਾਸ। ਅੱਜ ਇਹ ਗੁਪਤ ਰੱਖੇਗਾ ਇਹ ਪੋਥੀ ਨੂੰ, ਆਪਣੀਆਂ ਇਹ ਕਰਾਮਾਤਾਂ ਨੂੰ, ਇਹ ਮੰਤਰਾਂ ਨੂੰ, ਇਹ ਜੰਤਰਾਂ ਨੂੰ, ਤਾਂ ਪੋਥੀ ਵੀ ਤੇਰੇ ਕੋਲ ਰਹੇਗੀ ਤੇ ਸ਼ਕਤੀਆਂ ਵੀ ਤੇਰੇ ਕੋਲ ਰਹਿਣਗੀਆਂ, ਤੇਰਾ ਪ੍ਰਤਾਪ ਰਹੇਗਾ। ਪ੍ਰਗਟ ਕਰਾਂ ਤੋ ਲਹਿ ਜਾਏ ਸਾਸ। ਤੇ ਮਹਾਰਾਜ ਜੀ ਉਹ ਅਨੂਣੀਏ ਸਾਧੂ ਨੇ ਮਾਧੋ ਦਾਸ ਨੂੰ ਇਹ ਗੱਲ ਕਹੀ ਵੀ ਜੇ ਤੇ ਰੱਖੇਗਾ ਸ਼ਕਤੀਆਂ ਗੁਪਤ, ਫੇਰ ਤਾਂ ਤੂੰ ਬੜਾ ਕੁਝ ਲੈ ਜਾਏਗਾ, ਵਰਤੀ ਜਾ, ਜੋ ਚਾਹੀਦਾ ਲਈ ਜਾ, ਪਰ ਜਦੋਂ ਪ੍ਰਗਟ ਕਰੇਗਾ ਤੇ ਤੇਰੀ ਜਾਨ ਵੀ ਜਾ ਸਕਦੀ ਹੈ। ਪੋਥੀ ਵੀ ਜਾਓ, ਸ਼ਕਤੀਆਂ ਵੀ ਜਾਣਗੀਆਂ, ਤੇ ਜਾਣ ਤੋਂ ਵੀ ਹੱਥ ਧੋ ਬੈਠੇਗਾ। ਦੋਹਰਾ ਗੜ ਨਾਰੀ ਮਾਇਆ ਤੁਰਾ ਸ਼ਸਤਰ ਪਾਰਸ ਜੋਏ। ਮਹਾਰਾਜ ਜੀ ਉਹਦੇ ਗੁਰੂ ਨੇ ਇਹਨੂੰ ਸਮਝਾਇਆ ਵੀ ਰਾਜਿਆਂ ਦਾ ਰਾਜ ਹੈ, ਕਿਉਂਕਿ ਉਦੋਂ ਰਾਜੇ ਲੋਕ ਹੁੰਦੇ ਸੀ, ਤੇ ਰਾਜੇ ਲੋਕ ਚੰਗੀ ਚੀਜ਼ ਵੇਖ ਕੇ ਤੇ ਮੰਨ ਲੈਂਦੇ ਆ। ਕੋਈ ਚੰਗਾ ਕਿਲਾ ਹੋਵੇ,
ਇਹ ਕਿਸੇ ਦੀ ਚੰਗੀ ਸੋਹਣੀ ਇਸਤਰੀ ਵੇਖ ਲੈਣ ਤਾਂ ਵੀ ਇਹਨਾਂ ਦੇ ਮਨ ਜਿਹੜੇ ਬੇਈਮਾਨ ਹੋ ਜਾਂਦੇ। ਕਿਸੇ ਕੋ ਮਾਇਆ ਹੋਵੇ, ਘੋੜੇ ਹੋਣ, ਸ਼ਸਤਰ ਹੋਣ ਜਾਂ ਪਾਰਸ ਹੋਵੇ, ਪਾਰਸ ਦੀ ਵੱਡੀ ਜਿਹਦੇ ਨਾਲ ਸੁਹਾ ਕੇ 8 ਧਾਤਾਂ ਸੋਨਾ ਬਣ ਜਾਂਦੀਆਂ। ਵੀ ਇਹੋ ਜਿਹੀ ਕੋਈ ਕੀਮਤੀ ਵਸਤੂ ਕਿਸੇ ਕੋ ਜੇ ਵੇਖ ਲੈਣ। ਸਿੱਧ ਔਖ ਦੀ ਮੰਤਰ ਤੰਤਰ ਆਜੋ ਸਿੱਧ ਔਖ ਦੀ ਕਹਿੰਦੇ ਵੀ ਕੋਈ ਔਸ਼ਧੀਆਂ ਦੇ ਜਾਣਨ ਵਾਲਾ ਸਿੱਧ ਹੋਵੇ, ਕੋਈ ਚੰਗਾ ਵੈਦ ਜਿਹੜਾ ਰੋਗਾਂ ਨੂੰ ਜੜੋਂ ਖਤਮ ਕਰਨ ਵਾਲੀਆਂ ਦਵਾਈਆਂ ਕੋਈ ਸਿੱਧ ਕਰੀ ਬੈਠਾ ਹੋਵੇ, ਕੋਈ ਮੰਤਰ ਜਾਣਦਾ ਹੋਵੇ, ਕਿਸੇ ਨੂੰ ਬੋਲ ਕੇ ਵਸ ਕਰ ਲੈਣਾ, ਜਾਂ ਕੋਈ ਤੰਤਰ ਜਾਣਦਾ ਹੋਵੇ, ਧਾਗਾ ਯਾਦ ਕਰਕੇ ਵਸ ਕਰ ਲੈਣਾ। ਕਹਿੰਦੇ ਵੀ ਇਹ ਸਾਰਾ ਕੁਝ ਰਾਜੇ ਲੋਕਾਂ ਨੂੰ ਜੇ ਪਤਾ ਲੱਗ ਜੇ ਤੇ ਉਹ ਖੋਹ ਲੈਂਦੇ ਆ। ਜਿਹਦੇ ਕੋਲ ਕੋਈ ਇਹੋ ਜਿਹੀ ਵਸਤੂ ਹੋਵੇ, ਕੋਈ ਚੰਗਾ ਸ਼ਸਤਰ, ਪਾਰਸ ਦੀ ਵੱਡੀ, ਉਹ ਖੋਹ ਲੈਂਦੇ ਆ ਵੀ ਜੇ ਅਸੀਂ ਇਹਦੇ ਕੋਲ ਰਹਿਣ ਦੀ ਇਹ ਪਾਰਸ ਨਾਲ ਸੋਨਾ ਬਣਾਈ ਜਾਊਗਾ, ਸੋਨਾ ਬਣਾ ਕੇ ਕੋ ਮਾਇਆ ਆਏਗੀ, ਫੌਜਾਂ ਰੱਖ ਲੂਗਾ, ਸਾਡਾ ਰਾਜ ਖੋਊਗਾ ਕੱਲ ਨੂੰ। ਇਸ ਕਰਕੇ ਮਹਾਰਾਜ ਜੀ ਉਹਦੇ ਗੁਰੂ ਨੇ, ਅਨੂਣੀਏ ਸਾਧੂ ਨੇ ਮਾਧੋ ਦਾਸ ਨੂੰ ਸਮਝਾਇਆ ਵੀ ਇਹ ਗੁਪਤੀ ਰੱਖੀ ਤਾਂ ਬਚਾ ਰਹੇਗਾ। ਖੋਹਤ ਰਾਜੇ ਸੋਏ, ਹਾਂਜੀ, ਖੋਹਤ ਰਾਜੇ ਸੋਏ। ਕਿਉਂਕਿ ਜਿਹੜੇ ਰਾਜੇ ਲੋਕ ਹੁੰਦੇ ਆ ਇਹੋ ਜਿਹੀਆਂ ਵਸਤੂਆਂ ਕੀਮਤੀ ਵੇਖ ਕੇ ਕਿਸੇ ਦੀਆਂ ਛੱਡਦੇ ਨਹੀਂ, ਖੋਹ ਲੈਂਦੇ ਹਨ। ਚਾਉ ਪਈ ਸਾਹੇ ਪਤ ਸ਼ਾਹੇ ਨ ਛਾਟੈ ਗੈਲ। ਆ ਕੋਈ ਵੱਡਾ ਸ਼ਾਹੂਕਾਰ ਹੋਵੇ, ਕੋਈ ਧਨੀ ਸੇਠ ਹੋਵੇ ਤੇ ਕੋਈ ਪਾਤਸ਼ਾਹ ਹੋਵੇ, ਉਹਨਾਂ ਨੂੰ ਪਤਾ ਲੱਗ ਜਾਏ ਕਿ ਫਲਾਣੇ ਬੰਦੇ ਕੋਲ ਵਿਸ਼ੇਸ਼ ਵਸਤੂ ਆ ਜਿਹੜੀ ਸਾਡੇ ਕੋਲ ਨਹੀਂ ਆ, ਫਿਰ ਉਹ ਪਿੱਛਾ ਨਹੀਂ ਛੱਡਦੇ, ਮਗਰ ਪੈ ਜਾਂਦੇ ਹਨ। ਮਾਰੈ ਤੁਰਤ ਜਿੰਦ ਆਪਣੀ ਭੈਲ। ਉਹ ਆਪਣੀ ਜਿੰਦ ਦਾ ਭੈ ਰੱਖ ਕੇ ਵੀ ਜੇ ਬੰਦੇ ਕੋਲ ਤਾਕਤ ਰਹੀ ਤੇ ਕੱਲ ਨੂੰ ਇਹ ਸਾਡੇ ਲਈ ਖਤਰਾ ਹੋਊਗਾ, ਸਾਡਾ ਰਾਜ ਖੋਊਗਾ, ਸਾਡੇ ਤਖਤ ਤੇ ਬਹੂਗਾ। ਜਿਹਦੇ ਕੋ ਕਰਾਮਾਤ ਹੈ ਕਿਵੇਂ ਨਹੀਂ ਇਹ ਸਾਡੇ ਰਾਜ ਨੂੰ ਖੋਹਣ ਦੀ, ਪਾਤਸ਼ਾਹੀ ਨੂੰ ਖੋਹਣ ਦਾ ਯਤਨ ਕਰੂਗਾ। ਇਸ ਕਰਕੇ ਉਹ ਆਪਣੀ ਜਿੰਦ ਬਚਾਉਣ ਦੇ ਵਾਸਤੇ ਉਹ ਬੰਦੇ ਨੂੰ ਮਾਰ ਦਿੰਦੇ ਨੇ ਜਿਹਦੇ 'ਚ ਕੋਈ ਵਿਸ਼ੇਸ਼ਤਾਈ ਹੋਵੇ। ਏਦਾਂ ਮਾਧੋ ਦਾਸ ਵੈਰਾਗੀ ਦਾ ਗੁਰੂ ਉਹਨੂੰ ਸਮਝਾ ਰਿਹਾ ਏ। ਉਹ ਜਾਣੈ ਜੈ ਲੈ ਜਗ ਪਤਸ਼ਾਹੀ। ਕਿਉਂਕਿ ਉਹ ਇਹ ਜਾਣਦੇ ਆ ਵੀ ਇਹ ਜਿਹੜਾ ਬੰਦਾ ਇਹ ਕਿਸੇ ਦਿਨ ਸਾਡੇ ਰਾਜ ਲਈ ਖਤਰਾ ਬਣੂਗਾ, ਵੀ ਇਹਦੇ ਕੋਲ ਕਰਾਮਾਤ ਹੈ, ਮੰਤਰ ਮਾਰ ਕੇ ਕੋਈ ਤੰਤਰ ਕਰਕੇ ਏਦਾਂ ਨਾ ਹੋਵੇ ਵੀ ਸਾਡਾ ਤਖਤ ਖੋਹਦਾ ਹੋਵੇ, ਸਾਡੀ ਪਾਤਸ਼ਾਹੀ ਖੋਹ ਲਵੇ। ਕਰਾਮਾਤ ਹੈ ਜਿਸ ਕੇ ਪਾਹੀ। ਜਿਹਦੇ ਕੋਲ ਕੋਈ ਕਰਾਮਾਤ ਹੈ ਵੀ ਉਹ ਚੁੱਪ ਕਰਕੇ ਥੋੜਾ ਬੈਠੂਗਾ, ਆਪਣੀ ਕਰਾਮਾਤ ਦੇ ਨਾਲ, ਸ਼ਕਤੀ ਦੇ ਨਾਲ ਆਪਣਾ ਰਾਜ ਖੋਵੇਗਾ ਸਾਡਾ। ਏਦਾਂ ਰਾਜੇ ਲੋਕ ਜਾਂ ਵੱਡੇ ਸ਼ਾਹੂਕਾਰ ਲੋਕ ਸੋਚ ਕੇ ਤੇ ਡਰ ਜਾਂਦੇ ਨੇ। ਘਰ ਹੀ ਬੈਠੇ ਦੇਵ ਮਾਰ। ਉਹ ਏਦਾਂ ਸਲਾਹ ਕਰਦੇ ਆ ਵੀ ਜਿਹੜਾ ਫਲਾਨਾ ਬੰਦਾ ਹੈ ਨਾ ਜਿਹਦੇ ਕੋਲ ਸ਼ਕਤੀਆਂ ਨੇ, ਜੇ ਪਤਾ ਲੱਗ ਜੇ ਵੀ ਉਹਨੇ ਕਿਹੜਾ ਫੌਜ ਲੈ ਕੇ ਆਉਣੀ ਹੈ, ਵੀ ਕੋਈ ਰਾਜਾ ਚੜ ਕੇ ਆਊਗਾ ਤੇ ਸਾਡੇ ਤੇ ਫੌਜ ਲਿਆਊਗਾ, ਪਰ ਉਹਨੇ ਤੇ ਘਰੋਂ ਬੈਠਿਆਂ ਹੀ ਮੰਤਰ ਮਾਰ ਕੇ, ਕੋਈ ਯੰਤਰ ਮਾਰ ਕੇ ਉੱਥੋਂ ਹੀ ਸਾਨੂੰ ਮਾਰ ਦੇਣਾ, ਖਤਮ ਕਰ ਦੇਣਾ ਏ। ਜੈ ਇਸ ਭੈ ਤੇ ਵਹਿ ਕਰੇ ਖੁਵਾਰ। ਆ ਕਹਿੰਦੇ ਵੀ ਇਸ ਭੈ ਕਰਕੇ ਨਾ ਯਹ ਇਸ ਭੈ ਤੇ ਪਰਾਂ ਨੂੰ ਕਰਨਾ ਸੀਗਾ, ਯਹ ਇਸ ਭੈ ਤੇ ਵਹਿ ਕਰੇ ਖੁਵਾਰ। ਇਸ ਕਰਕੇ ਉਹ ਡਰਦੇ ਮਾਰੇ ਹੋਏ ਜਿਹੜੇ ਨੇ ਨਾ, ਕੋਈ ਕਰਾਮਾਤੀ ਹੋਵੇ, ਕੋਈ ਰਿਧੀਆਂ ਸਿੱਧੀਆਂ, ਕੋਈ ਸ਼ਕਤੀਆਂ ਵਾਲਾ ਹੋਵੇ, ਉਹਨੂੰ ਖੁਆਰ ਕਰਦੇ, ਕਹਿੰਦੇ ਲਿਆਓ ਘਰੋਂ ਚੁੱਕ ਕੇ, ਕੈਦ ਕਰ ਲੈਂਦੇ ਆ, ਬੰਨ ਲੈਂਦੇ ਆ, ਜੇਲ੍ਹ ਦੇ ਵਿੱਚ ਸੁੱਟ ਦਿੰਦੇ ਨੇ। ਪਰ ਚਾਹੇ ਵੈ ਨਿਜ ਹੱਥ ਲਿਓ। ਕਿਉਂਕਿ ਉਹ ਚਾਹੁੰਦੇ ਆ ਵੀ ਜੇ ਕਿਸੇ ਕੋਲ ਕੋਈ ਸ਼ਕਤੀ ਹੈ, ਕਿਸੇ ਕੋਲ ਕੋਈ ਇਹੋ ਜਿਹੀ ਕਿਤਾਬ ਹੈ ਜਿਹਦੇ ਵਿੱਚ ਸ਼ਕਤੀਆਂ, ਕੋਈ ਰਿਧੀਆਂ ਸਿੱਧੀਆਂ ਦੀ ਗੱਲ ਹੋਵੇ, ਜਾਂ ਕਿਸੇ ਕੋਲ ਕੋਈ ਕੀਮਤੀ ਗੁਣ ਹੈ, ਇਹਦੇ ਕੋ ਖੋ ਕੇ ਤੇ ਅਸੀਂ ਆਪਣੇ ਵਸ ਕਰ ਲਈਏ। ਸ਼ਰੀਕਨ ਜਿਮੁਸ ਮਾਰਨ ਕੀਓ। ਕਿਉਂਕਿ ਸ਼ਰੀਕ ਬਣ ਜਾਂਦੇ ਨੇ ਨਾ ਉਹਨਾਂ ਨੂੰ, ਰਾਜੇ ਲੋਕਾਂ ਨੂੰ ਫਿਰ ਇਹ ਡਰ ਹੁੰਦਾ ਏ ਵੀ ਇਹ ਕੱਲ ਨੂੰ ਸਾਡੀ ਬਰਾਬਰੀ ਕਰੂਗਾ, ਵੀ ਇਹ ਸਾਡੇ ਤੋਂ ਡਰੂਗਾ ਨਹੀਂ, ਇਹ ਆਪਣਾ ਪ੍ਰਤਾਪ ਵਿਖਾਊਗਾ, ਮੱਥੇ ਟਿਕਾਊਗਾ। ਜਿਸ ਕਰਕੇ ਉਹਨੂੰ ਸ਼ਰੀਕਾਂ ਦੀ ਨਿਆਈ ਜਾਣ ਕੇ, ਆਪਣਾ ਵੈਰੀ ਜਾਣ ਕੇ ਮਾਰ ਦਿੰਦੇ ਨੇ। ਪ੍ਰਭ ਸੁਣਿਓ ਪੋਥੀ ਕੋ ਨਾਮ। ਜੈਤ ਰਾਮ ਗੁਰੂ ਕਲਗੀਧਰ ਜੀ ਨੂੰ ਸੁਣਾ ਰਿਹਾ ਹੈ। ਕਹਿੰਦਾ ਏਦਾਂ ਮਹਾਰਾਜ ਮਾਧੋ ਦਾਸ ਦੇ ਗੁਰੂ ਨੇ ਉਹਨੂੰ ਸਮਝਾਇਆ ਵੀ ਇਹ ਗੁਪਤ ਰੱਖੀ, ਤੈਨੂੰ ਸ਼ਕਤੀ ਬੜੀ ਤਗੜੀ ਦੇ ਚੱਲਿਆ ਤੇ ਆਪਣਾ ਕੰਮ ਚਲਾਉਂਦਾ ਰਹੀ, ਪਰ ਕਿਸੇ ਨੂੰ ਨਾ ਵਿਖਾਵੀਂ। ਇਹ ਗੱਲ ਦੇ ਕੇ, ਸਿੱਖਿਆ ਦੇ ਕੇ ਤੇ ਉਹ ਚੜ੍ਹਾਈ ਕਰ ਗਿਆ। ਪੋਥੀ ਇਹਨੂੰ ਦੇ ਗਿਆ ਜਿਹਦੇ ਵਿੱਚ ਐਸੀ ਵਿਦਿਆ ਲਿਖੀ ਹੋਈ ਸੀ, ਸਿੱਧੀਆਂ ਕੌਤਕ ਕਰਨੇ, ਲੋਕਾਂ ਨੂੰ ਵਸ ਕਰਨਾ, ਕਰਾਮਾਤਾਂ ਪ੍ਰਾਪਤ ਕਰਨੀਆਂ, ਉਹ ਸਾਰੀ ਵਿਦਿਆ ਹੈ। ਇਹ ਤਾਂ ਮਹਾਰਾਜ ਉਹਨੂੰ ਜਿੱਦਾਂ ਕਿਹਾ ਇਹ ਗੱਲ ਹੈ। ਹੁਣ ਉਹ ਪੋਥੀ ਦਾ ਨਾਮ ਸੁਣੋ ਤੇ ਪੋਥੀ ਦੇ ਵਿੱਚ ਕਿਹੜੀ ਕਿਹੜੀ ਵਿਦਿਆ ਹੈ ਜਿਹਨੂੰ ਸਿੱਧ ਕੀਤਾ ਹੋਇਆ ਸੀ ਮਾਧੋ ਦਾਸ ਨੇ, ਉਹ ਦੱਸਦੇ ਨੇ।
ਸਿੱਧ ਅਨੁਣੀਆਂ ਮੰਤਰਣ ਥਾਮ ਆ ਕਹਿੰਦੇ ਵੀ ਜਿਹੜਾ ਅਨੁੜੀਆਂ ਸਿੱਧ ਸੀ ਨਾ ਇਹਦਾ ਮਾਧੋ ਦਾਸ ਦਾ ਜਿਹੜਾ ਗੁਰੂ ਸੀ ਔਗਣਨਾਥ, ਉਹਨੇ ਇਹ ਪੁਸਤਕ ਲਈ ਸੀ ਆਪਣੇ ਅੱਗੇ ਗੁਰੂ ਦੇ ਕੋਲੋਂ। ਇਹ ਤੇ ਮੰਨੋ ਵੀ ਸਾਰੀਆਂ ਜਿਹੜੀਆਂ ਸ਼ਕਤੀਆਂ ਦਾ, ਮੰਤਰਾਂ, ਜੰਤਰਾਂ, ਤੰਤਰਾਂ, ਕਰਾਮਾਤਾਂ ਦਾ ਕਹਿੰਦੇ ਘਰ ਸੀ ਪੋਥੀ। ਇਹਦੇ ਵਿੱਚ ਐਸੀ ਵਿਦਿਆ ਰੱਖੀ ਸੀ ਵੀ ਜਿਹਨੂੰ ਪੜ੍ਹ ਕੇ ਤੇ ਸਾਰਾ ਕੁਝ ਹੀ ਪ੍ਰਾਪਤ ਹੋ ਜਾਵੇ। ਉਹ ਤੋਂ ਗੋਰਖ ਕੋ ਚੇਲਾ ਖਾਸ ਤੇ ਉਹ ਕੋਈ ਗੋਰਖਨਾਥ ਦਾ ਚੇਲਾ ਸੀ, ਇੱਕ ਅਨੁਣੀਆਂ ਸਿੱਧ ਜਿਹੜਾ ਬੜੀ ਵੱਡੀ ਲੰਮੀ ਉਮਰ ਉਹਦੀ। ਗੋਰਖਨਾਥ ਬੜਾ ਲੰਮਾ ਸਮਾਂ ਪਹਿਲਾਂ ਹੋ ਗਿਆ ਤੇ ਕਹਿੰਦੇ ਗੋਰਖਨਾਥ ਦਾ ਚੇਲਾ ਸੀ। ਬੜੀ ਕਮਾਈ ਕੀਤੇ ਉਹਨੇ ਤੇ ਬੜੇ ਯਤਨ ਕੀਤੇ, ਬੜੀਆਂ ਸਿੱਧੀਆਂ ਕਮਾਈਆਂ। ਮੈਤ ਕਹੀ ਸਨ ਵੱਡਿਆਂ ਪਾਸ ਤੇ ਉਹਨੇ ਜਿਹੜੇ ਗੋਰਖਨਾਥ ਆਦਿਕ ਜਾਂ ਹੋਰ ਵੱਡਿਆਂ ਦੇ ਕੋਲੋਂ ਮਹਿਮਾ ਸੁਣ ਕੇ ਵੀ ਆਹ ਲਿਖਣ ਦੇ ਨਾਲ ਇਹਨੂੰ ਸਿੱਧ ਕੀਤਿਆਂ ਆਹ ਸ਼ਕਤੀ ਮਿਲੂਗੀ, ਆਹ ਵਿਦਿਆ ਪੜ੍ਹ ਕੇ ਆਹ ਸ਼ਕਤੀ ਮਿਲੂਗੀ। ਉਹਨੇ ਸਾਰੀ ਵਿਦਿਆ ਜੋ ਗੋਰਖ ਕੋ ਸਿੱਖੀ ਜਾਂ ਹੋਰਾਂ ਕੋ ਸਿੱਖੀ ਉਹ ਪੋਥੀ ਵਿੱਚ ਲਿਖ ਦਿੱਤੇ। ਪੋਥੀ ਮੈਥੀ ਵਿਦਿਆ ਸਭ ਇਸ ਤਰ੍ਹਾਂ ਕਹਿੰਦੇ ਵੀ ਜਿਹੜੀ ਪੋਥੀ ਹੈ ਨਾ, ਉਸ ਪੋਥੀ ਦੇ ਵਿੱਚ ਸਭ ਤਰ੍ਹਾਂ ਦੀ ਵਿਦਿਆ ਹੈ, ਕੋਈ ਗੱਲ ਕਹਿਣ ਵਾਲੀ ਨਹੀਂ। ਹਰ ਇੱਕ ਚੀਜ਼ ਪੋਥੀ ਦੇ ਵਿੱਚੋਂ ਪ੍ਰਾਪਤ ਹੋ ਜਾਂਦੀ ਸੀ। ਜੋ ਜਗ ਮੈਂ ਹੋਤੀ ਅਲੱਪ ਜਿਹੜੀਆਂ ਵਸਤੂਆਂ ਜਗ ਦੇ ਵਿੱਚ ਅਲੱਭ ਸਨ, ਦੁਨੀਆ ਦੇ ਵਿੱਚ ਕਿਤੇ ਪਾਤਸ਼ਾਹ ਜਾਂ ਰਾਜੇ ਲੋਕਾਂ ਨੂੰ ਵੀ ਪ੍ਰਾਪਤ ਨਾ ਹੋਣ, ਉਹ ਪੋਥੀ ਦੀ ਵਿਦਿਆ ਪੜ੍ਹ ਕੇ ਕੋਈ ਉਹਦੀ ਸਿੱਧੀ ਕਰਕੇ ਅਭਿਆਸ ਕਰਕੇ ਉਹ ਅਲੱਭ ਵਸਤੂਆਂ ਨਾ ਲੱਭੀਆਂ ਜਾਣ ਵਾਲੀਆਂ ਵਸਤੂਆਂ ਜਿਹੜੀਆਂ ਨੇ ਨਾ ਉਹ ਵੀ ਲੱਭ ਜਾਂਦੀਆਂ ਸਨ। ਮੰਤਰਣ ਵਿਦਿਆ ਤੰਤਰਣ ਸਾਰ ਇਦਾਂ ਮਾਧੋ ਦਾਸ ਵੈਰਾਗੀ ਨੇ ਕੀ ਕੀ ਸਿੱਖਿਆ ਇਹ ਪੋਥੀ ਦੇ ਵਿੱਚ ਕਹਿੰਦੇ ਕੀ ਹੈ। ਮੰਤਰਨ ਵਿਦਿਆ, ਮੰਤਰ ਹੁੰਦਾ ਹੈ ਜਿਹੜਾ ਮੂੰਹ ਦੇ ਦੁਆਰਾ ਪੜ੍ਹਨਾ, ਤੇ ਮੰਤਰ ਪੜ੍ਹ ਕੇ ਕਿਸੇ ਨੂੰ ਆਪਣੇ ਕਾਬੂ 'ਚ ਲੈ ਲੈਣਾ। ਕਹਿੰਦੇ ਮੰਤਰ ਸਿੱਧ ਕਰਨ ਦੀ ਇਹਦੇ ਵਿੱਚ ਵਿਦਿਆ ਸੀ। ਅਤੇ ਤੰਤਰ ਅਨੁਸਾਰ ਮਹਾਰਾਜ ਜੀ ਜਿਹੜੇ ਤੰਤਰ ਹੁੰਦੇ ਆ ਨਾ, ਤੰਤਰ ਕਹਿੰਦੇ ਵੀ ਸਾਧ ਸੰਗਤ ਕੋਈ ਧਾਗੇ ਆਦਿਕ ਵਿੱਚ ਕਹਿੰਦੇ ਵੀ ਸ਼ਕਤੀ ਭਰ ਦੇਣੀ। ਅੱਜ ਕੱਲ੍ਹ ਤਾਂ ਇਹਨਾਂ ਚੀਜ਼ਾਂ ਦੇ ਨਾਮ ਤੇ ਬਹੁਤ ਲੋਟੀ ਮਚੀ ਹੋਈ ਹੈ। ਪਹਿਲੇ ਸਮਿਆਂ 'ਚ ਵਿਦਿਆ ਇਹ ਹੁੰਦੀ ਸੀ, ਪਰ ਗੁਰੂ ਮਹਾਰਾਜ ਦੇ ਗੁਰੂ ਦੇ ਸਿੱਖਾਂ ਨੇ ਪ੍ਰਮਾਣ ਨਹੀਂ ਕੀਤੀ। ਇਹ ਕੇਵਲ ਇੱਕ ਦੱਸ ਰਹੇ ਨੇ ਵੀ ਮਾਧੋ ਦਾਸ ਵਿੱਚ ਕਿਹੜੀਆਂ ਸ਼ਕਤੀਆਂ ਸਨ, ਜਿਹਨੂੰ ਕਲਗੀਧਰ ਮਹਾਰਾਜ ਸਾਹਿਬ ਨੇ ਜਾਂਦੇ ਹੀ ਆਪਣੇ ਚਰਨੀ ਪਾ ਲਿਆ। ਉਹਦੇ ਕੋਲ ਮੰਤਰ ਸਿੱਧੀ ਸੀ, ਮੁਖ ਦੇ ਦੁਆਰਾ ਜੋ ਕਿਸੇ ਨੂੰ ਕਹੇ ਉਹ ਵਸ ਕਰ ਸਕਦਾ। ਧਾਗੇ ਦੇ ਵਿੱਚ ਤਾਕਤ ਭਰ ਕੇ ਤੇ ਧਾਗੇ ਰਾਹੀਂ ਕਿਸੇ ਨੂੰ ਕਾਬੂ ਕਰ ਸਕਦਾ ਸੀ। ਜੰਤਰ ਜੁਗਤ ਮਹੂਰਤ ਵਾਰ ਅਤੇ ਫਿਰ ਅੱਗੇ ਜੰਤਰ ਕਰਨਾ, ਕੋਈ ਕਾਗਜ਼ ਤੇ ਲਿਖ ਕੇ ਦੇ ਦੇਣਾ, ਤੇ ਜਾਂ ਕੋਈ ਕਿਹੜਾ ਵਾਰ ਜਾਂ ਕਿਹੜਾ ਮਹੂਰਤ ਹੈ, ਕਦੋਂ ਕੀ ਕੰਮ ਕਰਾਂਗੇ ਤੇ ਸਾਡਾ ਸਫਲਾ ਹੋਊਗਾ। ਇਹ ਹਰ ਇੱਕ ਗੱਲ ਦੀ ਡਿਟੇਲ ਉਸ ਅਨੁਣੀਏ ਸਾਧੂ ਨੇ ਪੋਥੀ ਦੇ ਵਿੱਚ ਲਿਖੀ ਸੀ, ਜਿਹੜੀ ਮਾਧੋ ਦਾਸ ਕੋਲ ਹੈ। ਤੇ ਇਹਨੇ ਪੜ੍ਹ ਕੇ ਉਹ ਸਾਰੀਆਂ ਸ਼ਕਤੀਆਂ ਹਾਸਲ ਕੀਤੀਆਂ ਨੇ। ਪਾਰਸ ਲੱਭਣ ਰਸਾਇਣ ਕਾਰ ਇਹਦੇ ਵਿੱਚ ਵਿਦਿਆ ਹੈ। ਕਹਿੰਦੇ ਵੀ ਜਦੋਂ ਵਿਦਿਆ ਨੂੰ ਪੜ੍ਹ ਲੈਣਾ ਤੇ ਜਿਹੜੀ ਪਾਰਸ ਦੀ ਵੱਟੀ ਹੈ ਨਾ, ਪਾਰਸ ਦੀ ਵੱਟੀ ਇੱਕ ਪੱਥਰ ਹੀ ਹੈ। ਇਹਦੇ ਨਾਲ ਛੋ ਕੇ 8 ਧਾਤਾਂ ਸੋਨਾ ਬਣ ਜਾਂਦੀਆਂ ਨੇ। ਤੇ ਪਾਰਸ ਦੀ ਵੱਟੀ ਜਿਹੜੀ ਆ ਉਹ ਲੱਭਣ ਦੇ ਵਾਸਤੇ ਵੀ ਕਿਵੇਂ ਪਤਾ ਲੱਗੇ ਵੀ ਉਹ ਵੱਟੀ ਕਿੱਥੇ ਪਈ ਹੈ, ਕਿੱਥੋਂ ਪ੍ਰਾਪਤ ਹੋਵੇ। ਇਹ ਕਹਿੰਦੇ ਪੋਥੀ ਜੈਸੀ ਵਿਦਿਆ ਸੀ ਵੀ ਉਹਨੂੰ ਪੜ੍ਹਨ ਦੇ ਨਾਲ ਪਾਰਸ ਦੀ ਵੱਟੀ ਲੱਭ ਜਾਂਦੀ ਸੀ। ਅਤੇ ਰਸਾਇਣ ਇਹ ਇੱਕ ਤਰ੍ਹਾਂ ਦੀ ਕਲਾ ਹੀ ਹੈ, ਜੜੀ ਬੂਟੀਆਂ ਮਾਰ ਕੇ ਧਾਤਾਂ ਦੇ ਨਾਲ ਮਿਲਾ ਕੇ ਤੇ ਸੋਨਾ ਵੀ ਬਣਾ ਲੈਂਦੇ ਸਨ। ਤੇ ਰਸਾਇਣ ਦੇ ਨਾਲ ਜਿਹੜਾ ਕੋਈ ਖਾਂਦਾ ਸੀ ਉਹਦੀ ਉਮਰ ਲੰਮੀ ਹੁੰਦੀ, ਉਹਦੇ ਸਰੀਰ ਦੇ ਵਿੱਚ ਬਲ ਭਰਦਾ, ਉਹਦੀ ਦੇਹ ਅਰੋਗ ਰਹਿੰਦੀ। ਇਦਾਂ ਦੇ ਰਸਾਇਣ ਬਣ ਜਾਂਦੇ ਸਨ। ਇਹ ਵੀ ਵਿਦਿਆ ਇਸ ਪੋਥੀ ਦੇ ਵਿੱਚ ਲਿਖੀ ਹੋਈ ਹੈ। ਨਾਗਾ ਸਜਣੇ ਔਸਤ ਸਾਰ ਸੱਪ ਕਹਿੰਦੇ ਕਿਸੇ ਦੇ ਸੱਜਣ ਨਹੀਂ ਨਾ ਹੁੰਦੇ, ਪਰ ਇਹਦੇ ਵਿੱਚ ਇੱਕ ਇਹੋ ਜਿਹੀ ਵਿਦਿਆ ਸੀ ਵੀ ਜਿਹਨੂੰ ਪੜ੍ਹ ਕੇ ਤੇ ਜਿਹੜੇ ਸੱਪ ਨੇ ਉਹਨਾਂ ਨੂੰ ਵਸ ਕਰ ਲੈਂਦਾ ਸੀ। ਜੇ ਸੱਪ ਦਾ ਕਿਸੇ ਨੂੰ ਜ਼ਹਿਰ ਚੜਿਆ ਹੋਵੇ, ਭਾਵੇਂ ਉਹ ਮਰ ਗਿਆ ਹੈ, ਫੇਰ ਵੀ ਜ਼ਹਿਰ ਲਾ ਕੇ ਜਿਉਂਦਾ ਕੀਤਾ ਜਾ ਸਕਦਾ। ਤੇ ਸੱਪ ਵਰਗੇ ਜਿਹੜੇ ਜਾਨਵਰ ਸੀ, ਜਿਹੜੇ ਕਿਸੇ ਦੇ ਸੱਜਣ ਨਹੀਂ, ਉਹਨਾਂ ਕੋਲ ਕੰਮ ਲਏ ਜਾ ਸਕਦੇ ਨੇ। ਅਤੇ ਸਿੱਧ ਸਾਰ ਤੇ ਸਾਰੀਆਂ ਜਿਹੜੀਆਂ ਸਿੱਧੀਆਂ ਨੇ, ਕਰਾਮਾਤਾਂ ਨੇ, ਸ਼ਕਤੀਆਂ ਨੇ, ਇਸ ਪੋਥੀ ਦੇ ਵਿੱਚੋਂ ਵਿਦਿਆ ਪੜ੍ਹ ਕੇ ਪ੍ਰਾਪਤ ਹੋ ਜਾਂਦੀਆਂ ਸਨ। ਰੁਦਰ ਜਾਲ ਬਿੰਦ ਇੰਦਰ ਜਾਲ ਇਹਦੇ ਵਿੱਚ ਕਹਿੰਦੇ ਇਹ ਵੀ ਲਿਖਿਆ ਸੀ, ਜਿਹੜਾ ਮਾਧੋ ਦਾਸ ਨੇ ਪੜ੍ਹਿਆ ਵੀ ਕਿਵੇਂ ਕਹਿੰਦੇ ਇੰਦਰ ਨੂੰ ਵਸ ਕਰਨਾ ਹੈ। ਇੰਦਰ ਵਰਗੇ ਦੇਵਤੇ ਜਿਹੜੇ ਲੋਕਾਂ ਨੂੰ ਵਸ ਕਰੀ ਫਿਰਦੇ ਸੀ, ਕਹਿੰਦੇ ਵੀ ਇੰਦਰ ਨੂੰ ਕਿਵੇਂ ਵਸ ਕਰਕੇ ਤੇ ਉਹਦੇ ਕੋਲ ਕੰਮ ਲੈਣੇ ਆ।
ਅਤੇ ਰੁਦਰ ਸ਼ਿਵ ਜੀ ਨੂੰ ਵਸ ਕਰਕੇ ਉਹ ਕੋ ਕਿਵੇਂ ਕੰਮ ਲੈਣੇ, ਇਹ ਵੀ ਸਾਰੀ ਵਿਧੀ ਲਿਖੀ ਸੀ ਤੇ ਮਾਧੋ ਦਾਸ ਬੈਰਾਗੀ ਨੇ ਸਿੱਧ ਕੀਤੇ ਸਨ। ਅਦਭੁਤ ਖੇਡ ਔ ਉਡੀਸਾ ਚਾਲ। ਅਦਭੁਤ ਹੀ ਖੇਡਾਂ ਨੇ ਮਹਾਰਾਜ ਇਸ ਪੋਥੀ ਵਿੱਚ ਜਿਹੜਾ ਮੈਂ ਸੁਣ ਕੇ ਆਇਆ ਨਾ, ਕਹਿੰਦੇ ਅਦਭੁਤ ਹੀ ਖੇਡਾਂ ਸ਼ਕਤੀਆਂ ਦਾ ਇਹਦੇ ਵਿੱਚ ਗਿਆਨ ਹੈ। ਉੜੀਸਾ ਦਾ ਜਿਹੜਾ ਮੰਤਰ ਹੈ ਜਾਂ ਬੰਗਾਲ ਢਾਕੇ ਇਸ ਇਲਾਕੇ ਦੇ ਜਿਹੜੇ ਜੰਤਰ ਮੰਤਰ ਸੀ, ਜਿੰਨੇ ਵੀ ਤੰਤਰ ਸਨ, ਉਹ ਸਾਰੇ ਇਸ ਪੋਥੀ ਦੇ ਵਿੱਚ ਲਿਖੇ ਹਨ। ਜਲ ਮੈਂ ਮਿਲਨੋ ਉਪਰ ਜਾਨ। ਇਹਦੇ ਵਿੱਚ ਇਦਾਂ ਦੀ ਵੀ ਵਿਦਿਆ ਵੀ ਜੇ ਉਹਨੂੰ ਸਿੱਧ ਕਰ ਲਵੇ ਤੇ ਸਿੱਧ ਕਰਕੇ ਤੇ ਪਾਣੀ ਦੇ ਵਿੱਚ ਪਾਣੀ ਨੂੰ ਭੋ ਕੇ ਬੰਦਾ ਲੁਕ ਜਾਂਦਾ ਸੀ। ਵੀ ਕਿਸੇ ਕੋਲ ਲੁਕਣਾ ਤੇ ਕਹਿੰਦੇ ਪਾਣੀ ਦੇ ਵਿੱਚ ਪਾਣੀ ਨੂੰ ਭੋ ਕੇ ਲੁਕ ਜਾਣਾ, ਜਾਂ ਪਾਣੀ ਦੇ ਵਿੱਚ ਹੇਠਾਂ ਇੰਨਾ ਚਿਰ ਬੈਠਾ ਰਹਿਣਾ ਜਿੰਨਾ ਚਿੱਤ ਕਰੇ, ਨਹੀਂ ਤੇ ਥੋੜੇ ਚਿਰ ਬਾਅਦ ਸਾਹ ਨਹੀਂ ਆਉਂਦਾ। ਅਤੇ ਇਸੇ ਤਰ੍ਹਾਂ ਉੱਪਰ ਜਾਣ, ਕਿਸੇ ਚੀਜ਼ ਤੇ ਚੜ੍ਹਨਾ ਹੋਵੇ, ਕਿਸੇ ਰੁੱਖ ਤੇ, ਕਿਸੇ ਕੰਧ ਕੋਠੇ ਤੇ, ਕਹਿੰਦੇ ਬਿਨਾਂ ਪੌੜੀ ਲਾਏ ਕਹਿੰਦੇ ਉੱਤੇ ਪਹੁੰਚ ਜਾਈਦਾ ਸੀ, ਉੱਤੇ ਚਲੇ ਜਾਈਦਾ, ਜਾਂ ਪਾਣੀ ਦੇ ਉੱਤੇ ਤੁਰ ਸਕੀਦਾ ਏ। ਇਹਦੇ ਵਿੱਚ ਐਸੀ ਵਿਦਿਆ ਵੀ ਹੈ। ਆਓ ਆਕਾਸ਼ ਬੰਦ ਆਕਾਸ਼ੀ ਉਡਾਨ। ਪੋਥੀ ਦੇ ਵਿੱਚ ਐਸੇ ਵੀ ਸਿੱਧ ਮੰਤਰ ਲਿਖੇ ਸਨ ਜਿਹੜੇ ਮਾਧੋ ਦਾਸ ਨੇ ਆਪਣੇ ਅਭਿਆਸ ਕੀਤਾ, ਜਿਹਦੇ ਨਾਲ ਆਕਾਸ਼ ਨੂੰ ਕਹਿੰਦੇ ਬੰਨ ਲਈਦਾ ਸੀ, ਤਾਰਕਾ ਮੰਡਲ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਈਦਾ ਸੀ, ਤੇ ਜਦੋਂ ਚਿੱਤ ਕਰੇ ਆਕਾਸ਼ ਦੇ ਵਿੱਚ, ਹਵਾ ਦੇ ਵਿੱਚ ਪੰਛੀਆਂ ਦੇ ਵਾਂਗ ਉੱਡ ਸਕਦਾ ਹੈ ਬੰਦਾ। ਅਗਨ ਬੁਝਾਵਣ ਲਾਵਣ ਦਿਦ। ਇਹਦੇ ਵਿੱਚ ਇਹ ਵੀ ਵਿਧੀ ਲਿਖੀ ਹੋਈ ਹੈ, ਕਹਿੰਦੇ ਵੀ ਕਿਤੇ ਅੱਗ ਲੱਗੀ ਹੋਵੇ ਤੇ ਉਹਨੂੰ ਬੁਝਾਉਣਾ ਕਿਵੇਂ ਹੈ, ਬਿਨਾਂ ਪਾਣੀ ਪਾਇਆ। ਇਦਾਂ ਦੇ ਮੰਤਰ ਅਨੂਣੀਆਂ ਪੋਥੀ ਦੇ ਵਿੱਚ ਲਿਖੇ ਸੀ ਜਿਹੜੇ ਮਾਧੋ ਦਾਸ ਬੈਰਾਗੀ ਦੇ ਕੋਲ ਸਨ। ਵੀ ਬਲਦੀ ਹੋਈ ਕਿਤੇ ਜੰਗਲ, ਘਰ, ਕੋਠੇ, ਮਕਾਨ, ਮਹੱਲ, ਕਿਲੇ ਨੂੰ ਲੱਗੀ ਅੱਗ, ਮੰਤਰ ਮਾਰ ਕੇ ਕਿਵੇਂ ਬੁਝਾਉਣੀ ਹੈ, ਅਤੇ ਕਿਸ ਦੇ ਘਰ ਅੱਗ ਲਾਉਣੀ ਕਿਵੇਂ ਹੈ, ਇਹ ਵੀ ਕਹਿੰਦੇ ਲਿਖਿਆ ਸੀ। ਇਦਾਂ ਹੀ ਕਰਦੇ ਸਨ ਪੁਰਾਣੇ ਸਮਿਆਂ 'ਚ। ਕੋਈ ਥੋੜਾ ਬਹੁਤ ਗੁਣ ਸਿੱਖ ਲੈਣਾ, ਕਿਸੇ ਦੇ ਘਰੇ ਜਾ ਕੇ ਅੱਗ ਲਾ ਦੇਣੀ, ਫਿਰ ਬੁਝਾ ਦੇਣੀ। ਕਹਿੰਦੇ ਮੰਨਦੇ ਹੋ ਬਾਬਿਆਂ ਦੀ ਸ਼ਕਤੀ ਨੂੰ? ਲੋਕ ਇੰਨੇ ਜੀ ਵਿਚਾਰੇ ਭਰਮ ਜਾਂਦੇ ਸਨ। ਕਹਿੰਦੇ ਵੀ ਉਹ ਪੋਥੀ ਦੇ ਵਿੱਚ ਇਹ ਵੀ ਸਿੱਧੀਆਂ ਲਿਖੀਆਂ ਜਿਹੜੀਆਂ ਮਾਧੋ ਦਾਸ ਨੇ ਸਾਰੀਆਂ ਸਿੱਧ ਕੀਤੀਆਂ ਨੇ। ਵਿੱਚ ਵੜ ਖੜਨ ਖਾਵਨ ਸਿੱਧ। ਫਿਰ ਬਲਦੀ ਅੱਗ ਦੇ ਵਿੱਚ ਖਲੋ ਜਾਣਾ ਤੇ ਅੱਗ ਸਾੜੇ ਨਾ, ਇਹ ਵੀ ਵਿਦਿਆ ਇਸ ਪੋਥੀ 'ਚ ਲਿਖੀ ਸੀ। ਤੇ ਬਲਦੇ ਹੋਏ ਅੰਗਿਆਰ ਕੌਲਿਆਂ ਨੂੰ ਖਾ ਜਾਣਾ ਤੇ ਖਾਦਿਆਂ ਮੂੰਹ ਨਾ ਸੜੇ, ਲੋਕ ਵੇਖ ਕੇ ਹੈਰਾਨ ਹੋ ਜਾਣ। ਇਹੋ ਜਿਹੀ ਵਿਦਿਆ ਵੀ ਇਸ ਪੋਥੀ ਦੇ ਵਿੱਚ ਹੈ। ਜਿਸੈ ਜਾਪ ਕੇ ਜਪੇ ਤੇ ਬਚਨ ਸਿੱਧੀ ਹੋਏ ਜਾਏ। ਮਹਾਰਾਜ ਜੀ ਉਹ ਜਿਹੜੀ ਮਾਧੋ ਦਾਸ ਨੂੰ ਦਾ ਗੁਰੂ ਪੋਥੀ ਦੇ ਕੇ ਗਿਆ, ਉਹਦੇ ਵਿੱਚ ਇਦਾਂ ਦੇ ਵੀ ਕੁਝ ਜਾਪ ਲਿਖੇ ਸਨ ਜਿਨ੍ਹਾਂ ਦਾ ਅਭਿਆਸ ਕਰਨ ਦੇ ਨਾਲ ਵਾਕ ਸਿੱਧੀ ਹੋ ਜਾਂਦੀ ਹੈ। ਵਾਕ ਸਿੱਧੀ ਤੋਂ ਭਾਵ ਵੀ ਜ਼ਬਾਨ ਤੋਂ ਜੋ ਬੋਲੀਏ ਉਸੇ ਵੇਲੇ ਪੂਰਾ ਹੋ ਜਾਂਦਾ ਏ। ਦੁੱਧ ਪੁੱਤ ਧਨ ਲਛਮੀ ਜਿਸੈ ਚਾਹੇ ਲਏ ਦਵਾਏ। ਜੇ ਕੋਈ ਦੁੱਧ ਦਾ ਚਾਹਵਾਨ ਹੈ, ਬਚਨ ਕਰਾ ਲਵੇ, ਤੇਰੇ ਦੁੱਧ ਦੀਆਂ ਲਹਿਰਾਂ ਵਗ ਜਾਣਗੀਆਂ। ਕੋਈ ਪੁੱਤ ਦਾ ਇੱਛਾਵਾਨ ਹੈ, ਕੋਈ ਧਨ ਲక్ష్ਮੀ ਚਾਹੁੰਦਾ ਹੈ। ਗੱਲ ਕਹਿੰਦੇ ਜੋ ਵੀ ਕਹਿੰਦੇ ਕੋਈ ਚਾਹੇ ਲਏ ਦਿਵਾਏ। ਜਿਨੇ ਕੋਈ ਇਹ ਜਾਪ ਨੂੰ ਸਿੱਧ ਕੀਤਾ, ਜਿਹਨੂੰ ਵਾਕ ਸਿੱਧੀ ਹੋਈ ਹੈ, ਉਹਨੇ ਮੁਖੋਂ ਬਚਨ ਨਹੀਂ ਕਰਨਾ ਹੈ, ਉਸੇ ਵੇਲੇ ਉਹ ਚੀਜ਼ਾਂ ਦੁੱਧ ਪੁੱਤ ਦੀਆਂ ਲਹਿਰਾਂ ਲੱਗ ਜਾਂਦੀਆਂ। ਚਾਉ ਪਈ ਭੂਮ ਮਦ ਸਭ ਹੀਦਰ ਸਭ। ਇਹ ਪੋਥੀ ਨੂੰ ਪੜ੍ਹ ਕੇ ਹੀ ਪਤਾ ਲੱਗਦਾ ਸੀ ਵੀ ਜੋ ਧਰਤੀ ਹੈ, ਧਰਤੀ ਦੇ ਵਿੱਚ ਕਿੰਨਾ ਕੁਝ ਹੈ। ਸੋਨੇ ਦੀਆਂ ਖਾਣਾ, ਕੋਲੇ ਦੀਆਂ ਖਾਣਾ, ਲੋਹੇ ਦੀਆਂ ਖਾਣਾ, ਹੀਰਿਆਂ ਦੀਆਂ ਖਾਣਾ, ਸਭ ਕੁਝ ਧਰਤੀ ਵਿੱਚ ਹੀ ਹੈ ਨਾ। ਲੱਭਣਾ ਪੈਂਦਾ ਹੈ, ਬੜੇ ਯਤਨ ਕਰਨੇ ਪੈਂਦੇ। ਜਿਵੇਂ ਕਹਿੰਦੇ ਨਾ ਵੀ ਐਕਸਰਾ ਕਰ ਲਈਦਾ ਹੈ ਤੇ ਪਤਾ ਲੱਗ ਜਾਂਦਾ ਹੈ ਸਾਰਾ ਕੁਝ। ਇਦਾਂ ਦੀ ਅਨੂਣੀਏ ਸਾਧੂ ਨੇ ਜਿਹੜੀ ਪੋਥੀ ਦਿੱਤੀ, ਉਹਦੇ ਵਿੱਚ ਸਿੱਧੀ ਲਿਖੀ ਹੈ ਵੀ ਜਿਹਨੂੰ ਸਿੱਧ ਕਰਕੇ ਧਰਤੀ ਦੇ ਵਿੱਚ ਕੀ ਕੀ ਹੈ ਸਾਰਾ ਕੁਝ ਹੀ ਕਹਿੰਦੇ ਪਤਾ ਲੱਗ ਜਾਂਦਾ। ਲੁਕੀ ਢੁਕੀ ਸਭ ਤੁਰਤ ਮੰਗਾਵਤ। ਕੋਈ ਵਸਤੂ ਕਿਸੇ ਨੇ ਲੁਕਾ ਕੇ ਰੱਖੀ ਹੋਵੇ, ਕਿਸੇ ਨੇ ਢੱਕ ਕੇ ਰੱਖੀ ਹੋਵੇ, ਕਹਿੰਦੇ ਵੀ ਮੰਤਰ ਜਿਹਨੇ ਸਿੱਧ ਕਰ ਲਿਆ ਪੋਥੀ ਦੇ ਵਿੱਚੋਂ ਪੜ੍ਹ ਕੇ, ਬੈਠੇ ਬੈਠੇ ਨੇ ਕਹਿਣਾ ਵੀ ਫਲਾਨੀ ਵਸਤੂ ਮੇਰੇ ਕੋਲ ਆਵੇ ਤੇ ਉੱਥੇ ਹੀ ਪਹੁੰਚ ਜਾਂਦੀ ਸੀ। ਤੇ ਇਹ ਵਿਦਿਆ ਮਾਧੋ ਦਾਸ ਬਾਖੂਬੀ ਵਰਤਦਾ ਸੀ। ਬੂਟੀ ਬੁਲਾਵਣ ਬਣੈ ਜਗਾਵਤ। ਫਿਰ ਇਦਾਂ ਦੀ ਵੀ ਕਹਿੰਦੇ ਵੀ ਇਹ ਪੋਥੀ 'ਚ ਵਿਦਿਆ ਹੈ ਵੀ ਬੂਟੀਆਂ ਨੂੰ ਬੁਲਾਉਣਾ ਕਿਵੇਂ। ਜਿਹੜੀਆਂ ਬੂਟੀਆਂ ਹੁੰਦੀਆਂ ਨੇ ਉਹਨਾਂ ਨੂੰ ਕਹਿਣਾ ਵੀ ਤੂੰ ਬੋਲ ਕੇ ਦੱਸ ਵੀ ਤੇਰੇ 'ਚ ਕੀ ਗੁਣ ਹੈ। ਤੇ ਉਹ ਵਿਦਿਆ ਦੇ ਬਲ ਦੇ ਨਾਲ ਬੂਟੀ ਨੇ ਬੋਲ ਕੇ ਦੱਸਣਾ ਵੀ ਮੈਨੂੰ ਜੇ ਘਸਾ ਕੇ ਲਾਓਗੇ ਜ਼ਖਮ ਰਾਜੀ ਹੋਣਗੇ, ਘੋਲ ਕੇ ਪੀਓਗੇ ਫਲਾਨਾ ਰੋਗ ਠੀਕ ਹੋਏਗਾ। ਇਦਾਂ ਮਾਧੋ ਦਾਸ ਨੇ ਇਹ ਵੀ ਸਿੱਧੀ ਕੀਤੀ ਹੈ ਵੀ ਬੂਟੀਆਂ ਬੋਲ ਕੇ ਦੱਸਣ ਵੀ ਅਸੀਂ ਕਿਹੜੇ ਕਿਹੜੇ ਰੋਗ ਦੇ ਉੱਤੇ ਕੰਮ ਆ ਸਕਦੀਆਂ, ਸਾਨੂੰ ਕਿਵੇਂ ਵਰਤੇ ਤੇ ਕੀ ਮਿਲੇਗਾ, ਸਰੀਰ 'ਚ ਕਿਵੇਂ ਤਾਕਤ ਆਵੇ। ਇਦਾਂ ਬੂਟੀਆਂ ਬੁਲਾਉਣ ਵਾਲੀ ਵਿਦਿਆ ਦੇ ਵਿੱਚ ਲਿਖੀ
ਹੈ। ਬਨਹਿ ਜਗਾਵਣ, ਤੇ ਜੰਗਲ ਨੂੰ ਜਗਾ ਲੈਣਾ। ਜੰਗਲ ਦੇ ਜਿਹੜੇ ਰੁੱਖ ਹੈ ਨਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਪੁੱਛਣਾ ਵੀ ਤੁਸੀਂ ਇੱਥੇ ਕਦੋਂ ਦੇ ਖਲੋਤੇ ਹੋ, ਤੁਹਾਡੇ ਹੁੰਦੇ ਆ ਕਿੰਨੇ ਲੋਕ ਇੱਥੋਂ ਤਾਈਂ ਲੰਘ ਚੁੱਕੇ ਆ, ਫਲਾਨਾ ਕੀ ਗੱਲ ਕਰਦਾ ਸੀ। ਇਹੋ ਜਿਹੀ ਵੀ ਕਹਿੰਦੇ ਜੰਗਲ ਨੂੰ ਜਗਾ ਲੈਣਾ, ਬੂਟੀਆਂ ਨੂੰ ਬੁਲਾ ਲੈਣਾ, ਇਹ ਸਾਰੀ ਵਿਦਿਆ ਇਸ ਪੋਥੀ ਵਿੱਚ ਲਿਖੀ ਹੈ। ਪਾਰਸ ਪਾਰਸ ਬਿਰਧ ਬਣਾਵਣ, ਅਤੇ ਜਿਹੜਾ ਪਾਰਸ ਹੈ ਵੀ ਪਾਰਸ ਦੀ ਵੱਟੀ ਜੇ ਬਣਾਉਣੀ ਹੋਵੇ ਤੇ ਕਿਵੇਂ ਬਣ ਸਕਦੀ ਹੈ, ਰਸਾਇਣ ਬਣਾਉਣਾ ਹੋਵੇ ਤੇ ਕਿਵੇਂ ਬਣ ਸਕਦਾ ਹੈ, ਕਿਉਂਕਿ ਪਾਰਸ ਨਾਲ ਸੋਨਾ ਬਣਦਾ ਹੈ ਤੇ ਰਸਾਇਣ ਦੇ ਨਾਲ ਉਮਰ ਲੰਮੀ ਹੁੰਦੀ ਹੈ। ਇਹ ਸਾਰੀ ਵਿਧੀ ਇਸ ਪੋਥੀ ਦੇ ਵਿੱਚ ਲਿਖੀ ਹੋਈ ਹੈ। ਔਰ ਇਸਤਰੀ ਹੋਵੇ ਮਰਦ, ਇਥੋਂ ਤੀਕਰ ਜੈਤਰਾਮ ਕਹਿੰਦਾ ਸੱਚੇ ਪਾਤਸ਼ਾਹ ਪੋਥੀ 'ਚ ਲਿਖਿਆ ਹੋਇਆ ਹੈ ਵੀ ਜੇ ਵਿਦਿਆ ਸਿੱਧ ਹੋ ਜਾਵੇ ਤੇ ਜਿਹੜਾ ਮਰਦ ਹੈ ਉਹ ਇਸਤਰੀ ਬਣ ਜਾਂਦਾ ਹੈ ਤੇ ਇਸਤਰੀ ਨੂੰ ਮਰਦ ਬਣਾ ਸਕਦਾ ਹੈ ਵਿਦਿਆ ਨੂੰ ਪੜ੍ਹਨ ਵਾਲਾ। ਮਰਦੋਂ ਪੀਸੋ ਇਸਤਰੀ ਕਰਦ, ਜਿਵੇਂ ਇਸਤਰੀ ਤੋਂ ਮਰਦ ਬਣਾਉਂਦੀ ਹੈ ਵਿਦਿਆ, ਐਵੇਂ ਕਹਿੰਦੇ ਵੀ ਮਰਦ ਤੋਂ ਇਸਤਰੀ ਬਣਾ ਦਿੰਦੀ ਹੈ। ਲੁਕੀ ਛਿਪੀ ਪਰ ਚਿਤ ਕੀ ਜਾਣਨ, ਤੇ ਜਿਹੜਾ ਕੋਈ ਪਰਾਇਆ ਬੰਦਾ ਆਇਆ ਸਾਡੇ ਕੋਲ, ਸਾਨੂੰ ਕੀ ਪਤਾ ਹੁੰਦਾ ਵੀ ਉਹਦੇ ਮਨ 'ਚ ਕੀ ਹੈ, ਉਹਦੇ ਅੰਦਰ ਕੀ ਗੱਲ ਲੁਕੀ ਛਿਪੀ ਹੈ, ਵੀ ਇਹ ਸੋਚਦਾ ਕੀ ਹੈ, ਇਹ ਅੰਦਰ ਕੀ ਚਾਹੁੰਦਾ ਹੈ, ਇਹ ਸਾਡੇ ਪੱਖ ਦੀ ਗੱਲ ਕਰਦਾ ਜਾਂ ਅੰਦਰ ਸਾਡੇ ਵਿਰੋਧ ਦੀ ਸੋਚਦਾ ਹੈ, ਉਹਦੇ ਚਿੱਤ ਦੀ ਗੱਲ ਜਾਣ ਲਈ ਦੀ ਇਹੋ ਜਿਹੀ ਵੀ ਵਿਦਿਆ ਇਸ ਪੋਥੀ ਦੇ ਵਿੱਚ ਲਿਖੀ ਹੈ। ਮੋਹਣ ਚਾਟਣ ਤੋੜਨ ਬੁਲਾਵਨ, ਕਿਸੇ ਨੂੰ ਮੋਹ ਕਰ ਲੈਣਾ, ਮੋਹ ਲੈਣਾ, ਮਨ ਆਪਣੇ ਤੇ ਮੋਹ ਲੈਣਾ ਵੀ ਬਸ ਮੇਰੇ ਪਿੱਛੇ ਪਿੱਛੇ ਫਿਰੇ, ਕਿਸੇ ਨੂੰ ਚਾਟਣ ਚੇਟਕ ਲਾ ਦੇਣੀ, ਕਿਸੇ ਦੇ ਅੰਦਰ ਤੜਫ ਲਾ ਦੇਣੀ ਵੀ ਇਹ ਚੈਨ ਦੇ ਨਾਲ ਟਿਕ ਕੇ ਬੈਠੇ ਨਾ, ਜਾਂ ਤੋੜਨ ਬੁਲਾਵਨ, ਤੇ ਜਾਂ ਕਹਿੰਦੇ ਵੀ ਇਹ ਢੰਗ ਦੇ ਨਾਲ ਤੋੜ ਦੇਣਾ ਦੁਨੀਆ ਵਾਲੇ ਪਾਸਿਓਂ ਤੇ ਆਪਣੀ ਮਰਜ਼ੀ ਦੇ ਵਿੱਚ ਉਹਨੂੰ ਤੋੜ ਲੈਣਾ ਵੀ ਮੇਰੀ ਆਗਿਆ ਦੇ ਵਿੱਚ ਤੁਰ, ਜੋ ਮੈਂ ਕਹਾਂ ਉਹੀ ਗੱਲ ਮੰਨ। ਤੇ ਕਿਤੇ ਦੂਰ ਬੈਠਾ ਹੋਵੇ ਉਹਦੇ ਅੰਦਰ ਖਿੱਚ ਪਾ ਦੇਣੀ ਵੀ ਆ ਜਾ ਮੇਰੇ ਕੋਲ, ਏਦਾਂ ਬੁਲਾ ਲੈਣਾ। ਇਹੋ ਜਿਹੇ ਸਾਧ ਸੰਗਤ ਨਾਟਕ ਚੇਟਕ ਕਰਦੇ ਹੁੰਦੇ ਸੀ ਪੁਰਾਣੇ ਸਮੇਂ। ਤਾਈਓ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਜਾ ਕੇ ਸਿੱਧਾਂ ਨੂੰ ਸਮਝਾਇਆ ਵੀ ਤੁਸੀਂ ਬੰਦਗੀ ਕਰਨ ਆਏ ਹੋ ਕਿ ਤਮਾਸ਼ਾ ਵਿਖਾਉਣ ਆਏ ਹੋ। ਕਲਗੀਧਰ ਜੀ ਨੇ ਵੀ ਕਿਹਾ ਨਾ, ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ, ਵੀ ਇਹ ਤਮਾਸ਼ੇ ਵਿਖਾਉਣੇ, ਨਾਟਕ ਚੇਟਕ ਕਰਨੇ ਰੱਬ ਦੇ ਬੰਦਿਆਂ ਨੂੰ ਸ਼ੋਭਦੇ ਨਹੀਂ। ਮਾਧੋ ਦਾਸ ਦੇ ਗੁਰੂ ਨੇ ਸਮਝਾਇਆ ਤਾਂ ਉਹਦਾ ਉਹਨੂੰ ਇਹੀ ਸੀ ਵੀ ਇਹ ਵਿਦਿਆ ਨਾਲ ਆਪਣਾ ਕੰਮ ਸਾਰ ਲਈ, ਡੰਗ ਸਾਰ ਲਈ, ਪਰ ਲੋਕਾਂ ਨੂੰ ਨਾ ਵਿਖਾਉਣ ਲੱਗ ਜਾਏ। ਤੇ ਇਹਨੇ ਉਹ ਸਾਰੀ ਵਿਦਿਆ ਪੜ੍ਹ ਕੇ ਤੇ ਲੋਕਾਂ ਨੂੰ ਤਮਾਸ਼ਾ ਵਿਖਾਇਆ। ਦੁਸ਼ਟਨ ਮਾਰਨ ਚੇਰਨ ਬਚਾਈਏ, ਮਹਾਰਾਜ ਜੀ ਉਹ ਪੋਥੀ ਮਾਧੋ ਦਾਸ ਦੇ ਕੋਲ ਹੈ, ਉਹਨੇ ਇਹ ਗੱਲ ਵੀ ਸਿੱਧ ਕੀਤੀ ਹੈ ਵੀ ਜਿਹੜੀ ਇਹ ਵਿਦਿਆ ਦੇ ਨਾਲ ਦੁਸ਼ਟਾਂ ਨੂੰ ਬੈਠਿਆਂ ਮਾਰ ਦੇਣਾ ਤੇ ਜਿਹੜੇ ਚੇਲੇ ਹਨ ਆਪਣੇ ਉਹਨਾਂ ਨੂੰ ਬਚਾ ਲੈਣਾ। ਜਿਹੜਾ ਕੋਈ ਸ਼ਰਨ ਆਇਆ ਉਹਦੀ ਰੱਖਿਆ ਕਰ ਲੈਣੀ, ਬੈਠੇ ਬਿਠਾਏ ਤੇ ਵੈਰੀ ਮਾਰ ਦੇਣੇ। ਤਾਰੇ ਅੰਬਰੋਂ ਤੋੜਮ ਗਈਐ, ਤੇ ਜਿਹੜਾ ਅੰਬਰ ਦੇ ਵਿੱਚ ਤਾਰਕਾ ਮੰਡਲ ਹੈ ਨਾ, ਉਸ ਤਾਰਕਾ ਮੰਡਲ ਦੇ ਜਿਹੜੇ ਫਲ ਨੇ ਉਹ ਤੋੜ ਕੇ ਧਰਤੀ ਦੇ ਬੈਠਿਆਂ ਮਗਾ ਲੈਣੇ। ਇਹ ਵੀ ਸ਼ਕਤੀ ਇਹਦੇ ਵਿੱਚੋਂ ਲੱਭਦੀ ਹੈ। ਅੜਿਓ ਕਿਲੋ ਕੀ ਤੋੜਨ ਬਿਰਧ, ਕੋਈ ਕਿਲਾ ਅੜਿਆ ਹੋਵੇ ਉਹਨੂੰ ਤੋੜਨ ਦੀ ਵਿਧੀ ਲਿਖੀ ਹੈ ਵੀ ਕਿਹੜੇ ਢੰਗ ਦੇ ਨਾਲ ਕਿਹੜੇ ਪਾਸਿਓਂ ਹਮਲਾ ਕਰੋ ਤੇ ਤੁਹਾਡੀ ਜਿੱਤ ਹੋਵੇਗੀ, ਕਿਲਾ ਤੋੜ ਦਵੋਗੇ। ਮੈਦਾਨ ਲੜਾਈ ਜਿੱਤ ਹੋਏ ਸਿੱਧ, ਜੇ ਬੜੇ ਮੈਦਾਨ ਦੇ ਵਿੱਚ ਲੜਾਈ ਹੋ ਰਹੀ ਹੋਵੇ, ਜਿੱਤ ਕਿਵੇਂ ਹੋਵੇਗੀ, ਕਾਰਜ ਕਿਵੇਂ ਫਤਿਹ ਹੋਵੇਗਾ, ਉਹ ਵੀ ਸਾਰਾ ਕੁਝ ਮਹਾਰਾਜ ਇਸ ਪੋਥੀ 'ਚ ਲਿਖਿਆ ਹੈ। ਪਾਉਣ ਵਗਾਵੇ ਮੀਂਹ ਬਰਸਾਵੇ, ਆਏ ਜਿਹਨੇ ਵਿਦਿਆ ਸਿੱਧ ਕੀਤੀ ਹੈ ਬੈਠਾ ਬੈਠਾ ਭਾਵੇਂ ਪਤਾ ਨਾ ਹਿਲਦਾ ਹੋਵੇ, ਕਹਿੰਦੇ ਉਹ ਹਵਾ ਦੀਆਂ ਹਨੇਰੀਆਂ ਵਗਾ ਸਕਦਾ ਹੈ। ਕਦੀ ਹਨੇਰੀਆਂ ਵਗਾ ਦਿੰਦਾ ਹੈ, ਕਦੀ ਇੱਕਦਮ ਭਾਵੇਂ ਬੱਦਲ ਬਣਾਉਣ ਤੇ ਮੀਂਹ ਪਵਾ ਦਿੰਦਾ, ਵਰਖਾ ਹੋਣ ਲੱਗ ਪੈਂਦੀ ਜੇ ਚਾਹੇ ਤਾਂ। ਜਿੱਧਰੋਂ ਮਗਾਵੇ ਜਿੱਧਰ ਚਲਾਵੇ, ਆ ਕਹਿੰਦੇ ਵੀ ਜਿਹੜੇ ਪਾਸੇ ਮਗਾਉਣਾ ਚਾਹਵੇ ਕੁਝ ਉਧਰੋਂ ਨੂੰ ਮਗਾ ਸਕਦਾ ਹੈ, ਜਿਹੜੇ ਪਾਸੇ ਨੂੰ ਘੱਲਣਾ ਚਾਹਵੇ ਉਹ ਆਪਣੇ ਇਹ ਵਿਦਿਆ ਦੇ ਬਲ ਦੇ ਨਾਲ ਉਧਰ ਨੂੰ ਕਿਸੇ ਨੂੰ ਘੱਲ ਸਕਦਾ ਹੈ। ਬੱਦਲ ਘੱਲਣੇ ਹੋਣ, ਹਵਾ ਘੱਲਣੀ ਹੋਵੇ, ਹਨੇਰੀ ਘੱਲਣੀ ਹੋਵੇ, ਗੜਾ ਠਰਾ ਆਉ ਬਿਜਲੀ ਪਾਵੇ, ਤੇ ਕਹਿੰਦੇ ਵੀ ਗੜੇ ਪਵਾ ਦੇਣੇ। ਬੈਠਿਆ ਬੈਠਿਆ ਹੀ ਕਹਿਣਾ ਵੀ ਗੜਿਆਂ ਦੀ ਵਰਖਾ ਹੋ ਜਾਵੇ। ਜਿਨੇ ਵਿਦਿਆ ਦੇ ਨਾਲ ਉਹ ਮੰਤਰ ਸਿੱਧ ਕੀਤੇ, ਸਿੱਧੀ ਪ੍ਰਾਪਤ ਕੀਤੀ, ਪਾਤਸ਼ਾਹ ਜੀ ਉਹ ਸਿੱਧੀ ਦੇ ਨਾਲ ਗੜੇ ਪੈਣ ਲੱਗ ਪੈਂਦੇ। ਇਹ ਵੀ ਵਿਦਿਆ ਮਾਧੋ ਦਾਸ ਨੇ ਸਿੱਧ ਕੀਤੀ ਹੈ। ਅਤੇ ਅਸਮਾਨੀ ਬਿਜਲੀ ਜਿਹੜੀ ਆ, ਜਿੱਥੇ ਕਹਿਣਾ ਵੀ ਫਲਾਣੇ ਤੇ ਡਿੱਗ ਪਾ, ਜਾ ਕੇ ਫਲਾਣੇ ਤੇ ਡਿੱਗ ਪਾ, ਜਿਹਦੇ ਉੱਤੇ ਮਰਜ਼ੀ ਕਹਿੰਦੇ ਅਸਮਾਨੀ ਬਿਜਲੀ ਸੁੱਟ ਦਵੇ। ਵਰਸ ਰਾਪ ਕਿਸ ਬਿਰਥਾ ਨ ਜਾਵੇ, ਆ ਕਿਸੇ ਨੂੰ ਵਰ ਦੇ ਦਵੇ, ਕਿਸੇ ਨੂੰ ਸ਼ਰਾਪ ਦੇ ਦਵੇ। ਜਿਨੇ ਇਹ ਵਿਦਿਆ ਪੜ੍ਹ ਕੇ ਸਿੱਧ ਕੀਤੀ ਹੈ, ਭਾਵ ਵੀ ਜਿਹਨੇ ਵਿਦਿਆ ਦੇ ਅਨੁਸਾਰ ਕਮਾਈ ਕੀਤੀ ਹੈ, ਉਹ ਵਰ ਸ਼ਰਾਪ ਜੋ ਦਵੇ ਉਹ
ਵਿਰਥਾ ਨਹੀਂ ਜਾਂਦਾ, ਉਸੇ ਵੇਲੇ ਪੂਰਾ ਹੋ ਜਾਂਦਾ ਹੈ ਉਹਦਾ। ਰੋਰਾ ਭੂਤ ਪ੍ਰੇਤ ਜੋ ਗਣ ਸੋ ਗਣ, ਦੇਵਤ ਸਿੱਧ ਅਰ ਵੀਰ। ਜੈਤ ਰਾਮ ਕਹਿੰਦਾ ਮਹਾਰਾਜ ਮੈਂ ਵੀ ਸੁਣਿਆ ਵੀ ਜਿਹੜੇ ਆ ਭੂਤ ਪ੍ਰੇਤ ਹੁੰਦੇ ਨੇ ਜਿਨ੍ਹਾਂ ਦੀ ਗਤੀ ਨਹੀਂ ਹੁੰਦੀ, ਜਿਹੜੀਆਂ ਅਧੋ ਗਤੀ ਨੂੰ ਪ੍ਰਾਪਤ ਹੋਈਆਂ ਰੂਹਾਂ ਨੇ, ਜਾਂ ਜਿਹੜੀਆਂ ਜੋਗਣੀਆਂ ਹਨ, ਜਾਂ ਜਿਹੜੇ ਟੋਣਾ ਛੋਣਾ ਆਦਿਕ ਗਣ ਨੇ, ਜਿੰਨੇ ਵੀ ਦੇਵਤੇ ਨੇ, ਸਿੱਧ ਲੋਕ ਤੇ ਜਿਹੜੇ 52 ਵੀਰ ਹਨ। ਜੱਚ ਰਚ ਕਿੰਨਰ ਸੁਲਛ, ਆਵੇ ਪੜੈ ਮਤ ਧੀਰ। ਆ ਜਿਹੜੇ ਜਸ਼ ਆਦਿਕ ਰਸ਼ ਆਦਿਕ ਕਿੰਨਰ ਇਹ ਸਾਰੇ ਦੇਵਪੁਰੀ ਦੇ ਹੀ ਵਾਸੀ ਹਨ। ਕਹਿੰਦੇ ਜਿਹੜਾ ਮਤ ਧੀਰਜ ਵਾਲੀ ਮਤ ਦੇ ਨਾਲ ਉਹ ਪੋਥੀ ਨੂੰ ਪੜ੍ਹ ਲਵੇ, ਉਹ ਵਿਦਿਆ ਨੂੰ ਕਮਾ ਲਵੇ, ਉਹਦੇ ਵਿੱਚੋਂ ਸਿੱਖ ਲਵੇ, ਤੇ ਇਹ ਸਾਰੀਆਂ ਚੀਜ਼ਾਂ ਉਹਦੇ ਮਹਾਰਾਜ ਚਰਨਾਂ 'ਚ ਹਾਜ਼ਰ ਹੋ ਜਾਂਦੀਆਂ ਨੇ। ਤੇ ਮਾਧੋ ਦਾਸ ਨੇ ਪੜ੍ਹ ਕੇ ਤੇ ਇਹ ਸਿੱਧ ਕੀਤੀ ਸੀ ਪੋਥੀ, ਜਿਸ ਕਰਕੇ 52 ਵੀਰ ਸਭ ਟੋਣਾ ਛੋਣਾ ਆਦਿਕ ਉਹਦੇ ਕੋਲ ਹਾਜ਼ਰ ਰਹਿੰਦੇ ਸਨ। ਚਾਉ ਪਈ ਜਿਸੈ ਜਿਤਾਵੈ ਜਿਤੈ ਸੋਈ। ਮਹਾਰਾਜ ਜੀ ਜਿਹਨੇ ਵਿਦਿਆ ਸਿੱਧ ਕੀਤੀ ਹੈ, ਜਿਹਨੂੰ ਉਹ ਜਿਤਾਣਾ ਚਾਹਵੇ ਨਾ ਵੀ ਫਲਾਣੇ ਬੰਦੇ ਦੀ ਜਿੱਤ ਹੋਵੇ ਕਿਸੇ ਕੰਮ 'ਚ ਵੀ, ਮੁਕੱਦਮੇ 'ਚ, ਲੜਾਈ ਝਗੜੇ 'ਚ, ਕਾਹੇ 'ਚ ਵੀ, ਉਹੀ ਜਿੱਤੇਗਾ, ਦੂਜਾ ਨਹੀਂ ਜਿੱਤ ਸਕਦਾ। ਹਰਾਵੈ ਜਿਸੈ ਹਾਰੈ ਵੀ ਹੋਈ। ਜਿਹਨੂੰ ਹਰਾਉਣਾ ਚਾਹਵੇ ਵਿਦਿਆ ਸਿੱਧ ਕੀਤੀ ਵਾਲਾ, ਉਹ ਉਸੇ ਨੂੰ ਹਰਾ ਦੇਵੇਗਾ ਤੇ ਉਹ ਹਾਰ ਹੀ ਹੋਵੇਗੀ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ। ਸ਼ੇਰ ਸਰਪ ਬਿੱਛੂ ਮੱਛਰ ਮੱਖ। ਕਹਿੰਦੇ ਵੀ ਸ਼ੇਰ ਜਿਹੜਾ ਹੁੰਦਾ ਹੈ ਕਿੱਡਾ ਖਤਰਨਾਕ ਹੈ। ਜਿਹਨੇ ਵਿਦਿਆ ਪੜ੍ਹ ਲਈ, ਸਿੱਧ ਕਰ ਲਈ, ਜਦੋਂ ਸ਼ੇਰ ਸਾਹਮਣੇ ਆਇਆ ਵਿਦਿਆ ਦੇ ਬਲ ਦੇ ਨਾਲ, ਕਹਿੰਦੇ ਵੀ ਜਿਵੇਂ ਕੁੱਤਾ ਪੂਛ ਲਾਉਂਦਾ ਹੈ ਨਾ, ਸ਼ੇਰ ਵੀ ਆ ਕੇ ਇਦਾਂ ਉਹਦੇ ਨਾਲ ਫਿਰ ਲਾਡੀਆਂ ਕਰਦਾ ਹੈ। ਜਿਹਨੇ ਵਿਦਿਆ ਸਿੱਧ ਕੀਤੀ ਹੈ, ਜਿਹੜੇ ਸੱਪ ਆਦਿਕ ਨੇ, ਕਹਿੰਦੇ ਵੀ ਜਿਹੜੇ ਇਹ ਬਿਛੂ ਆਦਿਕ ਨੇ, ਜਿਹੜਾ ਸੱਪ ਹੈ, ਸੱਪ ਦਾ ਜ਼ਹਿਰ ਨਹੀਂ ਚੜ੍ਹਦਾ, ਬਿਛੂ ਦੇ ਡੰਗ ਨੂੰ ਵਸ ਕਰ ਲੈਂਦੇ ਨੇ, ਮੱਛਰ ਆਦਿਕ ਦੇ ਡੰਗ ਨੂੰ ਰੋਕ ਪਾ ਦਿੰਦੇ ਨੇ, ਤੇ ਮੱਖੀਆਂ ਦੇ ਉੱਤੇ ਆਪਣੀ ਵਿਦਿਆ ਦੇ ਨਾਲ ਇਹੋ ਜਿਹਾ ਜਾਲ ਪਾਉਂਦੇ ਵੀ ਜਿਹੜੀਆਂ ਇਹ ਮੱਖੀਆਂ ਕਿਸੇ ਦੇ ਕਾਬੂ ਨਹੀਂ ਆਉਂਦੀਆਂ, ਇਹਨਾਂ ਨੂੰ ਸਵਾ ਦਿੰਦੇ ਨੇ, ਮੱਖੀਆਂ ਸੌ ਜਾਂਦੀਆਂ ਜੇ ਵਿਦਿਆ ਪੜ੍ਹੀ ਹੋਵੇ ਤੇ। ਰਾਜ ਪ੍ਰਜਾ ਤੇ ਹੋਵੇ ਸੁਖ। ਤੇ ਜਿਹੜਾ ਰਾਜਾ ਹੈ ਨਾ, ਇਹ ਵਿਦਿਆ ਦੇ ਨਾਲ ਮਹਾਰਾਜ ਇਦਾਂ ਵੀ ਹੋ ਸਕਦਾ ਹੈ ਵੀ ਜਿਹੜਾ ਕੋਈ ਰਾਜਾ ਹੈ ਉਹਨੂੰ ਇੰਨਾ ਨੇਕ ਦਿਲ ਬਣਾ ਦੇ ਵੀ ਉਹਦੀ ਪ੍ਰਜਾ ਸੁਖੀ ਹੋ ਜਾਵੇ, ਉਹਦੇ ਪ੍ਰਜਾ ਦੇ ਕੋਲ ਕੋਈ ਕਮੀ ਨਾ ਰਹੇ, ਫਸਲਾਂ ਚੰਗੀਆਂ ਹੋਣ, ਸਾਰੇ ਸੁਖੀ ਹੋ ਜਾਣ। ਚੋਰ ਠੱਗ ਔ ਵਿਸਚਰ ਬਿਖ। ਜਿਹੜੇ ਚੋਰ ਠੱਗ ਰਾਤ ਨੂੰ ਚੋਰੀਆਂ ਕਰਦੇ ਨੇ, ਇਹ ਵਿਦਿਆ ਦੇ ਬਲ ਦੇ ਨਾਲ ਮਹਾਰਾਜ ਰਾਤ ਨੂੰ ਜਦੋਂ ਚੋਰ ਠੱਗ ਆਵੇ ਤੇ ਫਿਰ ਉਹ ਅੰਨੇ ਹੋ ਜਾਂਦੇ ਨੇ। ਤੇ ਜਿਹੜੇ ਵਿਸਚਰ ਬਿਖ, ਜਿਹੜੇ ਜ਼ਹਿਰ ਦਾ ਹੀ ਘਰ ਨੇ ਨਾ, ਠੂਏ ਵਿਸ਼ੂ ਆਦਿਕ, ਇਹਨਾਂ ਦੀ ਜ਼ਹਿਰ ਨੂੰ ਵੀ ਕਹਿੰਦੇ ਖਿੱਚ ਲੈਂਦੀ ਹੈ ਇਹ ਵਿਦਿਆ। ਸੁਣਤ ਸ਼ਬਦ ਤਿਸ ਹੋਵੇ ਸੁਖ। ਜੇ ਕਿਸੇ ਦੇ ਸੱਪ ਠੂਆ ਵਿਸ਼ੂ ਲੜ ਗਿਆ ਤੇ ਇਹ ਜਿਹੜੀ ਵਿਦਿਆ ਦਾ ਮੰਤਰ ਸਿੱਧ ਕੀਤਾ ਏ, ਕਹਿੰਦੇ ਵੀ ਲੜੇ ਹੋਏ ਨੇ, ਜਦੋਂ ਕੰਨ ਦੇ ਰਾਹੀਂ ਸੁਣਿਆ, ਸੁਣਦਿਆਂ ਸਾਰ ਜ਼ਹਿਰ ਉਤਰ ਜਾਂਦਾ ਤੇ ਉਹਦੇ ਸਰੀਰ ਨੂੰ ਸੁੱਖ ਹੁੰਦਾ ਏ। ਆਪ ਪਹੁੰਚੇ ਕੋਏ। ਜਿਹਦੇ ਕੋਈ ਵਿਸ਼ੂ ਸੱਪ ਆਦਿਕ ਜ਼ਹਿਰੀਲਾ ਜਾਨਵਰ ਲੜਿਆ, ਜੇ ਉਹ ਆਪ ਪਹੁੰਚ ਜਾਵੇ ਉਸ ਬੰਦੇ ਕੋਲ ਜਿਹਨੇ ਵਿਦਿਆ ਸਿੱਧ ਕੀਤੀ ਹੈ, ਤੇ ਜਾਂ ਉਹਦਾ ਸੁਨੇਹਾ ਲੈ ਕੇ ਕੋਈ ਆ ਜਾਏ ਵੀ ਮੈਂ ਆ ਨਹੀਂ ਸਕਦਾ। ਮਰੈ ਜ ਸਰਪੋ ਜਿਵੈ ਪੀ ਸੋਏ। ਇਥੋਂ ਤੀਕਰ ਵੀ ਇਸੇ ਸੱਪ ਦੇ ਡੰਗੇ ਦੇ ਜ਼ਹਿਰ ਚੜੇ ਨਾਲ ਉਹਦੀ ਮੌਤ ਵੀ ਹੋ ਗਈ ਹੈ, ਤੇ ਜੇ ਉਹ ਪਹੁੰਚ ਗਿਆ ਜਿਹਨੇ ਵਿਦਿਆ ਸਿੱਧ ਕੀਤੀ, ਮਹਾਰਾਜ ਐਸੀ ਸ਼ਕਤੀ ਹੈ ਇਸ ਪੋਥੀ ਦੀ ਵਿਦਿਆ ਵਿੱਚ, ਜਿਹਨੇ ਉਹ ਮੰਤਰ ਸਿੱਧ ਕੀਤਾ ਹੈ, ਉਹ ਮਰਿਆ ਹੋਇਆ ਵੀ ਜਿਉਂਦਾ ਹੋ ਜਾਂਦਾ ਹੈ। ਗਿੱਦੜ ਕੁੱਤੋ ਹਲਕਾਇਆ ਹੋਏ। ਕੁੱਤਾ ਜਾਂ ਗਿੱਦੜ ਹਲਕਾਇਆ ਜਾਵੇ ਤੇ ਕਹਿੰਦੇ ਵੀ ਹੁਣੇ ਮਾਰਨਾ ਪੈਣਾ, ਪਰ ਇਹ ਮੰਤਰ ਦੇ ਨਾਲ ਗਿੱਦੜ ਕੁੱਤੇ ਦਾ ਹਲਕਾ ਵੀ ਦੂਰ ਹੋ ਸਕਦਾ ਹੈ। ਸੁਣਤ ਬਚਨ ਬਿਸ ਰਹਿ ਨ ਕੋਏ। ਕਿਉਂਕਿ ਇਹ ਮੰਤਰਾਂ ਦੇ ਸੁਣਨ ਦੀ ਦੇਰ ਹੈ ਵੀ ਕੁੱਤੇ ਆਦਿ ਗਿੱਦੜ ਆਦਿਕ ਦਾ ਹਲਕ ਦੂਰ ਹੋ ਜਾਂਦਾ, ਤੇ ਜਿਹਨੂੰ ਵੱਢਿਆ ਹੋਵੇ ਉਹਦਾ ਵੀ ਦੂਰ ਹੋ ਜਾਂਦਾ ਹੈ। ਸ਼ੇਰ ਬਾਗ ਔ ਹਿਰਲੋ ਬਘਿਆੜ। ਆ ਜਿਹੜਾ ਸ਼ੇਰ ਹੈ ਜਾਂ ਬਾਗ ਹੈ, ਤੇ ਜਾਂ ਇਸੇ ਤਰ੍ਹਾਂ ਜਿਹੜਾ ਜੰਗਲੀ ਬਿੱਲਾ ਹੈ ਜਾਂ ਬਘਿਆੜ ਨੇ, ਹਾਥ ਮੁੱਕ ਨ ਸਕੈ ਉਘਾੜ। ਮਹਾਰਾਜ ਜੀ ਉਸ ਪੋਥੀ 'ਚ ਇਹ ਵੀ ਵਿਦਿਆ ਲਿਖੀ ਹੈ ਜਿਹਨੇ ਉਹ ਸਿੱਧ ਕੀਤੀ ਹੈ ਨਾ, ਤੇ ਸ਼ੇਰ ਬਾਗ ਅਤੇ ਬਿੱਲੇ ਬਘਿਆੜ ਆਦਿਕ ਇਹ ਨਾ ਤਾਂ ਉਹਦੇ ਤੇ ਪੰਜਾ ਮਾਰ ਕੇ ਕੋਈ ਨੁਕਸਾਨ ਕਰ ਸਕਦੇ ਨੇ, ਤੇ ਨਾ ਹੀ ਕਹਿੰਦੇ ਵੀ ਮੂੰਹ ਉਘਾੜ ਸਕਦੇ ਉਹਦੇ ਸਾਹਮਣੇ।
ਭਾਵ ਦੰਦੀ ਆਦਿਕ ਵੱਢ ਕੇ ਵੀ ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਬਿਰਛ ਵਿਧੀ ਜੋ ਧਰਨੀ ਉਪਾਈ। ਇਹ ਵਿਦਿਆ ਦੇ ਨਾਲ ਜੇ ਚਾਹੇ ਤਾਂ ਧਰਤੀ ਦੇ ਜਿੱਥੇ ਮਰਜੀ ਰੇਗ ਸਥਾਨ ਦੇ ਵਿੱਚ ਵੀ ਬਾਗ ਲਾ ਦੇਵੇ, ਬਗੀਚੇ ਲਾ ਦੇਵੇ, ਬੂਟੇ ਲਾ ਦੇਵੇ, ਜਿਹੜੇ ਮਰਜੀ ਦਰਖਤ ਨੂੰ ਮੇਵੇ ਲਾ ਦੇਵੇ, ਫੁੱਲ ਲਾ ਦੇਵੇ, ਫਲ ਲਾ ਦੇਵੇ। ਔਰਕ ਸੁਆਦ ਭੁਲਾਵੇ ਤਾਈ। ਅਤੇ ਜਿਹੜੇ ਮਰਜੀ ਫੁੱਲ ਫਲ ਦਾ ਦਰਖਤ ਦਾ ਅਰਕ ਕੱਢਣਾ ਹੋਵੇ ਤੇ ਉਹਦੇ ਲਈ ਕੋਈ ਯਤਨ ਕਰਨ ਦੀ ਲੋੜ ਨਹੀਂ, ਕਹਿਣਾ ਹੀ ਹੈ ਤੇ ਸਾਰਾ ਅਰਕ ਤਿਆਰ ਹੋ ਕੇ ਆ ਜਾਏਗਾ। ਸੰਖੀਓ ਅਫੀਮ ਸ਼ਰਾਬ ਭੰਗਾਈ। ਇਹਨੇ ਕਿਸੇ ਨੂੰ ਸੰਖੀਆ ਖਵਾਤਾ ਹੋਵੇ, ਕਿਸੇ ਨੇ ਬਹੁਤੀ ਫੀਮ ਖਵਾਤੀ ਹੋਵੇ, ਕੋਈ ਬਹੁਤਾ ਕਹਿੰਦੇ ਵੀ ਸ਼ਰਾਬੀ ਹੋਵੇ, ਕੋਈ ਬਹੁਤਾ ਕਿਸੇ ਨੇ ਭੰਗ ਖਾਧੀ ਹੋਵੇ, ਮਰਨ ਕਿਨਾਰੇ ਪਿਆ ਹੋਵੇ। ਇੱਕ ਪੱਖੀ ਸਭ ਦੇ ਹਟਾਏ। ਕਿਸੇ ਨੇ ਜ਼ਹਿਰ ਹੀ ਖਾ ਲਈ ਹੋਵੇ, ਕਹਿੰਦੇ ਵੀ ਜੇ ਉਹ ਇਹ ਵਿਦਿਆ ਜਿਹਨੇ ਸਿੱਧ ਕੀਤੀ ਹੈ ਉਹਦੇ ਕੋਲ ਆ ਜਾਵੇ, ਉਹ ਮੰਤਰ ਦੇ ਨਾਲ ਇੱਕਦਮ ਹੀ ਸਾਰਾ ਜਿਹੜਾ ਹੈ ਜ਼ਹਿਰ ਆਦਿਕ ਨਸ਼ਾ ਆਦਿਕ ਹੈ ਇਹਨੂੰ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੰਦਾ ਏ। ਹੋਰ ਅਸ਼ਟ ਸਿੱਧੀ ਅਣਮੰਗ ਮਹਿਮਾ ਗਰਮਾ ਲਗਮਾ ਪ੍ਰਾਪਤ। ਆ ਕਹਿੰਦੇ ਵੀ 18 ਸਿੱਧੀਆਂ ਨੇ, 18 ਸਿੱਧੀਆਂ ਦੇ ਵਿੱਚੋਂ 8 ਮੁੱਖ ਸਿੱਧੀਆਂ ਨੇ। ਕਿਹੜੀ ਕਿਹੜੀ ਹੈ? ਅਣਮੰਗ, ਅਣਮੰਗ ਮਹਿਮਾ। ਅਣਮੰਗ ਹੁੰਦਾ ਵੀ ਅਣੂ ਦੇ ਨਾਲੋਂ ਵੀ ਬਰੀਕ ਹੋ ਜਾਣਾ, ਇਹੋ ਜਿਹੀ ਸਿੱਧੀ ਪ੍ਰਾਪਤ ਹੋਣੀ ਵੀ ਜਿਹੜੇ ਪਰਮਾਣੂ ਨੇ ਨਾ, ਜਿਹੜੇ ਅਣੂ ਪਰਮਾਣੂ ਹਨ, ਇਹਨਾਂ ਦੇ ਨਾਲੋਂ ਵੀ ਆਪਣਾ ਸਰੀਰ ਜਿਹੜਾ ਹੈ ਉਹ ਬਰੀਕ ਕਰ ਲੈਣਾ। ਤੇ ਮਹਿਮਾ ਤੋਂ ਭਾਵ ਹੈ ਵੀ ਆਪਣੇ ਸਰੀਰ ਨੂੰ ਬਹੁਤ ਵੱਡਾ ਕਰਕੇ ਵਿਖਾ ਦੇਣਾ, ਆਪਣੀ ਜਿਹੜੀ ਦੇਹ ਹੈ ਇਹਨੂੰ ਬਹੁਤ ਵੱਡਾ ਬਣਾ ਲੈਣਾ। ਇੱਕ ਇਹ ਜਿਹੜੀ ਸਿੱਧੀ ਹੈ। ਅਤੇ ਗਰਮਾ, ਗਰਮਾ ਹੈ ਵੀ ਰੂਹ ਹੋਵੇ ਤੇ ਰੂਹ ਨੂੰ ਵੀ ਪਹਾੜ ਜਿੰਨਾ ਭਾਰਾ ਕਰ ਦੇਣਾ। ਅਤੇ ਲਗਮਾ, ਲਗਮਾ ਹੁੰਦਾ ਹੈ ਵੀ ਭਾਵੇਂ ਕੋਈ ਪਹਾੜ ਜਿੰਨੀ ਭਾਰੀ ਚੀਜ਼ ਹੈ ਉਹਨੂੰ ਰੂਹ ਦੇ ਨਾਲੋਂ ਵੀ ਹੌਲੀ ਕਰ ਦੇਣਾ। ਪ੍ਰਾਪਤ, ਅਤੇ ਹਰ ਇੱਕ ਚੀਜ਼ ਜਿਹਦੀ ਲੋੜ ਹੋਵੇ ਉਹ ਹਰ ਇੱਕ ਚੀਜ਼ ਪ੍ਰਾਪਤ ਹੋ ਜਾਣੀ। ਕਾਮੈ ਔ ਬਸੀ ਕਰਨ ਸੋ ਈਸ਼ਤ ਹੋਵੇ ਸਭ। ਅਤੇ ਫੇਰ ਕਹਿੰਦੇ ਇਸੇ ਤਰ੍ਹਾਂ ਕੰਮ ਹੈ, ਕਾਮੇ ਜਿਹੜਾ ਕਿਸੇ ਪ੍ਰਕਾਰ ਦੇ ਨਾਲ ਕੋਈ ਲੁਕਣਾ ਹੋਵੇ ਤੇ ਜਿਵੇਂ ਪਾਣੀ ਧਰਤੀ ਦੇ ਵਿੱਚ ਜੀਰ ਜਾਂਦਾ ਹੈ ਨਾ ਰੇਗ ਸਥਾਨ ਦੇ ਵਿੱਚ, ਇਵੇਂ ਪਾਣੀ ਬਣ ਕੇ ਕਹਿੰਦੇ ਵੀ ਇਹ ਕਾਮੇ ਸਿੱਧੀ ਹੈ ਵੀ ਧਰਤੀ ਦੇ ਵਿੱਚ ਜੀਰ ਜਾਣਾ। ਉਹ ਵਸੀਕਰਨ ਤੇ ਪਦਾਰਥ ਵਸ ਕਰ ਲੈਣੇ ਵੀ ਕੋਈ ਪਦਾਰਥ ਦੀ ਮੇਰੇ ਕੋਲ ਕਮੀ ਨਾ ਰਹੇ। ਤੇ ਈਸ਼ਤ ਹੋਵੇ ਸਭ, ਤੇ ਜੋ ਚਿੱਤ ਦੀ ਇੱਛਾ ਹੋਵੇ ਕਹਿੰਦੇ ਉਹ ਸਾਰਾ ਕੁਝ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਇਹ 8 ਸਿੱਧੀਆਂ ਦੇ ਨਾਮ ਹਨ। ਸੋਰਠ ਭੂਤੈ ਔ ਵਰਤਮਾਨ ਭਵਿੱਖਤ ਪੀ ਕਾਲ ਜੋ। ਆਏ ਜੈਤ ਰਾਮ ਜੀ ਦੱਸ ਰਹੇ ਨੇ ਤੇ ਭਾਈ ਰਤਨ ਸਿੰਘ ਜੀ ਦਾ ਵਿਸਥਾਰ ਕਰ ਰਹੇ ਨੇ। ਕਹਿੰਦੇ ਵੀ ਇਹ ਜਿਹੜੀ ਪੋਥੀ ਹੈ ਇਹਨੂੰ ਪੜ੍ਹਨ ਦੇ ਨਾਲ ਇਦਾਂ 8 ਸਿੱਧੀਆਂ ਵੀ ਮਿਲ ਜਾਂਦੀਆਂ। ਤੇ ਜਿਹੜਾ ਭੂਤ ਕਾਲ ਦਾ ਸਮਾਂ ਹੈ, ਜਿਹੜਾ ਸਮਾਂ ਲੰਘ ਗਿਆ ਹੈ, ਇਹਦੇ ਵਿੱਚ ਜੋ ਕੁਝ ਹੋਇਆ, ਜਿਹੜਾ ਵਰਤਮਾਨ ਦਾ ਸਮਾਂ ਜਿਹੜਾ ਚੱਲ ਰਿਹਾ ਹੈ ਵੀ ਇਹ 'ਚ ਕੀ ਕੁਝ ਹੋਣਾ ਤੇ ਹੋ ਰਿਹਾ ਹੈ ਇਸ ਵੇਲੇ ਦੂਜੇ ਥਾਂ ਤੇ, ਦੂਜੇ ਪਿੰਡ, ਦੂਜੇ ਦੇਸ਼ ਵਿੱਚ, ਅਤੇ ਭਵਿੱਖ ਦੇ ਵਿੱਚ ਕੀ ਹੋਵੇਗਾ, ਇਹ ਸਾਰਾ ਕੁਝ ਹੀ ਕਹਿੰਦੇ ਵਿਦਿਆ ਪੜ੍ਹ ਕੇ ਪਤਾ ਲੱਗ ਜਾਂਦਾ ਹੈ। ਸੋ ਦਇਓ ਵਖਾਣ ਜੋ ਵਰਤਿਓ ਥੋ ਇਨ ਮਤ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਹੜਾ ਉਹ ਜੈਤ ਰਾਮ ਨੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਤੇ ਜਿਹੜਾ ਉਸ ਪੋਥੀ 'ਚ ਲਿਖਿਆ ਸੀ ਨਾ, ਉਹ ਮੈਂ ਇੱਥੇ ਲਿਖ ਦਿੱਤਾ ਹੈ ਇਤਿਹਾਸ ਦੇ ਵਿੱਚ ਜਿੰਨਾ ਲਿਖਿਆ ਗਿਆ ਮੈਥੋਂ। ਹੋਰ ਸਭ ਗੁਣ ਪੋਥੀ ਕੇ ਲਿਖੇ ਗ੍ਰੰਥ ਸਮਿਤ ਵੱਡ ਹੋਏ। ਆ ਜਿੰਨੇ ਗੁਣ ਪੋਥੀ ਦੇ ਵਿੱਚ ਹੈਗੇ ਸਨ ਜੋ ਜੈਤ ਰਾਮ ਨੇ ਮਹਾਰਾਜ ਨੂੰ ਦੱਸੇ, ਤੇ ਜਿਹੜੇ ਜਿਹੜੇ ਮਾਧੋ ਦਾਸ ਬੈਰਾਗੀ ਨੇ ਮੰਤਰ ਜੰਤਰ ਸਿੱਧ ਕੀਤੇ ਸੀ, ਕਹਿੰਦੇ ਉਹ ਮੈਂ ਇੱਥੇ ਸਾਰੇ ਨਹੀਂ ਲਿਖ ਸਕਦਾ। ਇਹ ਗੁਰਸਿੱਖੋ ਜੇ ਮੈਂ ਇੱਥੇ ਸਾਰੇ ਲਿਖੇ ਤੇ ਗ੍ਰੰਥ ਬਹੁਤ ਵੱਡਾ ਹੋਣਾ, ਇਸ ਕਰਕੇ ਥੋੜੇ ਹੀ ਗਏ ਹਨ। ਦਰਸ਼ਨ ਹੋਏ ਭਗਵਾਨ ਕੋ ਮੁਕਤ ਮਿਲਾਵਾ ਹੋਏ। ਮੁਕਤ ਦੀ ਗੱਲ ਇਹ ਆ ਵੀ ਇਸ ਪੋਥੀ ਦੇ ਵਿੱਚ ਇਹ ਵੀ ਲਿਖਿਆ ਵੀ ਕਿਵੇਂ ਪਰਮੇਸ਼ਰ ਦੇ ਦਰਸ਼ਨ ਸਾਖਿਆਤ ਹੋ ਜਾਣ ਤੇ ਕਿਵੇਂ ਮੁਕਤੀ ਹੋ ਕੇ ਤੇ ਵਾਹਿਗੁਰੂ ਦੇ ਵਿੱਚ ਹੀ ਮਿਲ ਜਾਈਏ। ਇਹਨਾਂ ਚੀਜ਼ਾਂ ਨੂੰ ਤੇ ਨਹੀਂ ਕੋਈ ਜਾਂਦਾ, ਤੇ ਜਿਹੜੀਆਂ ਕੋਈ ਪਿੱਛੇ ਲਿਖੀਆਂ ਵੀ ਬਸ ਕਰ ਲੈਣਾ, ਉਹ ਕਰ ਲੈਣਾ। ਜੇ ਕਿਸੇ ਨੂੰ ਆਖੀਏ ਨਾ ਵੀ ਇਹ ਵਿਦਿਆ ਹੈਗੀ ਹੈ, ਲੋਕ ਆਖਣਗੇ ਮੈਨੂੰ ਦੇ ਦੇ। ਪਰ ਜਿਹੜੀ ਮੁਕਤੀ ਵਾਲੀ ਵਿਦਿਆ ਹੈ, ਜਿਹੜਾ ਮੁਕਤ ਹੋਣਾ ਹੈ, ਇਧਰਲੇ ਪਾਸੇ ਕੋਈ ਨਹੀਂ ਜਾਂਦਾ। ਪਰ ਇਸ ਪੋਥੀ ਦੇ ਵਿੱਚ ਕਹਿੰਦੇ ਰੱਬ ਦੇ ਦਰਸ਼ਨ ਕਰਨੇ, ਰੱਬ ਨਾਲ ਮੇਲ ਕਰਨਾ ਤੇ ਮੁਕਤ ਹੋਣਾ,
ਉਹ ਵੀ ਲਿਖਿਆ ਹੋਇਆ ਸੀ। ਮਾਧੋ ਦਾਸ ਨੇ ਉਹਦੀ ਕਮਾਈ ਨਹੀਂ ਕੀਤੀ, ਬਾਕੀ ਸਾਰੇ ਜੰਤਰ ਮੰਤਰ ਤੰਤਰ ਸਿੱਧ ਕਰ ਲਏ। ਜਾਓ ਕੋਈ ਐਸੀ ਪੋਥੀ ਬੰਦਾ ਪਾਏ। ਇਹਦੇ ਉਸ ਬੰਦੇ ਬਹਾਦਰ ਨੇ, ਭਾਵ ਜਿਹੜਾ ਮਾਧੋ ਦਾਸ ਬੈਰਾਗੀ ਨਾਰਾਇਣ ਦਾਸ ਹੈ, ਉਹਨੇ ਆਪਣੇ ਗੁਰੂ ਅਨੂਣੀਏ ਸਾਧੂ ਦੇ ਕੋਲੋਂ ਇਦਾਂ ਦੀ ਪੋਥੀ ਪਾਈ ਹੈ ਜਿਹਦੇ ਵਿੱਚ ਆ ਜੋ ਪਿੱਛੇ ਕਈਆਂ ਗੱਲਾਂ ਜਿਹੜੀਆਂ ਨੇ ਵਿਦਿਆ ਦੁਆਰਾ ਸਿੱਧ ਹੋ ਜਾਂਦੀਆਂ ਨੇ। ਚਾਹੇ ਨਾ ਸਕਿਓ ਸੋ ਦਈ ਪ੍ਰਗਟਾਈ। ਜੈਤਰਾਮ ਕਹਿੰਦਾ ਮਹਾਰਾਜ ਉਹਦਾ ਗੁਰੂ ਕਹਿ ਕੇ ਗਿਆ ਸੀ ਵੀ ਇਹ ਗੱਲਾਂ ਗੁਪਤ ਰੱਖੀ, ਪਰ ਉਹਦੇ ਕੋ ਪਚਿਆ ਨਹੀਂ, ਉਹਦਾ ਹਾਜ਼ਮਾ ਮਾਧੋ ਦਾਸ ਦਾ ਇੰਨਾ ਨਹੀਂ ਸੀ। ਉਹਨੇ ਗੱਲ ਪ੍ਰਗਟਾ ਦਿੱਤੀ, ਉਹਨੇ ਤੇ ਰੌਲਾ ਪਾ ਦਿੱਤਾ ਵੀ ਮੇਰੇ ਕੋ ਕਰਾਮਾਤਾਂ ਨੇ, ਮੇਰੇ ਕੋ ਸ਼ਕਤੀਆਂ ਨੇ। ਬੜਾ ਔਖਾ ਹੈ ਸਾਧ ਸੰਗਤ ਜੀ, ਥੋੜੀ ਜਿਹੀ ਵੀ ਵਿਸ਼ੇਸ਼ਤਾ ਆ ਜਾਏ। ਆਪਾਂ ਜਿੰਨੇ ਵੀ ਆ ਦੁਨੀਆ ਦੇ ਮਨੁੱਖ ਹਾਂ, ਸਾਡੇ ਵਿੱਚ ਕੋਈ ਥੋੜੀ ਜਿਹੀ ਦੂਜਿਆਂ ਨਾਲੋਂ ਵਿਸ਼ੇਸ਼ਤਾ ਆ ਜਾਵੇ ਨਾ, ਪਹੁੰਚਾਉਣੀ ਬੜੀ ਔਖੀ ਹੈ। ਮਹਾਰਾਜ ਸਾਹਿਬ ਤਾਂ ਕਹਿੰਦੇ ਪਚਾ ਕੇ ਰੱਖੋ, ਜਰ ਕੇ ਰੱਖੋ, ਪਰ ਕਹਿੰਦੇ ਵੀ ਬੜੀ ਔਖੀ ਪਚਦੀ ਹੈ। ਔਰ ਸੰਤਨ ਕੋ ਲੇਵੈ ਅੰਤ। ਤੇ ਮਾਧੋ ਦਾਸ ਪਚਾ ਨਹੀਂ ਸਕਿਆ, ਉਹਦੇ ਕੋਲ ਨਹੀਂ ਪਚੀ। ਤੇ ਜਿਹੜੇ ਮਾਧੋ ਦਾਸ ਪਚਾ ਨਹੀਂ ਸਕਿਆ, ਉਹਦੇ ਕੋਲ ਨਹੀਂ ਪਚੀ। ਤੇ ਜਿਹੜੇ ਸੰਤ ਮਹਾਤਮਾ ਸਨ, ਕਹਿੰਦੇ ਉਹਨਾਂ ਦਾ ਅੰਤ ਲੈਣ ਲੱਗ ਪਿਆ। ਜਿਹੜਾ ਕੋਈ ਸਾਧੂ ਮਹਾਤਮਾ ਆਉਂਦਾ ਉਹਨੂੰ ਪਲੰਘ ਤੇ ਬਹਾਉਂਦਾ ਏ, ਮੂਧਿਆਂ ਸੁੱਟ ਦਿੰਦਾ ਏ, ਉਹਨਾਂ ਦਾ ਅੰਤ ਲੈਂਦਾ ਹੈ ਨਹੀਂ ਕਰਾਮਾਤ। ਸਾਧਾ ਐਵੇਂ ਤੁਰਿਆ ਫਿਰਦਾ। ਜਿਹੜੇ ਨਵੇਂ ਕੋਈ ਸਾਧੂ ਬਣੇ ਜਾਂ ਜੇ ਕਿਸੇ ਕੋਲ ਸ਼ਕਤੀ ਨਹੀਂ, ਉਹਨਾਂ ਨੂੰ ਕਹਿੰਦੇ ਵੀ ਇਦਾਂ ਮਸ਼ਕਰੀਆਂ ਕਰਕੇ ਤੇ ਮਾਧੋ ਦਾਸ ਵੈਰਾਗੀ ਜਿਹੜਾ ਹੈ, ਇਹਨੇ ਆਪਣਾ ਮਨ ਨੂੰ ਅੰਤ ਕਰ ਦਿੱਤਾ ਵਿਦਿਆ ਦੁਆਰਾ। ਹੈ ਨਿੰਦਕ ਵੈ ਅਤਿ ਹੀ ਸੰਤ। ਤੇ ਜੈਦਰਾਮ ਕਹਿੰਦਾ ਪਾਤਸ਼ਾਹ ਜੀ ਉਹ ਸੰਤ ਥੋੜਾ ਹੈ, ਜੇ ਸੰਤ ਹੁੰਦਾ ਤੇ ਉਹਦੇ ਕਰਮ ਇਹੋ ਜਿਹੇ ਥੋੜਾ ਹੋਣੇ ਸਨ। ਉਹਦੇ ਬੜਾ ਵੱਡਾ ਸੰਤਾਂ ਦਾ ਨਿੰਦਕ ਹੈ। ਮਹਾਂਪੁਰਖਾਂ ਨੂੰ ਆਪਣੇ ਆਸ਼ਰਮ 'ਚ ਸੱਦ ਕੇ ਪਲੰਘੇ ਦੇ ਬਹਾ ਕੇ ਉਹਦੇ ਥੱਲੇ ਨੱਪ ਕੇ ਫਿਰ ਹੱਸਦਾ ਹੈ ਚੇਲਿਆਂ ਸਮੇਤ। ਜ਼ਰੂਰ ਨਾ ਜਾਈਓ ਤੁਮ ਉਤਵਲ। ਇਹਨੇ ਪਹਿਲਾਂ ਵੀ ਕਿਹਾ ਤੇ ਦੂਜੀ ਵਾਰਾਂ ਜੈਤਰਾਮ ਮਹੰਤ ਕਹਿੰਦਾ ਮਹਾਰਾਜ ਜ਼ਰੂਰੀ ਬੇਨਤੀ ਹੈ, ਮੈਂ ਵਾਰ-ਵਾਰ ਕਹਿੰਦਾ ਹੈ ਵੀ ਤੁਸੀਂ ਦੱਖਣ ਨੂੰ ਨਾ ਜਾਇਓ, ਤੁਸੀਂ ਮਹਾਰਾਜ ਉਹਦੇ ਡੇਰੇ ਵੱਲ ਨਾ ਜਾਇਓ, ਜੇ ਦੱਖਣ 'ਚ ਜਾਣਾ ਹੀ ਹੈ ਤਾਂ। ਕਈ ਮਹੰਤ ਪਾਉ ਬਾਰ ਇਹ ਗੱਲ। ਉਹ ਮਹੰਤ ਨੇ ਮਹਾਰਾਜ ਨਾਲ ਭਜਨ ਕਰਦਿਆਂ ਵਾਰ-ਵਾਰ ਇਹ ਗੱਲ ਕਹੀ ਵੀ ਸਤਿਗੁਰੂ ਆ ਜਿੰਨੀਆਂ ਸਿੱਧੀਆਂ ਪਿੱਛੇ ਦੱਸੀਆਂ ਨੇ ਨਾ, ਇਹ ਸਾਰੀਆਂ ਮਾਧੋ ਦਾਸ ਬੈਰਾਗੀ ਦੇ ਵਿੱਚ ਹਨ। ਤੇ ਤੁਸੀਂ ਉਧਰ ਨਾ ਜਾਇਓ, ਸੰਤਾਂ ਨਾਲ ਮਸ਼ਕਰੀ ਕਰਦਾ ਹੈ, ਐਵੇਂ ਤੁਹਾਡੀ ਨਰਾਦਰੀ ਕਰੇਗਾ। ਸਤਿਗੁਰ ਕਹੈ ਹਮ ਮਿਟੈ ਨ ਮੂਰ। ਕਲਗੀਧਰ ਮਹਾਰਾਜ ਕਹਿੰਦੇ ਮਹੰਤ ਜੀ ਅਸੀਂ ਤਾਂ ਜ਼ਰੂਰ ਜਾਵਾਂਗੇ, ਹੁਣ ਤਾਂ ਬਿਲਕੁਲ ਹੀ ਅਸੀਂ ਨਹੀਂ ਟਲਦੇ ਉੱਥੇ ਜਾਣ ਤੋਂ। ਦੇਖ ਜਾਏਂਗੇ ਉਸੈ ਜ਼ਰੂਰ। ਆ ਭਾਵੇਂ ਅੱਗੇ ਕਿਤੇ ਵੀ ਜਾਣਾ ਹੋਵੇ, ਉਹ ਜਾਣ ਤੋਂ ਪਹਿਲਾਂ ਅਸੀਂ ਉਹਨੂੰ ਵੇਖ ਕੇ ਜਾਵਾਂਗੇ ਵੀ ਇਹ ਕਿਹੜਾ ਸਾਧ ਆ ਗਿਆ ਵੀ ਜਿਹੜਾ ਆਪਣੇ ਆਪ ਨੂੰ ਰੱਬ ਮੰਨੀ ਬੈਠਾ ਏ। ਤੁਮ ਬਾਜਣ ਖਾਈ ਜਵਾਰ। ਪਾਤਸ਼ਾਹ ਕਹਿੰਦੇ ਵੇਖ ਸਾਧੂਆ, ਜਦੋਂ ਤੂੰ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਅਰਦਾਸ ਕੀਤੀ ਸੀ ਨਾ ਬਾਜਾਂ ਅੱਗੇ ਵੀ ਤੁਸੀਂ ਅੱਜ ਮਾਸ ਨਾ ਖਾਓ ਤੇ ਅੱਜ ਜਵਾਰੀ ਖਾ ਲਓ, ਅੱਜ ਬਾਜਰੀ ਖਾ ਲਓ, ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਕਰਕੇ ਜਵਾਰ ਬਾਜਰੀ ਖਾ ਲਈ ਸੀ ਸਾਡੇ ਬਾਜਾਂ ਨੇ ਤੇਰੇ ਵੱਲੋਂ ਪਾਈ ਹੋਏ। ਤੁਮ ਆਏ ਹੋ ਉਸ ਦੇ ਹਾਰ। ਮਹਾਰਾਜ ਸਾਹਿਬ ਕਹਿੰਦੇ ਵੇਖੀ ਉਸੇ ਤਰ੍ਹਾਂ ਜਾ ਕੇ ਉਹਨੂੰ ਵੀ ਅਸੀਂ ਕਿਦਾਂ ਸੱਦਿਆ ਕਰਦੇ। ਤੂੰ ਤਾਂ ਵਾਰ-ਵਾਰ ਸਾਨੂੰ ਸੰਤਾ ਰੋਕਦਾ ਹੈ, ਤੂੰ ਉਹਦੇ ਕੋ ਹਾਰ ਖਾ ਕੇ ਆ ਗਿਆ, ਉਹਦੇ ਕੋ ਡਰ ਕੇ ਆ ਗਿਆ ਏ। ਆਪਣੇ ਸਾਥ ਦਇਓ ਇੱਕ ਚੇਲਾ। ਅਸੀਂ ਜਿੱਧਰ ਜਾ ਰਹੇ ਹਾਂ ਤੇ ਕਲਗੀਧਰ ਜੀ ਕਹਿੰਦੇ ਜੈਤ ਰਾਮ ਨੂੰ ਵੀ ਆਪਣਾ ਇੱਕ ਚੇਲਾ ਸਾਡੇ ਨਾਲ ਦੇ। ਅਸੀਂ ਜਿੱਥੇ ਜਾਣਾ ਹੈ ਨਾ ਉਸ ਸਾਧੂ ਦੇ, ਉਸ ਮਾਧੋ ਦਾਸ ਬੈਰਾਗੀ ਦੇ ਡੇਰੇ ਤੇ ਜੋ ਅਸੀਂ ਕੌਤਕ ਉੱਥੇ ਕਰਾਂਗੇ ਉਹ ਤੇਰਾ ਚੇਲਾ ਵੇਖ ਕੇ ਆ ਕੇ ਤੈਨੂੰ ਦੱਸੇਗਾ। ਦੇਖ ਆਵੇ ਉਹ ਹਮਰੋ ਮਿਲ। ਆ ਸਾਡਾ ਕਿਵੇਂ ਮੇਲ ਮਿਲਾਪ ਹੁੰਦਾ, ਕਿਵੇਂ ਉਸ ਵੈਰਾਗੀ ਸਾਧੂ ਨਾਲ ਬਚਨ ਬਲਾਸ ਹੁੰਦੇ ਆ, ਉਹ ਕੀ ਕਰਦਾ ਹੈ, ਅਸੀਂ ਕੀ ਕਰਦੇ ਆ। ਸਤਿਗੁਰੂ ਜੀ ਕਹਿੰਦੇ ਆਪਣਾ ਇੱਕ ਸੇਵਕ ਭੇਜ ਆ ਤੇ ਆਪਣੀਆਂ ਅੱਖਾਂ ਨਾਲ ਵੇਖ ਕੇ ਆ ਕੇ ਤੈਨੂੰ ਦੱਸੇਗਾ। ਜੋ ਸਤ ਨਾਨਕ ਕਲਾ ਸੁਆਈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਹਨ, ਉਹਨਾਂ ਦੇ ਅੱਗੇ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਜੀਆਂ ਕੀ ਨੇ ਜਿਹੜੀਆਂ ਤੂੰ ਕਹਿਣਾ ਵੀ ਉਹ ਵੈਰਾਗੀ ਸਾਧ ਵਿੱਚ ਨੇ, ਕਹਿੰਦੇ ਵੈਰਾਗੀ ਸਾਧ ਦੇ ਵਿੱਚ ਜਿਹੜੀਆਂ ਤੂੰ ਸ਼ਕਤੀਆਂ ਗਣਾਈਆਂ ਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ ਕਲਾ ਤਾਂ ਉਹ ਤੋਂ ਕਿਤੇ ਦੂਣ ਸਵਾਈ ਆ। ਇਹਦੇ ਅਨੰਤ ਕਲਾ ਹੋਏ ਠਾਕਰ ਚੜਿਆ, ਇਹਦੇ ਸ਼ਕਤੀਆਂ ਦਾ ਪਤਾ ਹੀ ਨਹੀਂ ਵੀ ਕਿੰਨੀਆਂ ਗੁਰੂ ਨਾਨਕ ਸਾਹਿਬ ਦੇ ਅੰਦਰ ਨੇ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਘਰ ਦੇ ਅੱਗੇ ਉਹਦਾ ਜ਼ੋਰ ਕਿਵੇਂ ਚੱਲ ਜਾਊਗਾ। ਸੇ ਲਹਿੰਗੇ ਪੈਰੀ ਪਾਈ। ਪਾਤਸ਼ਾਹ ਕਹਿੰਦੇ ਤੇਰੇ ਨਾਲ ਇਹ ਬਚਨ ਕਰਦੇ ਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ
ਜਿਹੜਾ ਸਾਧ ਲੋਕਾਂ ਨੂੰ ਤੰਗ ਕਰਦਾ ਰਿਹਾ ਉਹਨੂੰ ਪੈਰੀ ਪਾਵਾਂਗੇ, ਉਹ ਸਾਡੇ ਪੈਰੀ ਆਪਣਾ ਸਿਰ ਰੱਖੇਗਾ। ਜੋ ਕੈ ਸਤਿਗੁਰ ਹੋਵਾ ਤੇ ਤੁਰੇ। ਏਦਾਂ ਵਚਨ ਕਰਕੇ ਮਹਾਰਾਜ ਜੀ ਜੈਤ ਰਾਮ ਮਹੰਤ ਦੇ ਡੇਰੇ ਤੋਂ ਉਹਦਾ ਇੱਕ ਨਾਲ ਚੇਲਾ ਲੈ ਕੇ ਤੇ ਦੱਖਣ ਵੱਲ ਨੂੰ ਚੱਲ ਪਏ। ਸਿਉ ਰਾਹੇ ਬੰਦੇ ਕੇ ਤੁਰੇ। ਆ ਰਾਹ ਪੁੱਛਦਿਆਂ ਹੋਇਆ ਇੱਥੇ ਸੰਖੇਪ ਲਿਖਤਾ ਕਵੀ ਜੀ ਨੇ, ਜਿਹੜੇ ਅਨੇਕਾਂ ਬੁਰਹਾਨਪੁਰ ਆਦਿਕ ਨਗਰ, ਬਿਸਮਤ ਨਗਰ, ਰਾਹ ਦੇ ਵਿੱਚ ਕਈ ਨਗਰ ਆਏ, ਉਹਨਾਂ ਦੇ ਵਿੱਚ ਸੰਗਤਾਂ ਦਾ ਲੋਕਾਂ ਦਾ ਉਧਾਰ ਕਰਦਿਆਂ ਹੋਇਆ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੱਖਣ ਦੇ ਵਿੱਚ ਪਹੁੰਚ ਗਏ। ਸਤਿਗੁਰ ਪਹੁੰਚੇ ਜਾਏ ਤੇ ਉਤਰੇ ਦੇਖ ਸਥਾਨ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੱਖਣ ਦੇ ਵਿੱਚ ਪਹੁੰਚੇ ਨੇ, ਗੋਦਾਵਰੀ ਦੇ ਕੰਢੇ ਤੇ ਸੋਹਣਾ ਥਾਂ ਵੇਖ ਕੇ ਉੱਥੇ ਉਤਾਰਾ ਕੀਤਾ ਹੈ। ਇਤਿਹਾਸ 'ਚ ਦੋ ਤਰ੍ਹਾਂ ਲਿਖਿਆ ਹੈ। ਹੀਰਾ ਘਾਟ ਕਹਿੰਦੇ ਮਹਾਰਾਜ ਸਾਹਿਬ ਨੇ ਜਾ ਕੇ ਪਹਿਲਾ ਉਤਾਰਾ ਕੀਤਾ। ਦੂਜਾ ਲਿਖਿਆ ਵੀ ਨਗੀਨਾ ਘਾਟ ਦੇ ਸਾਹਮਣੇ ਸਰਬਲੋ ਬੁੰਗਾ ਏ ਛਾਉਣੀ ਨਿਹੰਗ ਸਿੰਘਾਂ, ਉੱਥੇ ਮਹਾਰਾਜ ਨੇ ਪਹਿਲਾ ਜਾ ਕੇ ਉਤਾਰਾ ਕੀਤਾ। ਮਹਾਰਾਜ ਹੀਰਾ ਘਾਟ ਗਏ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨਗੀਨੇ ਘਾਟ ਦੇ ਸਾਹਮਣੇ ਗਏ। ਜਿੱਥੇ ਵੀ ਗਏ ਮਹਾਰਾਜ ਗੋਦਾਵਰੀ ਦੇ ਕੰਢੇ ਤੇ ਗਏ, ਪਾਤਸ਼ਾਹ ਦੇ ਚਰਨ ਤਾਂ ਉੱਥੇ ਪਏ ਆ। ਪਹਿਲਾਂ ਚਲੇ ਗਏ, ਮਗਰੋਂ ਚਲੇ ਗਏ, ਕਲਾ ਦੇ ਇੱਕੋ ਜੀ ਮਹਾਰਾਜ ਦੇ ਚਰਨ ਪੈਣ ਦੇ ਨਾਲ ਵਰਤਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਨਗੀਨੇ ਘਾਟ ਦੇ ਸਾਹਮਣੇ ਪੜਾ ਕੀਤਾ। ਇੱਥੇ ਦਲ ਉਤਰ ਗਿਆ ਤੇ ਕੁਝ ਗਿਣਤੀ ਦੇ ਸਿੰਘ ਨਾਲ ਲਏ, ਤੇ ਜਿੱਥੇ ਹੁਣ ਗੁਰਦੁਆਰਾ ਹੈ ਨਾ ਬੰਦਾ ਘਾਟ, ਗੋਦਾਵਰੀ ਦੇ ਕੰਢੇ ਕੰਢੇ ਹੀ ਉੱਥੋਂ ਮਹਾਰਾਜ ਸਾਹਿਬ ਜੀ ਉਧਰ ਨੂੰ ਚੱਲ ਪਏ। ਬਿਨ ਬੈਲੀ ਹਾਰਟ ਚੱਲੈ ਲੇਖ ਅਚੰਭੈ ਲਖੈ ਅਚੰਭ ਜਹਾਨ। ਜਿੱਥੇ ਬਾਬਾ ਬੰਦਾ ਬਹਾਦਰ ਜੀ ਜੋ ਮਾਧੋ ਦਾਸ ਦੇ ਰੂਪ ਵਿੱਚ ਨੇ, ਹਾਲਾਂ ਕਹਿੰਦੇ ਵੀ ਉਹਨਾਂ ਦੇ ਕੋਲ ਵਾਕਈ ਐਸੀਆਂ ਸ਼ਕਤੀਆਂ ਨੇ ਵੀ ਖੂਹ ਹੈ, ਉੱਥੇ ਖੂਹ ਦੀਆਂ ਹਲਟਾਂ ਚੱਲ ਰਹੀਆਂ ਨੇ ਪਰ ਬਲਦ ਕੋਈ ਨਹੀਂ। ਬਿਨਾਂ ਬਲਦਾਂ ਤੋਂ ਖੂਹ ਚੱਲ ਰਿਹਾ ਹੈ, ਪਾਣੀ ਨਿਕਲ ਰਿਹਾ ਹੈ, ਬਲਦ ਕੋਈ ਨਹੀਂ ਹੈ, ਟਿੰਡਾਂ ਘੁੰਮ ਰਹੀਆਂ ਨੇ, ਪਾਣੀ ਬਾਹਰ ਆ ਰਿਹਾ। ਵੇਖ ਵੇਖ ਕੇ ਸਾਰੇ ਲੋਕ ਹੈਰਾਨ ਹੁੰਦੇ ਨੇ ਵੀ ਇਸ ਵੈਰਾਗੀ ਸਾਧੂ ਦੇ ਵਿੱਚ ਐਸੀਆਂ ਸ਼ਕਤੀਆਂ ਵੀ ਬਿਨਾਂ ਬਲਦਾਂ ਤੋਂ ਖੂਹ ਜੋਇਆ ਹੋਇਆ ਏ। ਜਾਓ ਕੋਈ ਬਹੁਤ ਜਗ੍ਹਾ ਉਨਵੇਸ਼ ਬਣਾਈ। ਕਹਿੰਦੇ ਵੀ ਬਹੁਤ ਸੋਹਣੀ ਜਗ੍ਹਾ ਬਣਾਈ ਸੀ, ਆਸ਼ਰਮ ਬੜਾ ਸੋਹਣਾ, ਬਾਗ ਬਗੀਚੇ, ਫਲਦਾਰ ਫੁੱਲਦਾਰ ਦਰਖਤ ਲਾਏ, ਕਈ ਤਰ੍ਹਾਂ ਦੇ ਪੰਛੀ, ਕਈ ਬੱਕਰੀਆਂ ਬੱਕਰੇ ਆਦਿਕ ਜਾਨਵਰ ਰਹਿੰਦੇ। ਪਰ ਮਜਾਲ ਹੈ ਕੋਈ ਉੱਥੇ ਮੂੰਹ ਲਾ ਜਾਵੇ, ਕੋਈ ਪੱਤਾ ਖਾ ਜਾਏ, ਕੋਈ ਬਗੀਚੀ ਖਰਾਬ ਕਰ ਦੇ। ਕੋਈ ਕੁਟੀਆ ਬਣਾਈ ਆ ਸਾਧੂ ਮਹੰਤਾਂ ਦੇ ਬਹਿਣ ਵਾਸਤੇ, ਜਿਹੜੇ ਇਹਦੇ ਚੇਲੇ ਨੇ ਉਹਨਾਂ ਦੇ ਰਹਿਣ ਵਾਸਤੇ। ਇਹ ਗੋਦਾਵਰੀ ਦੇ ਕੰਢੇ ਤੇ ਕਹਿੰਦੇ ਬੜਾ ਰਮਣੀਕ ਸਥਾਨ ਬਣਾਇਆ ਹੈ, ਬੜਾ ਸੋਹਣਾ ਡੇਰਾ ਬਣਾਇਆ ਏ। ਦੇਖਤ ਚਿਤ ਜਿਸ ਰਹਿ ਲੁਭਾਈ। ਜਿਹੜਾ ਜਾ ਕੇ ਵੇਖਦਾ ਹੈ ਨਾ ਉਹਦਾ ਚਿੱਤ ਲੁਭਾਏਮਾਨ ਹੋ ਜਾਂਦਾ ਹੈ। ਕਹਿੰਦੇ ਕਿੰਨਾ ਸੋਹਣਾ ਹੈ, ਇੱਥੇ ਨਾ ਰਹੀਏ। ਏਦਾਂ ਦੀ ਮਨ ਨੂੰ ਖਿੱਚ ਆ ਜਾਂਦੀ ਜਿੱਥੇ ਮਾਧੋ ਦਾਸ ਵੈਰਾਗੀ ਡੇਰਾ ਬਣਾ ਕੇ ਬੈਠਾ। ਕਹਿੰਦੇ ਇਹੋ ਜੀ ਖਿੱਚ ਆਉਂਦੀ ਸੀ ਵੀ ਆਪਾਂ ਇੱਥੇ ਹੀ ਰਹੀਏ, ਘਰੇ ਕੀ ਕਰਨਾ ਜਾ ਕੇ। ਇਦਾਂ ਦਾ ਇਹਨੇ ਆਪਣੀਆਂ ਸ਼ਕਤੀਆਂ ਦੇ ਨਾਲ ਸੋਹਣਾ ਬਾਗ ਬਗੀਚਾ ਬਣਾਇਆ। ਲੰਗ ਅੰਦਰ ਥੋ ਤੈ ਇੱਕ ਡਾਹ। ਆ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਉਹਦੇ ਡੇਰੇ ਵੱਲ ਗਏ ਨੇ, ਤੇ ਇਹ ਅੰਦਰ ਜਿੱਥੇ ਕੋਈ ਝੌਪੜੀ ਜੀ ਕੁਟੀਆ ਜੀ ਬਣੀ ਆ, ਉਹਦੇ ਹੇਠਾਂ ਇੱਕ ਬੜਾ ਵੱਡਾ ਪਲੰਘ ਡਾਇਆ ਹੋਇਆ ਏ। ਗੱਡੀ ਸਰਹਾਣ ਉੱਪਰ ਆ ਉਹਦੇ ਸਰਾਣੇ ਵਾਲੇ ਪਾਸੇ ਇੱਕ ਗੱਦੀ ਰੱਖੀ ਹੋਈ ਆ ਬਹੁਤ ਵੱਡੀ, ਤੇ ਸੋਹਣਾ ਮਖਮਲੀ ਸੇਜਾ ਦਾ ਬਿਸਤਰਾ ਵਿਛਿਆ ਏ। ਸਵਾ ਸੁਗੱਦ ਕਰ ਉੱਚੋ ਰਹਿ। ਕਹਿੰਦੇ ਸਵਾ ਗਜ ਉਹਦੇ ਪਾਵੇ ਧਰਤੀ ਤੇ ਤਾਂ ਹੀ ਰਹਿੰਦੇ ਨੇ, ਜਿੱਥੇ ਮਾਧੋ ਦਾਸ ਬੈਰਾਗੀ ਬਹਿੰਦਾ ਏ। ਸਵਾ ਗਜ ਧਰਤੀ ਦੇ ਨਾਲੋਂ ਪਾਵੇ ਉਹਦੇ ਜ਼ਮੀਨ ਤੋਂ ਤਾਂ ਹਵਾ ਦੇ ਵਿੱਚ ਹੀ ਉੱਡੇ ਰਹਿੰਦੇ ਹਰ ਸਮੇਂ। ਨਾਰਾਇਣ ਦਾਸ ਤੁਸੀਂ ਉੱਪਰ ਬਹਿ। ਆ ਨਾਰਾਇਣ ਦਾਸ ਹੈ ਜਿਹੜਾ ਮਾਧੋ ਦਾਸ ਹੈ, ਉਸ ਪਲੰਘੇ ਦੇ ਉੱਤੇ ਕਹਿੰਦੇ ਬਹਿੰਦਾ, ਇੱਥੇ ਰਾਤ ਨੂੰ ਸੌਂਦਾ ਏ, ਵਿਸ਼ਰਾਮ ਕਰਦਾ ਏ। ਔਰ ਬਹੇ ਤਿਸ ਦੇਹ ਗਿਰਾਏ। ਤੇ ਜੇ ਕੋਈ ਹੋਰ ਸਾਧੂ ਮਹਾਤਮਾ ਉੱਥੇ ਆ ਕੇ ਬਹਿੰਦਾ ਏ, ਜਾਂ ਆਪ ਜੇ ਕਿਸੇ ਨਾਲ ਮਸ਼ਕਰੀ ਕਰਦਿਆਂ ਭਾਉਂਦਾ ਏ, ਤੇ ਹਵਾ 'ਚ ਪਹਿਲਾਂ ਹੀ ਆਉਂਦਾ, ਥੋੜਾ ਜਿਹਾ ਹੋਰ ਆਪਣੀ ਸ਼ਕਤੀ ਨਾਲ ਉਡਾ ਕੇ ਮੂਧਾ ਮਾਰ ਕੇ ਧਰਤੀ ਤੇ ਸੁੱਟ ਦਿੰਦਾ ਏ। ਉਹ ਸਾਧ ਥੱਲੇ ਤੇ ਪਲੰਘਾ ਉੱਤੇ ਹੁੰਦਾ ਏ। ਇਸੇ ਬਿਆੰਤ ਥੇ ਉਹਨੇ ਬਣਾਏ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਦੀ ਇਹਨੇ ਵਿਉਂਤ ਬਣਾ ਕੇ ਰੱਖੀ ਹੋਈ ਸੀ ਵੀ ਪਲੰਘੇ ਦੇ ਬਹਾ ਕੇ ਤੇ ਪਲੰਘੇ ਨੂੰ ਉਲਟਾ ਕੇ ਹੇਠਾਂ ਸੁੱਟ ਦਿੰਦਾ। ਹੋਰ ਪਹੁੰਚਿਓ ਸਤਿਗੁਰ
ਗੁਰ ਜੇ ਸੰਗ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕੁਝ 20-25 ਸਿੰਘ ਨਾਲ ਲੈ ਕੇ ਤੇ ਸਾਹਿਬ ਜੀ ਪਹੁੰਚ ਗਏ ਉੱਥੇ ਸ਼ਸਤਰ ਧਾਰੀ ਮਹਾਰਾਜ ਦੇ ਯੋਧੇ। ਤੇ ਜਿਸ ਵੇਲੇ ਸਤਿਗੁਰੂ ਜੀ ਮਾਧੋ ਦਾਸ ਦੇ ਆਸ਼ਰਮ ਦੇ ਵਿੱਚ ਪਹੁੰਚੇ ਨੇ, ਕਯੋ ਬੰਦੋ ਕਹੋ ਔਰ ਕਹਿੰਦੇ ਉਹ ਜਿਹੜਾ ਮਾਧੋ ਦਾਸ ਉਹ ਡੇਰੇ ਵਿੱਚ ਨਹੀਂ ਸੀ, ਉੱਥੋਂ ਕਿਤੇ ਪਰਾਂ ਹੋਰ ਜੰਗਲ ਦੇ ਵਿੱਚ ਗਿਆ ਸੀ ਕੋਈ ਧਿਆਨ ਸਾਧਨਾ ਲਾਉਣ। ਰੰਗ ਸ਼ਿੰਗਾਰਿਓ ਦੇਖ ਕੇ ਕਲਗੀਧਰ ਮਹਾਰਾਜ ਅੰਦਰ ਗਏ ਤੇ ਸਾਹਮਣੇ ਵੇਖਿਆ ਵੀ ਪਲੰਗ ਬੜਾ ਵਧੀਆ ਸ਼ਿੰਗਾਰਿਆ ਹੈ, ਵੀ ਆਲੇ ਦੁਆਲੇ ਝਾਲਰਾਂ ਨੇ, ਬੜੇ ਸੋਹਣੇ ਬਸਤਰ ਹਨ ਤੇ ਬੜਾ ਸੋਹਣਾ ਸਰਾਣਾ ਏ। ਗੁਰ ਚੜ ਬੈਠੇ ਦੌਰ ਧੰਨ ਗੁਰੂ ਕਲਗੀਧਰ ਮਹਾਰਾਜ ਬੜੀ ਕਾਹਲੀ ਦੇ ਨਾਲ ਛਾਲ ਮਾਰ ਕੇ, ਹਵਾ 'ਚ ਸੀ ਨਾ ਥੋੜਾ ਜਿਹਾ ਪਲੰਗ ਸਵਾ ਕੁ ਗਜ, ਛਾਲ ਮਾਰ ਕੇ ਮਹਾਰਾਜ ਜੀ ਪਲੰਗੇ ਦੇ ਬਿਰਾਜਮਾਨ ਹੋ ਗਏ। ਜਾਓ ਪਈ ਤਿਸ ਕੇ ਬੱਕਰੇ ਸਿੰਘਨ ਮਹਾਰਾਜ ਪਲੰਗੇ ਦੇ ਬਹਿ ਗਏ ਤੇ ਆਸ਼ਰਮ ਦੇ ਵਿੱਚ ਕੁਝ ਚਟੰਗੇ ਕੁਝ ਬੱਕਰੇ ਇਧਰ ਉਧਰ ਮਿਆ ਕਰਦੇ ਤੁਰੇ ਫਿਰਦੇ ਸੀ। ਮਹਾਰਾਜ ਸਾਹਿਬ ਦੀ ਆਗਿਆ ਲੈ ਕੇ ਸਿੰਘਾਂ ਨੇ ਕੱਢ ਕੇ ਸ੍ਰੀ ਸਾਹਿਬਾਂ ਖੂਹ ਦੇ ਵਿੱਚੋਂ ਜਲ ਤੇ ਪਹਿਲਾਂ ਹੀ ਵਗ ਰਿਹਾ ਸੀ, ਇਸ਼ਨਾਨ ਕਰਾ ਕੇ ਝਟਕੇ ਕਰਦੇ ਸ਼ਿਕਾਰ ਖੇਡਦਾ ਬੱਕਰਿਆਂ ਦਾ। ਕਾਟ ਕੂਟ ਦੇ ਦੇਖਣ ਪਾਏ ਆਏ ਤਾਂ ਕਹਿੰਦੇ ਵੀ ਕੱਟ ਕੁੱਟ ਕੇ ਇਦਾਂ ਬੱਕਰੇ ਝਟਕਾਏ, ਜਿੱਥੇ ਦਾ ਆਸ਼ਰਮ ਸੀ ਉਹਦੇ ਵਿੱਚ ਬੱਕਰਿਆਂ ਦੇ ਲਹੂ ਦੇ ਨਾਲ ਸਾਰੀ ਧਰਤੀ ਲਾਲੋ ਲਾਲ ਹੋ ਗਏ। ਇਸ ਤੇ ਲੈ ਜਾ ਕਰੀ ਪੁਕਾਰ ਜਦੋਂ ਸਿੰਘਾਂ ਨੇ ਬੱਕਰੇ ਝੜਕੇ ਤੇ ਮਹਾਰਾਜ ਸਾਹਿਬ ਜੀ ਪਲੰਗੇ ਦੇ ਬਹਿ ਗਏ ਤੇ ਜਿਹੜੇ ਇਹਦੇ ਚੇਲੇ ਸੀ ਉਹਦੇ ਸਾਹੋ ਦਾਈ ਬਾਹੋ ਵਾਹੀ ਹੋ ਕੇ ਤੇ ਭੱਜ ਕੇ ਆਪਣੇ ਗੁਰੂ ਮਾਧੋ ਦਾਸ ਦੇ ਕੋਲ ਪਹੁੰਚੇ। ਕਰਾਈ ਕ੍ਰੋਧ ਲੈ ਆਏ ਨਾਰ ਉੱਥੇ ਜਾ ਕੇ ਕਹਿੰਦੇ ਵੀ ਬੜੀਆਂ ਗੱਲਾਂ ਕੀਤੀਆਂ, ਕਹਿਣ ਲੱਗੇ ਮਾਧੋ ਦਾਸ ਜੀ ਸੰਤ ਜੀ ਅਨਰਥ ਹੋ ਗਿਆ ਆਪਣੇ ਡੇਰੇ ਦੇ ਵਿੱਚ, ਤੁਸੀਂ ਇੱਥੇ ਬੈਠੇ ਹੋ, ਉੱਥੇ ਕੋਈ ਆਇਆ ਹੈ। ਕਹਿੰਦਾ ਕੌਣ ਆਇਆ ਹੈ? ਕਹਿੰਦਾ ਜੇ ਦੇ ਵੇਖੀ ਉਹਨਾਂ ਦੀ ਕਲਗੀ ਵੇਖ ਕੇ ਲੱਗਦਾ ਹੈ ਵੀ ਕੋਈ ਰਾਜਾ ਹੈ, ਕੋਈ ਪਾਤਸ਼ਾਹ ਆਇਆ ਹੈ, ਤੇ ਜੇ ਉਹਨਾਂ ਦਾ ਚਿਹਰਾ ਵੇਖੀਏ ਤੇ ਵੇਖ ਕੇ ਲੱਗਦਾ ਹੈ ਵੀ ਕੋਈ ਸੰਤ ਹੈ, ਕੋਈ ਤੇਜਸਵੀ ਪੁਰਖ ਹੈ। ਉਹਨਾਂ ਦੇ ਨਾਲ ਬਰਸ਼ਿਆਂ ਵਾਲੇ ਵੀ ਨੇ, ਵੱਡੀਆਂ ਵੱਡੀਆਂ ਕਿਰਪਾਨਾਂ ਨੇ, ਉਹਨਾਂ ਨੇ ਆ ਕੇ ਤੇ ਆਪਣੇ ਡੇਰੇ ਦੇ ਵਿੱਚ ਬੱਕਰੇ ਵੱਢ ਦਿੱਤੇ ਆ, ਲਹੂ ਨਾਲ ਸਾਰਾ ਆਸ਼ਰਮ ਪਿਟਿਆ ਗਿਆ ਤੇ ਆਪ ਉਹ ਜਿਹੜਾ ਤੇਜਸਵੀ ਪੁਰਖ ਹੈ ਉਹਨਾਂ ਦਾ ਜਥੇਦਾਰ ਹੈ, 20-25 ਜਿਹੜੇ ਕੋਈ ਉਹਨਾਂ ਦੇ ਸਿਪਾਹੀ ਨੇ, ਫੌਜੀ ਨੇ, ਉਹ ਤੁਹਾਡੇ ਪਲੰਗੇ ਤੇ ਬਹਿ ਗਿਆ ਹੈ ਤੇ ਤੁਸੀਂ ਇੱਥੇ ਬੈਠੇ ਹੋ। ਇਦਾਂ ਹੋਰ ਗੱਲਾਂ ਬਾਤਾਂ ਕਰਕੇ ਉਹਨੇ ਕਿਹਾ ਤੂੰ ਰੋਕੇ ਨਾ। ਮਾਧੋ ਦਾਸ ਆਪਣੇ ਚੇਲੇ ਨੂੰ ਕਹਿੰਦਾ ਰੋਕਿਆ ਨਾ, ਕਹਿੰਦਾ ਰੋਕਣਾ ਕੀ ਸੀ, ਉਹਨਾਂ ਦੇ ਬਰਸ਼ੇ ਵੇਖ ਕੇ ਡਰ ਲੱਗਦਾ ਸੀ ਕਿਤੇ ਢਿੱਡ 'ਚ ਨਾ ਨਗਾ ਦੇਣ, ਤੇ ਤੁਸੀਂ ਚਲੋ ਆਪਣੀਆਂ ਹੁਣ ਸ਼ਕਤੀਆਂ ਦੇ ਨਾਲ ਉਹਨਾਂ ਨੂੰ ਉਹਦਾ ਮਜ਼ਾ ਚਖਾਓ ਜਿਹੜਾ ਉਹਨਾਂ ਨੇ ਆਪਣੇ ਆਸ਼ਰਮ ਦੇ ਵਿੱਚ ਆ ਕੇ ਉਹ ਪੱਧਰਵ ਕੀਤਾ ਹੈ। ਇਹ ਗੱਲ ਸੁਣ ਕੇ ਮਾਧੋ ਦਾਸ ਕਹਿੰਦੇ ਬੜਾ ਕ੍ਰੋਧ ਵਿੱਚ ਆਇਆ ਤੇ ਵਾਹੋ ਦਾਈ ਆਪਣੇ ਡੇਰੇ ਨੂੰ ਤੁਰਿਆ। ਦੇਖਤ ਪਲੰਗ ਸੋ ਅਤ ਰੋਹ ਭਰਿਓ ਅੰਦਰ ਨਹੀਂ ਵੜਿਆ, ਹਜੇ ਬਹੁਤ ਦੂਰ ਹੀ ਆਇਆ ਤੇ ਦੂਰੋਂ ਵੇਖਿਆ ਵੀ ਮੇਰੇ ਪਲੰਗ ਤੇ ਕੋਈ ਬੈਠਾ ਹੈ। ਉਹ ਮਹਾਰਾਜ ਸਾਹਿਬ ਜੀ ਦੇ ਸਰੂਪ ਦੇ ਹਜੇ ਪੂਰੇ ਨੇੜਿਓਂ ਦਰਸ਼ਨ ਨਹੀਂ ਹੋਏ ਤੇ ਵੇਖ ਕਰਕੇ ਜਿਹੜਾ ਮਾਧੋ ਦਾਸ ਹੈ ਕਹਿੰਦੇ ਵੀ ਬੜਾ ਕ੍ਰੋਧ ਦੇ ਨਾਲ ਭਰ ਗਿਆ। ਕ੍ਰੋਧ ਕਬੀਰਨ ਹੁਕਮ ਕੋ ਕਰਿਓ ਕ੍ਰੋਧ ਦੇ ਵਿੱਚ ਆ ਕੇ ਜਿਹੜੇ ਨੇ 52 ਵੀਰ ਵਸ ਕੀਤੇ ਸੀ ਨਾ, ਜਿਹੜੀ ਉਹ ਕਿਤਾਬ ਪੜ੍ਹ ਕੇ ਸ਼ਕਤੀਆਂ ਲਈਆਂ ਸੀ, ਇਹਨੂੰ ਇਹ ਸੀ ਵੀ ਇਹਨਾਂ ਸ਼ਕਤੀਆਂ ਨਾਲ ਹੀ ਮੈਂ ਸਾਰਿਆਂ ਨੂੰ ਜਿੱਤ ਲੂੰਗਾ, ਰੱਬ ਬਣ ਕੇ ਬੈਠਾ। ਤੇ ਇਹਨੇ ਉਹ ਗੁੱਸੇ ਵਿੱਚ ਆ ਕੇ 52 ਵੀਰਾਂ ਨੂੰ ਹੁਕਮ ਦਿੱਤਾ, ਜਾ ਵੀਰਨ ਤਲ ਪਲੰਗੀ ਉਠਾਇਆ। ਉਹ ਕਹਿਣ ਲੱਗੇ ਵੀ ਜਾਓ ਜਿਹੜਾ ਮੇਰੇ ਪਲੰਗੇ ਦੇ ਉੱਤੇ ਬੈਠਾ ਏ ਪਲੰਗਾ ਮੂਧਾ ਕਰਕੇ ਉਹਨੂੰ ਧਰਤੀ ਦੇ ਹੇਠਾਂ ਸੁੱਟ ਦਿਓ। ਬੰਦੇ ਬਹਾਦਰ ਮਾਧੋ ਦਾਸ ਵੈਰਾਗੀ ਦੇ ਇਹ ਗੱਲ ਕਹਿਣ ਦੀ ਦੇਰ ਸੀ, ਜਿਹੜੇ ਉਹ ਵੀਰ ਸੀ ਇਹਨਾਂ ਬੜੀ ਤੇਜ਼ੀ ਦੇ ਨਾਲ ਜਾ ਕੇ ਜਿੱਤੇ ਮਹਾਰਾਜ ਬਰਾਜੇ ਨੇ ਉਹ ਪਲੰਗਾ ਤਾਂ ਚੁੱਕਣ ਲੱਗ ਪਏ। ਸਤਿਗੁਰ ਤੀਰ ਸਾਥ ਦਬਾਇਆ ਜਦੋਂ ਪਲੰਗਾ ਥੋੜਾ ਜਿਹਾ ਨਾ ਤਾਂ ਚੁੱਕਿਆ ਤੇ ਸਾਹਿਬਾਂ ਨੇ ਚੌਹਾਂ ਪਾਵਿਆਂ ਤੇ ਆਪਣੇ 4 ਤੀਰ ਰੱਖਤੇ। ਤੀਰ ਰੱਖਣ ਦੀ ਦੇਰ ਹੀ ਸੀ ਉਹ ਪਲੰਗਾ ਜਿਹੜਾ ਜ਼ਮੀਨ ਦੇ ਉੱਤੇ ਜੰਮ ਗਿਆ। ਹਵਾ 'ਚ ਰਹਿੰਦਾ ਸੀ ਪਹਿਲਾਂ, ਮਹਾਰਾਜ ਨੇ ਤੀਰ ਰੱਖੇ ਤੇ ਪਲੰਗਾ ਜ਼ਮੀਨ ਦੇ ਨਾਲ ਐਨ ਖੁੱਭ ਗਿਆ ਜਿਵੇਂ ਵਿੱਚ ਕਿੱਲੇ ਗੱਡੇ ਹੋਣ। ਫੇਰ ਮੁਵੱਕਲ ਲਾਇਓ ਤਾਨ ਇਹਨਾਂ ਨੇ ਆਪਣਾ ਕਹਿੰਦੇ ਵੀ ਵੀਰਾਂ ਨੇ ਫੇਰ ਬਲ ਲਾਇਆ ਵੀ ਪਲੰਗਾ ਜਿਹੜਾ ਹੈ ਉਹ ਮੂਧਾ ਮਾਰੀ। ਇਹਨਾਂ ਨੇ ਆਪਣੀ ਸ਼ਕਤੀ ਲਾਈ ਵੀ ਕਿਵੇਂ ਜਿਹੜਾ ਇਹ ਪੁਰਖ ਬੈਠਾ ਏ ਸਾਡੇ ਗੁਰੂ ਦੇ ਪਲੰਗੇ ਦੇ, ਇਹਨੂੰ ਮੂਧਿਆਂ ਮਾਰ ਕੇ ਥੱਲੇ ਸੁੱਟ ਦਈਏ। ਆਓ ਫਿਰ ਉੱਠਿਓ ਨਾ ਅੰਗੁਲ ਸਮਾਨ। ਜਦੋਂ ਦੂਜੀ ਵਾਰਾਂ ਜ਼ੋਰ ਲਾਇਆ ਮਹਾਰਾਜ ਨੇ, ਜਦੋਂ 4 ਪਾਵਿਆਂ ਤੇ 4 ਤੀਰ ਰੱਖਦੇ, ਕਹਿੰਦੇ ਵੀ ਇੱਕ ਉਂਗਲੀ ਜਿੰਨਾ ਵੀ ਜਿਹੜਾ ਪਲੰਗਾ ਸੀ ਉਹ ਧਰਤੀ ਤੋਂ ਤਾਂ ਨਾ ਚੁੱਕ ਸਕੇ। ਲੰਕ ਅਚਲ ਲੱਖ ਹੋਏ ਗਏ ਕੋਇਲਾ। ਆ ਕਹਿੰਦੇ ਵੀ ਇਹਨਾਂ ਜਦੋਂ ਵੇਖਿਆ ਨਾ ਵੀ ਪਲੰਗ ਅਚਲ ਹੋ ਗਿਆ ਹੈ, ਵੀ 52 ਵੀਰ ਜਿਹੜੇ ਨੇ ਇਹਨਾਂ ਕੋ ਪਲੰਗਾ ਚੁੱਕਿਆ ਨਹੀਂ ਜਾ ਰਿਹਾ,
ਮਾਧੋ ਦਾਸ ਵੇਖ ਕਰਕੇ ਕਹਿੰਦੇ ਇਹ ਤਾਂ ਜਲ ਬਲ ਕੇ ਕੋਲਾ ਹੀ ਹੋ ਗਿਆ। ਜਿਹੜੀ ਚੀਜ਼ ਸੜੀ ਹੋਵੇ ਤੇ ਸੜਨ ਤੋਂ ਬਾਅਦ ਕੋਲਾ ਬਣ ਜਾਂਦਾ ਹੈ ਨਾ, ਇਦਾਂ ਜਦੋਂ ਮਾਧੋ ਦਾਸ ਨੇ ਵੇਖਿਆ ਵੀ ਮੇਰੇ ਜਿਹੜੇ ਇਹ ਸ਼ਕਤੀਆਂ ਨੇ, ਮੇਰੇ ਜਿਹੜੇ ਇਹ ਵੀਰ ਨੇ, ਇਹਨਾਂ ਕੋ ਇਹ ਤਜਸਵੀ ਪੁਰਖ ਦਾ ਪਲੰਗਾ ਹੀ ਨਹੀਂ ਚੁੱਕ ਕੇ ਮੋਢਾ ਕੀਤਾ ਗਿਆ। ਇਹ ਵੇਖ ਕਰਕੇ ਇਹ ਕੋਲਾ ਹੋ ਗਿਆ ਸੜ ਬਲ ਕੇ। ਕ੍ਰੋਧ ਸਾਥ ਫਿਰ ਵਕਲਨ ਬੁੱਲ, ਫਿਰ ਬੜੇ ਕ੍ਰੋਧ ਦੇ ਨਾਲ ਉਹਨਾਂ ਵੀਰਾਂ ਨੂੰ ਏਦਾਂ ਇਹਨੇ ਹੁਕਮ ਦਿੱਤਾ, ਉਤ ਇਸੈ ਕੀ ਜਾਨ ਉਡਾਵੋ। ਕਹਿੰਦਾ ਜੇ ਪਲੰਗਾ ਨਹੀਂ ਚੁੱਕਿਆ ਜਾਂਦਾ ਤੇ ਰਹਿਣ ਦੋ। ਜਿਹੜਾ ਇਹ ਪੁਰਖ, ਜਿਹੜਾ ਇਹ ਤਜਸਵੀ, ਜਿਹੜਾ ਇਹ ਬੰਦਾ ਮਹਾਰਾਜ ਵੱਲ ਹੱਥ ਕਰਕੇ ਕਹਿੰਦਾ ਉੱਤੇ ਬੈਠਾ ਏ, ਇਹਦੀ ਜਾਨ ਗਵਾ ਦੇ, ਇਹਨੂੰ ਹੁਣੇ ਹੀ ਮਾਰ ਦਿਓ। ਇਤੀ ਦੇਰ ਤੁਮ ਕਾਹੇ ਦਾਵੋ। ਗੁੱਸੇ ਵਿੱਚ ਆ ਕੇ ਕਚੀਜੀਆਂ ਲੈ ਲੈ ਕੇ ਤੇ ਕਹਿੰਦੇ ਵੀਰਾਂ ਨੂੰ ਪੈਂਦਾ, ਕਹਿੰਦਾ ਇੰਨਾ ਚਿਰ ਤੁਹਾਨੂੰ ਮੈਂ ਸਿੱਧ ਕੀਤਾ, ਮੈਂ ਇੰਨੀ ਕਮਾਈ ਕੀਤੀ, ਇੰਨੀਆਂ ਮੇਰੇ 'ਚ ਸ਼ਕਤੀਆਂ, ਤੇ ਤੁਸੀਂ ਕਿੰਨਾ ਚਿਰ ਲਾ ਦਿੱਤਾ ਏ। ਜੇ ਪਲੰਗਾ ਨਹੀਂ ਚੁੱਕ ਸਕਦੇ ਤਾਂ ਜਿਹੜਾ ਉੱਤੇ ਬੈਠਾ ਏ ਇਹਨੂੰ ਜਾਨੋਂ ਮਾਰ ਕੇ ਮੁਕਾ ਦਿਓ। ਹੋਰ ਤਪੈ ਵਕਲਨ ਉਸ ਕਹਿਓ, ਹਮ ਕਿਛ ਰਖਿਓ ਨ ਕਾਨ। ਤੇ ਜਿਹੜੇ ਵੀਰ ਸੀ ਨਾ, ਇਹ ਹੱਥ ਜੋੜ ਕੇ ਮਾਧੋ ਦਾਸ ਨੂੰ ਕਹਿਣ ਲੱਗੇ, ਮਾਧੋ ਦਾਸ ਜੀ ਅਸੀਂ ਆਪਣਾ ਬਲ ਲਾਉਣ ਦੀ ਕੋਈ ਕਸਰ ਨਹੀਂ ਛੱਡੀ, ਜਿੰਨੀ ਸਾਡੇ 'ਚ ਤਾਕਤ ਹੈ ਨਾ ਅਸੀਂ ਉਹ ਤੋਂ ਵੱਧ ਹੀ ਜ਼ੋਰ ਲਾਇਆ ਏ ਉਹ ਪਲੰਗਾ ਚੁੱਕ ਕੇ ਮੂਧਾ ਮਾਰਨ ਦੇ ਲਈ। ਕੋ ਹਮ ਦੁਖ ਦੇਵੈ ਸੋ ਪਵੈ ਹਮ ਪਰਿਆਮ। ਪਰ ਪਤਾ ਨਹੀਂ ਵੀ ਜੋ ਪਲੰਗੇ ਤੇ ਬੈਠਾ ਹੈ ਵੀ ਉਹ ਕੀ ਸ਼ਕਤੀ ਹੈ, ਉਹਦੇ ਵਿੱਚ ਕੀ ਤਜਸਵੀ ਪੁਰਖ ਹੈ ਵੀ ਅਸੀਂ ਉਹਨਾਂ ਨੂੰ ਦੁੱਖ ਦੇਣਾ ਚਾਹੁੰਦੇ ਆ, ਉਹਨਾਂ ਨੂੰ ਸੁੱਟ ਕੇ ਮੂਧਿਆਂ ਮਾਰਨਾ ਚਾਹੁੰਦੇ ਆ। ਪਰ ਜਿਉਂ-ਜਿਉਂ 52 ਵੀਰ ਮਾਧੋ ਦਾਸ ਨੂੰ ਕਹਿੰਦੇ ਅਸੀਂ ਉਹਨਾਂ ਨੂੰ ਦੁੱਖ ਦਿੰਨੇ ਆ, ਉਹਨਾਂ ਨੂੰ ਤੇ ਕੁਝ ਹੁੰਦਾ ਨਹੀਂ, ਸਗੋਂ ਉਲਟਾ ਆ ਕੇ ਸਾਡੇ ਦੇ ਮੁਸੀਬਤ ਪੈਂਦੀ, ਸਾਨੂੰ ਦੁੱਖ ਲੱਗਦਾ ਏ। ਜਾਓ ਕੋਈ ਜਾਓ ਉਸ ਕੋ ਹਮ ਦੁਖ ਤਹਿ ਲਾਇਆ। ਜਦੋਂ ਅਸੀਂ ਚਾਹੁੰਦੇ ਆ ਨਾ ਵੀ ਇਹ ਜਿਹੜਾ ਬੈਠਾ ਹੈ ਪੁਰਖ ਤੁਹਾਡੇ ਪਲੰਗੇ ਦੇ, ਵੀ ਇਹਨੂੰ ਸੁੱਟ ਕੇ ਤੇ ਦੁਖੀ ਕਰ ਦਈਏ, ਇਹਨੂੰ ਤੜਫਾਈਏ, ਹੋ ਤੇਰੇ ਦੇ ਹਮ ਦੁਖ ਸਵਾਇਆ। ਤੇ ਉਹਨਾਂ ਨੂੰ ਤਾਂ ਕੁਝ ਹੁੰਦਾ ਨਹੀਂ, ਉਹਦੇ ਮੁਸਕਰਾ ਰਹੇ ਆ, ਆਨੰਦ ਦੇ ਵਿੱਚ ਆ। ਉਲਟਾ ਕਹਿੰਦੇ ਸਾਡੇ ਦਿਲ ਦੇ ਵਿੱਚ ਦੁਗਣਾ ਦੁੱਖ ਹੁੰਦਾ ਹੈ, ਸਾਡੇ ਅੰਦਰ ਚੀਜ਼ ਉੱਡਦੀ ਆ। ਜਾਓ ਹਮ ਇਸ ਕੇ ਨੇੜੇ ਜਾਵੇ। ਤੇ ਜੇ ਅਸੀਂ ਮਾਧੋ ਦਾਸ ਜੀ ਇਸ ਤਜਸਵੀ ਪੁਰਖ ਦੇ ਨੇੜੇ ਜਾਂਦੇ ਹਾਂ, ਤੇਜ ਅਗਨ ਸੋ ਹਮੈ ਜਲਾਵੇ। ਇਹਨਾਂ ਦਾ ਤੇਜ ਇੰਨਾ ਇਹ ਵੀ ਜਿਵੇਂ ਅੱਗ ਦੇ ਵਿੱਚ ਹੱਥ ਪਾਇਆ ਅੱਗ ਸਾੜਦੀ ਹੈ ਨਾ, ਐਵੇਂ ਇਹਨਾਂ ਦੇ ਲਾਗੇ ਜਾਇਆ ਇਹਨਾਂ ਦਾ ਤੇਜ ਸਾਨੂੰ ਸਾੜਦਾ ਹੈ। ਕਿਉਂਕਿ ਮਾੜੀ ਨੀਤ ਨਾ ਆਏ ਸੀ ਨਾ, ਮਹਾਰਾਜ ਦੇ ਘਰ ਵਿੱਚ ਸ਼ੀਸ਼ੇ ਵਾਂਗੂ ਹੀ ਹੈ, ਜਿੱਦਾਂ ਦਾ ਕੋਈ ਮੂੰਹ ਵੇਖੇ ਦਿਖਦਾ ਹੈ। ਮਹਾਰਾਜ ਦੇ ਘਰ 'ਚ ਕੁਝ ਲੈਣ ਆਵੇ ਉਹਨੂੰ ਠੰਡ ਪੈਂਦੀ ਹੈ। ਤੇ ਇਹ ਜਿਹੜੇ ਵੀਰ ਦੱਸ ਰਹੇ ਨੇ ਮਾਧੋ ਦਾਸ ਨੂੰ ਵੀ ਅਸੀਂ ਜਦੋਂ ਨੇੜੇ ਜਾਂਦੇ ਆ ਇਸ ਤਜਸਵੀ ਪੁਰਖ ਦੇ ਤਾਂ ਸਾਨੂੰ ਇਦਾਂ ਸੇਕ ਲੱਗਦਾ ਏ ਜਿਵੇਂ ਕਹਿੰਦੇ ਅੱਗ ਬਲ ਰਹੀ ਹੋਵੇ, ਇਹਨਾਂ ਦਾ ਤੇਜ ਸਾਨੂੰ ਸਾੜਦਾ ਏ। ਅਗਰ ਮਮ ਕੱਲਾ ਐਸੀ ਉਚਾਰੀ। ਜਦੋਂ ਮਾਧੋ ਦਾਸ ਦੇ ਇਹ ਵੀਰਾਂ ਨੇ ਇਦਾਂ ਕਿਹਾ ਨਾ ਵੀ ਅਸੀਂ ਤੇ ਆਪਣਾ ਬਲ ਲਾ ਲਿਆ, ਵੀ ਸਾਡੀ ਨਹੀਂ ਹੁਣ ਵਾਹ ਪੇਸ਼ ਵੀ ਇਹਨਾਂ ਦਾ ਪਲੰਗਾ ਚੁੱਕ ਦਈਏ ਜਾਂ ਇਹਨਾਂ ਨੂੰ ਮਾਰ ਦਈਏ, ਹਮ ਪਏ ਹਾਰੇ। ਅਸੀਂ ਤਾਂ ਹਾਰ ਗਏ ਆ, ਵੀ ਆ ਹੱਥ ਬੰਨੇ ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ ਵੀ ਜਿਹੜਾ ਪਲੰਗੇ ਦੇ ਪੁਰਖ ਬੈਠਾ ਹੈ ਉਹਨੂੰ ਅਸੀਂ ਕੋਈ ਦੁੱਖ ਦੇ ਸਕੀਏ। ਨੇੜੇ ਜਾਵੇ। ਕਿਉਂਕਿ ਜਦੋਂ ਅਸੀਂ ਨੇੜੇ ਜਾਂਦੇ ਆ, ਗੁਰੂ ਸਾਹਿਬ ਦੀ ਗੱਲ ਕਰਦਾ ਕਹਿੰਦਾ ਤੇ ਕਹਿ ਲਓ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀਰ ਕਹਿੰਦੇ ਅਸੀਂ ਨੇੜੇ ਜਾਂਦੇ ਆ, ਆਪ ਕੋਪ ਤੇ ਆਪ ਜਲਾਵੇ। ਤੇ ਕਹਿੰਦੇ ਅਸੀਂ ਕ੍ਰੋਧ ਕਰਕੇ ਜਾਂਦੇ ਆ, ਇਥੋਂ ਗੁੱਸਾ ਕਰਕੇ ਜਾਂਦੇ ਆ ਵੀ ਛੱਡਣਾ ਨਹੀਂ ਆ, ਤੇ ਸਾਡੇ ਗੁੱਸੇ ਦਾ ਅਸਰ ਉਹਨਾਂ ਦੇ ਕੁਝ ਨਹੀਂ ਹੁੰਦਾ, ਅਸੀਂ ਆਪਣੇ ਕ੍ਰੋਧ ਦੀ ਅੱਗ ਵਿੱਚ ਆਪਣਾ ਆਪ ਹੀ ਸਾੜ ਰਹੇ ਆ। ਜਬ ਸੀਸ ਨਿਵਾਵੇ। ਤੇ ਕਹਿੰਦੇ ਜਦੋਂ ਅਸੀਂ ਉਹਨਾਂ ਅੱਗੇ ਸਿਰ ਝੁਕਾ ਦਿੰਦੇ ਆ ਤੇ ਉਸੇ ਵੇਲੇ ਸਾਡਾ ਸਰੀਰ ਫੁੱਲਾਂ ਵਰਗਾ ਹੋ ਜਾਂਦਾ। ਇਹ ਵੀਰ ਮਾਧੋ ਦਾਸ ਨੇ ਜਿਹੜੀਆਂ ਸ਼ਕਤੀਆਂ ਇਕੱਠੀਆਂ ਕੀਤੀਆਂ, ਉਹ 52 ਵੀਰ ਕਹਿੰਦੇ ਜਦੋਂ ਅਸੀਂ ਉਹਨਾਂ ਦੇ ਚੜ੍ਹ ਕੇ ਜਾਂਦੇ ਆ ਸਾਨੂੰ ਦੁੱਖ ਹੁੰਦਾ, ਤੇ ਜਦੋਂ ਉਹਨਾਂ ਦੇ ਅੱਗੇ ਸਿਰ ਝੁਕਾ ਦਿੰਦੇ ਹੱਥ ਜੋੜ ਕੇ ਤੇ ਉਸੇ ਵੇਲੇ ਸਾਨੂੰ ਸੁੱਖ ਹੋ ਜਾਂਦਾ ਏ। ਉਹਨੇ ਸੀਤਲ ਤਬ ਅਤ ਸੁਖ ਪਾਵੇ। ਤੇ ਉਸੇ ਵੇਲੇ ਫਿਰ ਸੀਤਲਤਾ ਹੁੰਦੀ ਆ, ਠੰਡ ਪੈਂਦੀ ਆ, ਸ਼ਾਂਤੀ ਆਉਂਦੀ ਆ, ਸੁੱਖ ਮਿਲਦਾ ਏ। ਐਸੇ ਸੁਨੇ ਉਨ੍ਹਾਂ ਤੇ ਬੈਦ। ਜਦੋਂ ਮਾਧੋ ਦਾਸ ਨੇ ਆਪਣੇ ਵੀਰਾਂ ਦੇ ਕੋਲ ਇਦਾਂ ਦੇ ਬੋਲ
ਸੁਣੇ ਵੀ ਅਸੀਂ ਨਹੀਂ ਕੁਝ ਵਿਗਾੜ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਉਹ ਅਚੰਬੇ ਅਤ ਭੈ ਕੈਨ। ਕਹਿੰਦੇ ਬੜਾ ਹੈਰਾਨ ਹੋਇਆ ਮਾਧੋ ਦਾਸ ਤੇ ਜਿਹੜਾ ਲੋਕਾਂ ਨੂੰ ਡਰਾਉਂਦਾ ਸੀ ਨਾ, ਹੁਣ ਇਹਦੀਆਂ ਲੱਤਾਂ ਥੋੜਾ ਥੋੜਾ ਭਾਰ ਨਹੀਂ ਝੱਲਦੀਆਂ, ਕੰਬਣ ਲੱਗ ਪਈਆਂ ਤੇ ਡਰ ਗਿਆ। ਕਹਿੰਦਾ ਵੀ ਮੇਰੇ ਤੋਂ ਵੀ ਵੱਡਾ ਕੌਣ ਆ ਗਿਆ। ਪ੍ਰਭ ਉਹ ਸਤਿਗੁਰ ਨੈਣੀ ਦੇਖਾ। ਥੋੜਾ ਜਿਹਾ ਕਹਿੰਦਾ ਨੇੜੇ ਹੋ ਕੇ ਤਾਂ ਵੇਖਾਂ, ਤੇ ਜਦੋਂ ਥੋੜਾ ਜਿਹਾ ਨੇੜੇ ਹੋ ਕੇ ਨੇ ਆਪਣੀਆਂ ਅੱਖਾਂ ਦੇ ਨਾਲ ਗੁਰੂ ਕਲਗੀਧਰ ਮਹਾਰਾਜ ਦੇ ਚਿਹਰੇ ਦੇ ਦਰਸ਼ਨ ਕੀਤੇ। ਆਪਣੇ ਬਲ ਤੇ ਅਧਿਕ ਬਹੁ ਲੇਖ। ਤੇ ਮਾਧੋ ਦਾਸ ਨੇ ਵੇਖ ਲਿਆ ਵੀ ਮੇਰੇ 'ਚ ਤਾਂ ਇਹਨਾਂ ਦੇ ਬਰਾਬਰ ਸ਼ਕਤੀ ਤਿਲ ਜਿੰਨੀ ਵੀ ਨਹੀਂ ਆਏ, ਤਾਂ ਕਹਿੰਦੇ ਵੀ ਸ਼ਕਤੀਆਂ ਦਾ ਢੇਰ ਹੀ ਹੈ। ਕੋਈ ਪੁਰਖ ਜਾਣ ਲਿਆ ਮਹਾਰਾਜ ਦੇ ਦਰਸ਼ਨ ਕਰਕੇ। ਫਿਰ ਸਿੱਖਨ ਪ੍ਰਤ ਵੀਰ ਚਲਾਏ। ਇਹਦਾ ਜਦੋਂ ਮਹਾਰਾਜ ਦੇ ਨਾ ਵਸ ਚੱਲਿਆ ਤੇ ਵੀਰਾਂ ਨੂੰ ਕਹਿੰਦਾ ਏਦਾਂ ਕਰੋ ਵੀ ਉਹ ਖਲੋਤੇ ਜਿਹਨਾਂ ਬੱਕਰੇ ਵੱਢੇ ਆ, ਤੇ ਜੇ ਉਹਨਾਂ ਦੇ ਜਥੇਦਾਰ ਦੇ ਤੁਹਾਡਾ ਜ਼ੋਰ ਨਹੀਂ ਚੱਲਿਆ ਤਾਂ ਆਹ ਜਿਹੜੇ ਸਿੱਖ ਖਲੋਤੇ ਹਨ, ਜਿਹੜੇ ਉਹਨਾਂ ਦੇ ਸੇਵਕ ਖਲੋਤੇ ਨੇ, ਜਿਨ ਨਾ ਥੇ ਬੱਕਰੇ ਭਾਏ। ਜਿਨ੍ਹਾਂ ਸਿੰਘਾਂ ਨੇ ਆਪਣੀ ਸ੍ਰੀ ਸਾਹਿਬ ਦੇ ਨਾਲ ਬੱਕਰੇ ਝੜਕਾਏ ਸੀ ਮਾਧੋ ਦਾਸ ਦੇ ਆਸ਼ਰਮ ਦੇ ਵਿੱਚ। ਮਾਧੋ ਦਾਸ ਕਹਿੰਦਾ ਫਿਰ ਇਹਨਾਂ ਵੱਲ ਧਾਓ, ਇਹਨਾਂ ਨੂੰ ਫੜ ਕੇ ਢਾਓ, ਜੇ ਮਾਰਿਆ ਜਾਂਦਾ ਇਹਨਾਂ ਨੂੰ ਹੀ ਕੋਈ ਮਾਰ ਦੋ, ਮੇਰੀ ਥੋੜੀ ਬਹੁਤ ਇੱਜ਼ਤ ਰਹਿ ਜਾਵੇ। ਸੋ ਫਿਰ ਆਏ ਵੀਰ ਸਿੰਘਨ ਕਹਿ ਸੁਣ ਤੁਕੈ। ਵੀਰ ਜਿਹੜੇ ਸਨ ਮਾਧੋ ਦਾਸ ਦੀ ਗੱਲ ਸੁਣ ਕੇ ਮਹਾਰਾਜ ਸਾਹਿਬ ਵੱਲ ਤਾਂ ਗਏ, ਜ਼ੋਰ ਨਹੀਂ ਚੱਲਿਆ। ਫਿਰ ਜਿਹੜੇ ਕੋਈ ਸਿੰਘ 20-25 ਨਾਲ ਗਏ ਸਨ, ਇਹ ਵੀਰ ਆਪਣਾ ਬਲ ਵਿਖਾਉਣ ਦੇ ਵਾਸਤੇ ਸਿੰਘਾਂ ਦੇ ਨੇੜੇ ਆਏ ਮਾਧੋ ਦਾਸ ਦਾ ਹੁਕਮ ਸੁਣ ਕੇ। ਕੋ ਰਛਕ ਤੀਰ ਫਿਰ ਸੁਦਰਸ਼ਨ ਚੱਕਰ ਜੇ। ਪਰ ਜਦੋਂ ਨੇੜੇ ਜਾ ਕੇ ਸਿੰਘਾਂ ਦੇ ਆਪਣਾ ਬਲ ਵਿਖਾਉਣ ਲੱਗੇ ਤੇ ਕੀ ਵੇਖਦੇ ਆ, ਜਿਵੇਂ ਸੁਦਰਸ਼ਨ ਚੱਕਰ ਨਹੀਂ ਘੁੰਮਦਾ, ਐਵੇਂ ਗੁਰੂ ਕਲਗੀਧਰ ਮਹਾਰਾਜ ਦੇ ਪੱਥੇ ਦੇ ਤੀਰ ਸਿੰਘਾਂ ਦੇ ਦੁਆਲੇ ਦੁਆਲੇ ਚੱਕਰੀ ਦੇ ਵਾਂਗ ਘੁੰਮ ਰਹੇ ਨੇ। ਤੇ ਜਿਹੜੇ ਵੀ ਸਿੰਘ ਦੇ ਨੇੜੇ ਜਾਂਦੇ ਨੇ ਤੀਰ ਛੂਹ ਕਰਦਾ ਉਸੇ ਪਾਸੇ ਨੂੰ ਜਾਂਦਾ ਏ। ਹੋਰਾ ਵੀਰ ਘਰੇ ਜਬ ਸਿੱਖਣ ਤੇ ਤਬ ਨਿਸ਼ਚੋ ਆਏ। ਇਦਾਂ ਜਿਹੜੇ ਵੀਰ ਸਨ ਇਹਨਾਂ ਨੇ ਸਿੱਖਾਂ ਦੇ ਉੱਤੇ ਵੀ ਜ਼ੋਰ ਲਾਣਾ ਚਾਹਿਆ, ਪਰ ਹਾਰ ਮੰਨ ਕੇ ਵਾਪਸ ਆ ਗਏ। ਤੇ ਜਦੋਂ ਵੀਰ ਮਾਧੋ ਦਾਸ ਦੀਆਂ ਸ਼ਕਤੀਆਂ ਸਿੰਘਾਂ ਦਾ ਵੀ ਕੁਝ ਵਿਗਾੜ ਨਾ ਸਕੀਆਂ, ਤਾਂ ਇਹਦੇ ਮਨ ਦੇ ਵਿੱਚ ਫਿਰ ਨਿਸ਼ਚਾ ਆ ਗਿਆ। ਇਹ ਪੂਰੇ ਹੈ ਸਤਿਗੁਰੂ ਇਨ ਸਿੱਖਨ ਸਮਹਮ ਨਾਹੀ। ਮਾਧੋ ਦਾਸ ਦੇ ਮੂੰਹ ਫਿਰ ਇਹ ਗੱਲ ਨਿਕਲ ਗਈ ਵੀ ਇਹ ਕੋਈ ਪੂਰੇ ਸਤਿਗੁਰੂ ਨੇ ਜਿਹੜੇ ਪਲੰਘੇ ਦੇ ਬੈਠੇ ਨੇ, ਤੇ ਮੈਂ ਇਹਨਾਂ ਦੀ ਬਰਾਬਰੀ ਕਰਿਆ ਚਾਹੁੰਦਾ ਸੀ। ਆ ਜਿਹੜੇ ਇਹਨਾਂ ਦੇ ਸਿੱਖ ਆ, ਮੈਂ ਤੇ ਕਹਿੰਦੇ ਇਹਨਾਂ ਦੇ ਸਿੱਖਾਂ ਦੇ ਵਰਗਾ ਵੀ ਨਹੀਂ ਹੋਇਆ। ਮੇਰੀਆਂ ਸ਼ਕਤੀਆਂ ਜਿਹੜੀਆਂ ਨੇ ਇਹਨਾਂ ਸਿੰਘਾਂ ਦੇ ਅੱਗੇ ਵੀ ਫੇਲ ਹੋ ਗਈਆਂ। ਮੈਂ ਇਸ ਗੁਰੂ ਦੀ ਬਰਾਬਰੀ ਕਰਿਆ ਚਾਹੁੰਦਾ, ਪਰ ਅਸਲ ਦੇ ਵਿੱਚ ਮੈਂ ਇਸ ਗੁਰੂ ਦੇ ਸਿੰਘਾਂ ਦੇ ਬਰਾਬਰ ਵੀ ਨਹੀਂ। ਇਹ ਮਾਧੋ ਦਾਸ ਨੇ ਕਿਹਾ। ਚੌਪਈ ਤਬ ਅਧੀਨ ਹੋਏ ਚਰਨੀ ਪਰੇ। ਬਸ ਫੇਰ ਕੀ ਸੀ, ਮਾਧੋ ਦਾਸ ਅਧੀਨ ਹੋ ਕੇ ਗੁਰੂ ਕਲਗੀਧਰ ਮਹਾਰਾਜ ਦੇ ਚਰਨੀ ਆ ਡਿੱਗਿਆ। ਸਾਹਿਬ ਕਹਿ ਕੇ ਤੁਰੇ ਸੀ ਨਾ ਜੈਤ ਰਾਮ, ਕੋਈ ਨਹੀਂ ਮਾਧੋ ਦਾਸ ਨੂੰ ਆਪਣੇ ਚਰਨੀ ਪਾਵਾਂਗੇ। ਤੇ ਮਾਧੋ ਦਾਸ ਨੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ। ਸਤ ਗੁਰਮੁਖ ਬਚਨਿਓ ਦਰਿਓ। ਧੰਨ ਗੁਰੂ ਕਲਗੀਧਰ ਮਹਾਰਾਜ ਨੇ ਜਦੋਂ ਵੇਖਿਆ ਤੇ ਇਹਨੂੰ ਵੇਖ ਕੇ ਮਾਧੋ ਦਾਸ ਨੂੰ ਮੁਖੋਂ ਬਚਨ ਕਰਨ ਲੱਗੇ। ਤੂੰ ਪੰਥੀ ਕੋ ਗੁਰ ਤੇਰਾ। ਸਤਿਗੁਰੂ ਕਹਿਣ ਲੱਗੇ, ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਉਹ ਤੂੰ ਕੌਣ ਆ ਓਏ, ਤੇਰਾ ਕਿਹੜਾ ਪੰਥ ਹੈ, ਕਿਹੜੇ ਰਾਹ ਤੇ ਚੱਲਦਾ, ਕਿਹੜਾ ਤੇਰਾ ਗੁਰੂ ਹੈ ਜਿਹਨੇ ਤੈਨੂੰ ਸਿੱਖਿਆ ਦਿੱਤੀ ਹੈ। ਕਰੇ ਮਸਕਰੀ ਸੰਤਨ ਕੇਰਾ। ਉਹ ਇਹ ਕਿਹੜਾ ਤੂੰ ਸਾਧੂ ਪੁਣਾ ਕਰਦਾ ਏ ਵੀ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹਨਾਂ ਨਾਲ ਮਸ਼ਕਰੀਆਂ ਕਰਦਾ, ਜਿਹੜੇ ਨਾਮ ਜਪਣ ਵਾਲੇ ਰੱਬ ਦੇ ਬੰਦਗੀ ਕਰਨ ਵਾਲੇ ਉਹਨਾਂ ਨਾਲ ਤੂੰ ਟਿਚਰਾਂ ਕਰਦਾ, ਉਹਨਾਂ ਦੇ ਨਾਲ ਮਖੌਲ ਕਰਦਾ ਏ। ਤੈਨੂੰ ਇਸ ਗੱਲ ਦਾ ਪਤਾ ਨਹੀਂ ਵੀ ਸੰਤਾਂ ਨਾਲ ਮਸ਼ਕਰੀ ਨਹੀਂ ਕਰੀ ਨੇ। ਸੰਸਰ ਜਗ ਮੈਂ ਨਾਹੀ। ਮਹਾਰਾਜ ਬੜੇ ਵੀਰ ਰਸ ਦੇ ਵਿੱਚ ਗੰਭੀਰ ਆਵਾਜ਼ ਦੇ ਨਾਲ ਕਹਿਣ ਲੱਗੇ, ਉਹ ਸਾਧਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਰੱਬ ਬਣਿਆ ਬੈਠਾ, ਤੈਨੂੰ ਕੀ ਲੱਗਦਾ ਹੈ ਵੀ ਤੇਰੇ ਵਰਗਾ ਕੋਈ ਜਗ ਦੇ ਵਿੱਚ ਦੂਜਾ ਹੋਰ ਕੋਈ ਨਹੀਂ ਹੈ। ਕਲਾ ਇੱਕ ਤੁਮ ਹੀ ਬਾਹੇ। ਕੀ ਜਿਹੜੀ ਇਹ ਕਲਾ ਹੈ, ਜਿਹੜੀ ਕੋਈ ਸ਼ਕਤੀ ਹੈ ਵੀ ਇੱਕ ਤੇਰੇ ਵਿੱਚ ਹੀ ਆ, ਵੀ ਇੰਨਾ ਤੈਨੂੰ ਹੰਕਾਰ ਵੀ ਸਾਧੂ ਸੰਤਾਂ ਦੀ ਨਿਰਾਦਰੀ ਕਰਦਾ, ਪਲੰਘੇ ਦੇ ਭਾਵ ਆ ਕੇ ਉਹਨਾਂ ਨੂੰ ਕਹਿੰਦੇ ਵੀ ਸ਼ਕਤੀ ਨਾਲ ਮੂਧਿਆਂ ਕਰ ਕਰਕੇ ਹੇਠਾਂ ਦਬਦਾ ਰਿਹਾ, ਵੀ ਇੱਕ ਤੂੰ ਹੀ ਹੈ ਜਿਹੜਾ ਵੀ ਤੇਰੇ ਵਰਗਾ ਜੱਗ ਵਿੱਚ ਹੋਰ ਕੋਈ ਨਹੀਂ ਹੈ। ਤੇ ਇੱਕ ਤੈਨੂੰ ਕੀ ਲੱਗਦਾ ਵੀ ਸਾਰੀਆਂ ਸ਼ਕਤੀਆਂ ਰੱਬ ਨੇ ਤੈਨੂੰ ਹੀ ਦਿੱਤੀਆਂ ਨੇ, ਤੇ ਤੇਰੇ ਤੋਂ ਬਗੈਰ ਕਿਸੇ ਦੇ ਵਿੱਚ ਤੇਰੇ ਤੋਂ ਵੱਧ ਸ਼ਕਤੀ ਨਹੀਂ ਹੈ। ਕਰੇ ਮਸ਼ਕਰੀ ਸੰਤ ਜੋ ਸੋ ਹੋਏ ਖੁਆਰ। ਮਹਾਰਾਜ ਕਹਿੰਦੇ ਜਿਹੜਾ ਸੰਤਾਂ ਨਾਲ
ਮਸ਼ਕਰੀ ਕਰੇ ਨਾ, ਹਾਸਾ ਮਖੌਲ ਟੀਚਰ ਕਰੇ, ਮਹਾਂਪੁਰਖਾਂ ਦੀ ਨਿੰਦਾ ਕਰੇ, ਉਹ ਖੁਆਰ ਹੁੰਦਾ ਹੈ। ਕਿਉਂਕਿ ਸੰਤਨ ਸੇਤੀ ਮਸ਼ਕਰੀ ਕੁਲ ਡੋਬਨ ਕੀ ਰੀਤ। ਇਹ ਸਿਆਣੇ ਪੁਰਖਾਂ ਦੇ ਬਚਨ ਨੇ। ਜਿਹੜੇ ਸੰਤਾਂ ਨਾਲ ਮਸ਼ਕਰੀਆਂ ਕਰਨੀਆਂ ਆਪਣਾ ਖਾਨਦਾਨ ਡੋਬਣ ਵਾਲੀ ਗੱਲ ਹੈ। ਦਰਬਾਸਾ ਰਿਖੀ ਮਹਾਤਮਾ ਹੋਇਆ ਤੇ ਕ੍ਰਿਸ਼ਨ ਜੀ ਦੀ ਬੰਸ਼ ਦੇ ਬੱਚਿਆਂ ਨੇ ਜਾ ਕੇ ਟੀਚਰੀ ਕੀਤੀ ਸੀ ਨਾ। ਇੱਕ ਲੋਹੇ ਦਾ ਬਾਟਾ ਜਿਹਾ ਬੰਨ ਕੇ ਢਿੱਡ ਤੇ ਬਣਾ ਕੇ ਉਹਨੂੰ ਲੜਕੇ ਨੂੰ ਲੜਕੀ ਦੇ ਕਹਿੰਦੇ ਸੀ ਇਹਦੇ ਢਿੱਡ ਤੋਂ ਕੌਣ ਜੰਮੂ, ਤੇ ਉਹਨੇ ਕਿਹਾ ਇਹ ਤੂੰ ਉਹ ਜੰਮੂਗਾ ਜਿਹਦੇ ਨਾਲ ਤੁਹਾਡੀ ਕੁੱਲ ਖਤਮ ਹੋਏਗੀ। ਉਸੇ ਦਾ ਤੀਰ ਬਣਿਆ ਕ੍ਰਿਸ਼ਨ ਜੀ ਦੇ ਪੈਰ 'ਚ ਵੱਜਾ, ਜਾਦਵਾਂ ਦੀ ਕੁੱਲ ਨਸ਼ਟ ਹੋ ਗਈ, ਜਿਹੜਾ ਮੌਕੇ ਦਾ ਅਵਤਾਰੀ ਪੁਰਖ ਸੀ। ਸੰਤਾਂ ਨਾਲ ਮਸ਼ਕਰੀ ਇਦਾਂ ਦੀ ਮਹਿੰਗੀ ਪੈਂਦੀ। ਦੁਰਬਾਸਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜਾਦਵਾਂ ਨੇ ਇਹ ਫਲ ਪਾਇਆ ਵੀ ਆਪਸ ਵਿੱਚ ਲੜ ਲੜ ਕੇ ਹੀ ਮਰ ਗਏ। ਸਾਰੀ ਕ੍ਰਿਸ਼ਨ ਜੀ ਦੀ ਬੰਸ਼ ਖਤਮ ਹੋ ਗਈ। ਮਹਾਰਾਜ ਕਹਿੰਦੇ ਸੰਤਾਂ ਨਾਲ ਮਸ਼ਕਰੀ ਕੀਤਿਆਂ ਖਵਾਰ ਹੋਈਦਾ ਏ। ਜਿਹੜੇ ਭੰਡ ਲੋਕ ਹੁੰਦੇ ਆ ਨਾ, ਆਪਣੇ ਸਰੀਰ ਤੇ ਮਾਰ ਮਾਰ ਕੇ ਉਹ ਪੜਾ ਜਿਹਾ ਤੇ ਲੋਕਾਂ ਨੂੰ ਟਿਚਰਾਂ ਕਰਕੇ ਹਸਾਉਂਦੇ ਨੇ। ਜਿਹੜੇ ਲੋਕ ਭਗਤੀਏ ਹੁੰਦੇ ਨੇ, ਜਿਹੜੀਆਂ ਲੋਕਾਂ ਦੀਆਂ ਆਵਾਜ਼ ਕੱਢ ਕੇ ਸਾਂਗਾ ਲਾਉਂਦੇ ਨੇ, ਜਾਂ ਜਿਹੜੇ ਡੂਮ ਰਾਸ਼ੀ ਹੁੰਦੇ ਨੇ, ਜਿਹੜੇ ਨਕਲਾਂ ਕਰ ਕਰਕੇ ਵਿਖਾਉਂਦੇ ਹਨ, ਪਾਤਸ਼ਾਹ ਕਹਿੰਦੇ ਮਸ਼ਕਰੀਆਂ ਕਰਨੀਆਂ ਉਹਨਾਂ ਦਾ ਕੰਮ ਹੁੰਦਾ ਏ। ਉਹ ਹਾਸਾ ਠੱਠਾ ਕਰਦੇ ਐ। ਪਰ ਜਿਹੜੇ ਆਪਣੇ ਆਪ ਨੂੰ ਸਾਧੂ ਸੰਤ ਖਵਾਉਂਦੇ ਹੋਣ, ਉਹਨਾਂ ਦਾ ਕੰਮ ਏਦਾਂ ਮਸ਼ਕਰੀਆਂ ਕਰਨਾ ਨਹੀਂ ਹੈ। ਇਹਨੇ ਹੱਥ ਜੋੜ ਲੈ, ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਬੰਦਾ ਅੱਜ ਤੋਂ। ਮੈਂ ਤਾਂ ਇਹ ਸਿੰਘ ਗੁਰੂ ਤੋਂ ਮੋਰ। ਅੱਜ ਤੋਂ ਮਹਾਰਾਜ ਮੈਂ ਤੁਹਾਡਾ ਸਿੰਘ ਤੇ ਤੁਸੀਂ ਮੇਰੇ ਗੁਰੂ ਹੋਏ। ਪਿਛਲੇ ਸਮੇਂ ਜਿਹੜੀਆਂ ਮੈਂ ਭੁੱਲਾਂ ਕੀਤੀਆਂ ਮਹਾਰਾਜ ਉਹ ਮੇਰੀਆਂ ਬਖਸ਼ ਦਿਓ। ਅੱਜ ਤੋਂ ਬਾਅਦ ਜੇ ਮੈਂ ਕੋਈ ਫੇਰ ਇਹੋ ਜਿਹੀ ਅਵਗਿਆ ਕਰਾਂ, ਫੇਰ ਤੁਹਾਡੇ ਚਿੱਤ ਵਿੱਚ ਜੋ ਆਵੇ ਤੁਸੀਂ ਉਹੀ ਕਰ ਲਿਓ। ਅੱਜ ਤੋਂ ਮਹਾਰਾਜ ਮੈਂ ਤੁਹਾਡਾ ਦਾਸ ਹੋਇਆ, ਤੁਹਾਡਾ ਸੇਵਕ ਹੋਇਆ। ਜਿਹੜਾ ਵੀ ਮੈਨੂੰ ਹੁਕਮ ਕਰੋਗੇ ਮੈਂ ਉਸੇ ਹੁਕਮ ਦੇ ਅਨੁਸਾਰ ਮਹਾਰਾਜ ਜੀ ਪਹਿਰਾ ਦੇਵਾਂਗਾ। ਇਵੇਂ ਮਾਧੋ ਦਾਸ ਬੇਨਤੀ ਕਰਦਾ ਮਹਾਰਾਜ ਮੈਨੂੰ ਆਪਣਾ ਸੇਵਕ ਬਣਾ ਲਓ। ਮੈਨੂੰ ਆਪਣਾ ਸੇਵਕ ਜਾਣ ਕੇ ਤੇ ਆਪਣੇ ਚਰਨਾਂ ਦੇ ਕੋਲ ਆਪਣੇ ਪਾਸ ਰੱਖ ਲਓ। ਏਦਾਂ ਜਿਹੜਾ ਮਾਧੋ ਦਾਸ ਬੈਰਾਗੀ ਹੈ, ਕਲਗੀਧਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਝੁਕਿਆ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਥਾਪੜਾ ਦੇ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਪੰਜਾਬ ਨੂੰ ਭੇਜਦੇ ਨੇ, ਤੇ ਜਿਵੇਂ ਇੱਥੇ ਆ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਮੁਗਲ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਵੈਰ ਵਿਰੋਧ ਕਮਾਏ, ਉਹਨਾਂ ਤੁਰਕਾਂ ਦਾ ਸੋਧਾ ਲਾਉਂਦੇ ਨੇ ਪੰਥ ਦੇ ਨਾਲ ਮਿਲ ਕੇ। ਇਹ ਕਥਾ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਸਾਹਿਬ ਤੇ ਮਹਾਰਾਜ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਮੈਂ ਭਇਓ ਤੁਮਾਰੋ ਦਾਸ, ਸੋ ਮੈਂ ਕਰੋ ਹੁਕਮ ਹੋਏ ਖਾਸ। हमको कीजे अपनो दास, दास जान रखो निज पास। वाहेगुरु जी का खालसा, वाहेगुरु जी की फतेह। पाशा चरना पावे निहाल हो जावे। श्री अकाल वाहेगुरु जी का खालसा।